ਜਿਹੜੇ ਬੰਦੇ ਅੱਜ ਇਹ ਗੱਲ ਕਹਿ ਰਹੇ ਆ ਨਾ ਵੀ ਮਾਰਨੇ ਨਹੀਂ ਚਾਹੀਦੇ ਸੀ, ਅਸੀਂ ਇਹ ਕਹਿੰਦੇ ਆ ਵੀ ਠੀਕ ਹੈ ਨਹੀਂ ਮਾਰਦੇ, ਇਹ ਗੱਲ ਲਿਖ ਕੇ ਦਿੰਨੇ ਆ ਤੁਹਾਨੂੰ ਵੀ ਨਹੀਂ ਮਾਰਦੇ। ਫਿਰ ਸਾਨੂੰ ਤੁਸੀਂ ਪਿਛਲੇ ਇੰਨੇ ਸਾਲਾਂ ਦਾ ਕੋਈ ਇਨਸਾਫ ਦਿੱਤਾ? ਇਸੇ ਕਰਕੇ ਸੰਤਾਂ ਨੇ ਗੱਲ ਕਹੀ ਸੀ ਵੀ ਜੇ ਤੁਸੀਂ ਇਨਸਾਫ ਨਹੀਂ ਦਿੰਦੇ ਫਿਰ ਸਾਨੂੰ ਲੈਣਾ ਆਉਂਦਾ ਪੰਥ ਨੂੰ। ਪ੍ਰਾਈਮ ਮਿਨਿਸਟਰ ਦੀ ਕੋਈ ਕੰਧ ਟੱਪ ਕੇ ਆਉਣ ਲੱਗੇ ਕੀ ਕਰੋਗੇ ਤੁਸੀਂ? ਉਹਨੂੰ ਫੜ ਕੇ ਇਨਵੈਸਟੀਗੇਟ ਕਰਦੇ ਆ ਜਾਂ ਇਹ ਕਹਿਣਗੇ ਵੀ ਨਹੀਂ ਪ੍ਰਾਈਮ ਮਿਨਿਸਟਰ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਸੀ ਉਹਨੇ, ਨੁਕਸਾਨ ਪਹੁੰਚਾ ਲੈਣ ਦਿੰਦੇ ਫੇਰ ਕੁਝ ਕਰਦੇ ਤੁਸੀਂ, ਅਗਲੇ ਦੇ ਬੱਖੀ 'ਚ ਗੋਲੀ ਮਾਰਨਗੇ ਉਹ। ਸੋ ਸਿਮਿਲਰਲੀ ਐਨਡੀਟੀਵੀ ਨੇ ਕੀ ਲਿਖਿਆ? ਅਲੈਜਡ। ਹਾਂ ਤਾਂ ਇਹ ਅਲੈਜਡ ਆ। ਉਹ ਵੀਡੀਓ ਪਈ ਆ, ਜੰਗਲਾ ਉਹਨੇ ਪਾਰ ਕੀਤਾ ਜਾ ਕੇ, ਉਹਨੇ ਕਿਰਪਾਨ ਚੱਕੀ ਆ ਉੱਥੋਂ ਜਾ ਕੇ ਤੇ ਉਦੋਂ ਬਾਅਦ ਉਹਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ, ਹਜੇ ਅਲੈਜਡ ਆ। ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੰਨੇ ਸਾਲਾਂ 'ਚ ਇਨਸਾਫ ਨਹੀਂ ਮਿਲਿਆ ਔਰ ਹੁਣ ਇਸ ਤਰੀਕੇ ਨਾਲ ਇਨਸਾਫ ਲਿਆ ਕਰਾਂਗੇ? ਬਿਲਕੁਲ ਬਾਈ, ਇਹਦੇ ਗੁਰੂ ਤੇ ਕੋਈ ਸਮਝੌਤਾ ਨਹੀਂ, ਹਸ਼ਰ ਇਹੀ ਹੋਊਗਾ। ਫਿਰ ਜਦੋਂ ਮੁਗਲਾਂ ਨੇ ਦਰਬਾਰ ਸਾਹਿਬ ਆ ਕੇ ਕਬਜ਼ਾ ਕਰ ਲਿਆ ਸੀ, ਜਦੋਂ ਉੱਥੇ ਇਹ ਕਹਿ ਰਹੇ ਸੀ ਵੀ ਸਿੱਖਾਂ ਨੂੰ ਨਹੀਂ ਵੜਨ ਦੇਣਾ, ਤੇ ਬਾਬਾ ਦੀਪ ਸਿੰਘ ਨੇ ਬਾਣੀ ਲਿਖਦੇ ਲਿਖਦੇ ਖੰਡਾ ਵਾਹਤਾ ਸੀ, ਲਕੀਰ ਖਿੱਚਤੀ ਜਾ ਕੇ, ਫਿਰ ਤਾਂ ਬਾਬਾ ਦੀਪ ਸਿੰਘ ਦੀ ਗੱਲ ਗਲਤ ਸੀ। ਤੁਸੀਂ ਸਿੱਖੀ ਦੇ ਸਿਧਾਂਤ ਨੂੰ ਸਮਝੋ, ਸਿੱਖੀ 'ਚ ਦੇਗ ਤੇ ਤੇਗ ਦੋਨੇ ਵਾਹੁਣੀਆਂ ਪੈਂਦੀਆਂ। ਸੋ ਇਹ ਸੰਤ ਤੇ ਸਿਪਾਹੀ ਦਾ ਕਨਸੈਪਟ ਆ, ਇਹ ਪਿਕ ਐਂਡ ਚੂਜ਼ ਨਹੀਂ ਆ ਵੀ ਇਕੱਲੇ ਲੰਗਰ ਹੀ ਲਾਉਣੇ ਆ, ਇੱਥੇ ਲਾਂਗਰੀ ਨਹੀਂ ਆ ਅਸੀਂ। ਜੇ ਕਿਸੇ ਦਾ ਮਰਡਰ ਹੋਇਆ ਹੋਵੇ ਬਾਈ, 5 ਦਿਨਾਂ 'ਚ ਅਗਲੇ ਨੂੰ ਚਾਰਜ ਸ਼ੀਟ ਕਰ ਦਿੰਦੇ ਆ, ਇਹੋ ਜਿਹੇ ਪੁਲਿਸ ਆਫੀਸਰ ਪਏ ਆ, 10 ਦਿਨਾਂ 'ਚ ਚਾਰਜ ਸ਼ੀਟ ਕਰ ਦਿੰਦੇ ਆ ਇਨਵੈਸਟੀਗੇਸ਼ਨ ਕਰਕੇ। ਪਹੁੰਚ ਪਾ ਰਹੇ ਹੋ? ਤੁਹਾਨੂੰ ਲੱਗਦਾ ਕਿਉਂਕਿ ਪਿੱਛੇ ਤੁਸੀਂ ਕਹਿ ਰਹੇ ਹੋ ਸਟੇਟ ਹੈ, ਪਿੱਛੇ ਸ਼ੈ ਜਿਹੜੀ ਆ ਉਹ ਸਟੇਟ ਦੀ ਆ। ਲਾਅ ਐਂਡ ਆਰਡਰ ਜਾਂ ਕਾਨੂੰਨ ਦੇ ਏਡੇ ਵੱਡੇ ਹੱਥ ਹੀ ਨਹੀਂ ਵੀ ਉਹ ਸਟੇਟ ਨੂੰ ਕਲਪਰੇਟ ਕਦੇ ਕਹਿ ਸਕੂਗੀ। ਜਿਹੜੇ ਸਟਰਕਚਰ ਤੇ ਅਸੀਂ ਡਿਪੈਂਡ ਕਰਦੇ ਆ, ਉਹ ਸਟਰਕਚਰ ਨੇ ਨਿਆਂ ਨਹੀਂ ਦਿੱਤਾ। ਹੁਣ ਤੁਸੀਂ ਸਾਨੂੰ ਸਮਝਾਓਗੇ ਵੀ ਕੀ ਕਰਨਾ ਸੀ? ਇਹ ਗੱਲ ਕੱਲੇ ਸਿੱਖ ਪੰਥ ਦੀ ਨਹੀਂ ਹੋ ਰਹੀ। ਕੱਲ ਨੂੰ ਜੇ ਕੋਈ ਸਿੱਖ ਵੀ ਕਿਸੇ ਸਥਾਨ ਤੇ ਜਾ ਕੇ, ਹਿੰਦੂ ਦੇ ਸਥਾਨ ਤੇ ਜਾ ਕੇ, ਮੰਦਰਾਂ 'ਚ ਜਾ ਕੇ ਇਹੋ ਜਿਹੀ ਕੋਈ ਗੱਲ ਕਰਦਾ, ਉਹਦੇ ਵੀ ਵਿਰੋਧ ਆ ਅਸੀਂ। ਇਕੁਅਲੀ ਸੈਂਸਿਟਿਵ ਆ, ਕਿਸੇ ਵੀ ਮਾਰ ਦੇਣਾ ਚਾਹੀਦਾ। ਇਸ ਹਿਸਾਬ ਨਾਲ ਬਾਬਰੀ ਮਸਜਿਦ 2.5 ਤੇ 93 'ਚ ਬਲਾਸਟ ਕਰ ਦਿੰਦੇ ਆ, ਫਿਰ ਤਾਂ ਉਹ ਵੀ ਜਸਟੀਫਾਈਡ ਹੈ। ਉਹਦੇ ਪਿੱਛੇ ਇੱਕ ਕਨਸਪੀਰੇਸੀ ਪਈ ਸੀ ਔਰ ਅਡਵਾਨੀ ਨੇ ਆਪ ਮੰਨਿਆ ਵੀ ਜੇ ਅਸੀਂ ਇਹ ਕੰਮ ਨਾ ਕਰਦੇ ਤਾਂ ਅਸੀਂ ਕਦੇ ਵੀ ਪਾਵਰ 'ਚ ਨਹੀਂ ਆ ਸਕਦੇ ਸੀ। ਇਹ ਇਸ਼ਾਰਾ ਕਰ ਰਹੇ ਹੋ ਕਿ ਜੇ ਨਹੀਂ ਇਹਦੇ ਕੇਟਰ ਕੀਤਾ ਗਿਆ ਤਾਂ ਇੱਕ ਦਿਨ ਦੁਬਾਰਾ ਪੰਜਾਬ ਖਾਲਿਸਤਾਨ ਦੀ ਲੜਾਈ ਵੱਲ ਜਾਊਗੀ। ਜੀਓਗ੍ਰਾਫਿਕਲ ਬਾਉਂਡਰੀਜ਼ ਆ ਜਿਹੜੀਆਂ, ਉਹਨਾਂ ਨੂੰ ਤੁਸੀਂ ਸੇਕ੍ਰੇਡ ਤਾਂ ਨਹੀਂ ਮੰਨ ਸਕਦੇ ਨਾ। ਉਹ ਕੋਈ ਸੇਕ੍ਰੇਡ ਰੱਬ ਦੀਆਂ ਬਣਾਈਆਂ ਹੋਈਆਂ, ਕੋਈ ਇਲਹਾਮ ਚੋਂ ਨਿਕਲੀਆਂ ਹੋਈਆਂ ਗੱਲਾਂ ਤਾਂ ਨਹੀਂ ਆ ਨਾ। ਇਤਿਹਾਸ ਪਿਆ ਵੀ ਕਿੰਨੀਆਂ ਜੀਓਗ੍ਰਾਫਿਕਲ ਬਾਉਂਡਰੀਜ਼ ਚੇਂਜ ਹੋਈਆਂ। ਮੈंने ਦੇਖਿਆ ਕਿ ਇਹ ਅਕਾਲੀ ਦਲ ਨੇ ਕਰਾਇਆ, ਕਿਉਂਕਿ ਅਕਾਲੀ ਦਲ ਹੁਣ ਇਹ ਸਾਬਤ ਕਰਨਾ ਚਾਹੁੰਦਾ ਵੀ ਹੁਣ ਵੀ ਤਾਂ ਬੇਦਬੀਆਂ ਹੋ ਰਹੀਆਂ, ਹੁਣ ਕਿਹੜਾ ਰੁਕੀਆਂ। ਬੇਦਬੀ ਦੀਆਂ ਤਾਜ਼ੀਆਂ ਘਟਨਾਵਾਂ ਤੋਂ ਬਾਅਦ ਪੂਰੇ ਪੰਜਾਬ ਨਹੀਂ, ਦੁਨੀਆ ਦੇ ਵਿੱਚ ਵਸਦੇ ਸਿੱਖ ਭਾਈਚਾਰੇ ਦੇ ਵਿੱਚ ਔਰ ਨਾਨਕ ਨਾਮ ਲੇਵਾ ਸੰਗਤਾਂ ਦੇ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਆਖਰ ਹੋਇਆ ਕੀ ਹੈ। ਅਸੀਂ ਦੇਖਿਆ ਸਿੰਘੂ ਬਾਰਡਰ ਤੇ ਘਟਨਾ ਵਾਪਰਦੀ ਹੈ, ਤਖਤ ਸਾਹਿਬ ਦੇ ਉੱਤੇ ਬੀੜੀ ਸਿਗਰਟਾਂ ਲੈ ਕੇ ਬੰਦਾ ਪਹੁੰਚ ਜਾਂਦਾ ਹੈ। ਦਰਬਾਰ ਸਾਹਿਬ ਸਰੋਵਰ ਦੇ ਵਿੱਚ ਕੁਝ ਦਿਨ ਪਹਿਲਾਂ ਬੰਦਾ ਕੋਸ਼ਿਸ਼ ਕਰਦਾ ਹੈ ਗੁਟਕਾ ਸਾਹਿਬ ਦੇ ਕੁਝ ਇੱਕ ਪੱਤਰੇ ਜਿਹੜੇ ਉਹ ਪਾੜ ਕੇ ਸਿੱਟਣ ਦੀ, ਔਰ ਫਿਰ ਲਗਾਤਾਰ 2 ਘਟਨਾਵਾਂ ਹੁੰਦੀਆਂ ਜਿੱਥੇ 2 ਵਿਅਕਤੀਆਂ ਨੂੰ ਮਾਰ ਦਿੱਤਾ ਜਾਂਦਾ। ਇੱਕ ਹਿੱਸਾ, ਵੱਡਾ ਹਿੱਸਾ ਇਹ ਕਹਿ ਰਿਹਾ ਹੈ ਕਿ ਮਾਰਨਾ ਜਾਇਜ਼ ਨਹੀਂ ਸੀਗਾ, ਮਾਰਨਾ ਹੱਲ ਨਹੀਂ ਹੈ,
ਪੁੱਛਣਾ ਸੀ ਔਰ ਪਿੱਛੇ ਕੌਣ ਨੇ ਉੱਥੋਂ ਤੱਕ ਪਹੁੰਚਣਾ ਚਾਹੀਦਾ ਸੀ। ਇਸ ਦੇ ਉੱਤੇ ਦੀਪ ਸਿੱਧੂ ਦੀ ਪ੍ਰਤੀਕਿਰਿਆ ਆਉਂਦੀ ਹੈ। ਹੋਰ ਬਹੁਤ ਸਾਰੇ ਪੰਜਾਬ ਦੇ ਬੁੱਧੀਜੀਵੀ, ਵਿਦਵਾਨ, ਪੰਥਕ ਸ਼ਖਸੀਅਤਾਂ, ਪੋਲੀਟੀਸ਼ੀਅਨਸ ਸਾਰੇ ਆਪਣਾ ਆਪਣਾ ਇੱਕ ਪ੍ਰਤੀਕਰਮ ਦੇ ਰਹੇ ਆਪਣੀ ਸੋਚ ਦੇ ਮੁਤਾਬਕ। ਲਗਾਤਾਰ 1 ਸਾਲ ਤੋਂ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇ ਚੁੱਕੇ ਦੀਪ ਸਿੱਧੂ ਇੱਕ ਵਾਰ ਫਿਰ ਤੋਂ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਭਾਈ। ਇਹ ਹੋ ਕੀ ਰਿਹਾ ਤੁਹਾਡੇ ਹਿਸਾਬ ਨਾਲ? ਦੇਖੋ, ਜੋ ਵਾਪਰ ਰਿਹਾ ਨਾ, ਇਹ ਕੋਈ ਪਹਿਲੀ ਵਾਰ ਨਹੀਂ ਵਾਪਰ ਰਿਹਾ। ਪਿਛਲੇ 6 ਸਾਲਾਂ ਤੋਂ ਬਰਗਾੜੀ ਤੋਂ ਲੈ ਕੇ ਸਾਡੇ ਸਾਹਮਣੇ ਲਗਾਤਾਰ ਇਹ ਘਟਨਾਵਾਂ ਆਉਂਦੀਆਂ ਗਈਆਂ ਤੇ ਇਹਦਾ ਇੱਕ ਪਿੱਛੇ ਵੀ ਇਤਿਹਾਸ ਆ। ਤੁਸੀਂ ਵੇਖੋ, ਸਭ ਤੋਂ ਪਹਿਲਾਂ ਜਿੱਥੇ ਕੌਨਫਲਿਕਟ ਪੰਜਾਬ 'ਚ ਸ਼ੁਰੂ ਹੋਇਆ ਨਾ, ਇਸੇ ਗੱਲ ਤੋਂ ਸ਼ੁਰੂ ਹੋਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕੀਤਾ ਗਿਆ ਇੱਕ ਖਾਸ ਮੱਤ ਦੇ ਬੰਦਿਆਂ ਵੱਲੋਂ। ਉਹਨਾਂ ਨੂੰ ਪੰਥ 'ਚੋਂ ਛੇਕਿਆ ਵੀ ਗਿਆ, ਜਿਹੜੇ ਨਿਰੰਕਾਰੀ ਸਾਰਾ ਇੱਕ ਮੱਤ ਆ। ਬਿਲਕੁਲ 78 'ਚ 1978 'ਚ ਇਹ ਘਟਨਾ ਵਾਪਰੀ ਜਦੋਂ ਉਹਨਾਂ ਦੇ ਜਿਹੜੇ ਕੋਈ ਮੁਖੀ ਸੀ, ਗੁਰੂ ਸੀ ਜਿਹਨੂੰ ਉਹ ਮੰਨਦੇ, ਉਹਨਾਂ ਨੇ ਗੁਰੂ ਸਾਹਿਬ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਥਾਨ ਤੋਂ ਉੱਚਾ ਆਪਦਾ ਸਥਾਨ ਲਾ ਕੇ ਤੇ ਪਬਲਿਕਲੀ ਇਸ ਗੱਲ ਨੂੰ ਇਸ ਤਰ੍ਹਾਂ ਪ੍ਰੋਜੈਕਟ ਕੀਤਾ, ਗੁਰਬਚਨਾ। ਹਾਂਜੀ। ਜਦੋਂ ਸਿੰਘ ਗਏ ਆਪਦੇ ਬੰਦਿਆਂ ਦੇ ਨਾਲ ਉਹਨਾਂ ਨੂੰ ਮਿਲਣ ਖਾਤਰ, ਤੇ ਉੱਥੇ ਉਹਨਾਂ ਨੇ ਸਾਡੇ ਜਿਹੜੇ ਸਿੰਘ ਸ਼ਹੀਦ ਹੋਏ, 12-13 ਸਾਡੇ ਸਿੰਘ ਸ਼ਹੀਦ ਹੋ ਗਏ। ਅੱਛਾ, ਸਰਕਾਰ ਨੇ ਤੇ ਸਟੇਟ ਨੇ ਕੀ ਕੀਤਾ? ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਦੇ ਕੇਸ ਪਹਿਲਾਂ ਦਰਜ ਹੋਏ ਅੰਮ੍ਰਿਤਸਰ ਸਾਹਿਬ, ਉੱਥੋਂ ਉਹਨਾਂ ਨੇ ਕੇਸ ਟ੍ਰਾਂਸਫਰ ਕੀਤੇ ਕਰਨਾਲ, ਝੂਠੀਆਂ ਗਵਾਹੀਆਂ ਦੇ ਆਧਾਰ ਤੇ ਉਹਨਾਂ ਨੂੰ ਛੱਡਤਾ। ਜਦੋਂ ਸਭ ਤੋਂ ਪਹਿਲਾਂ ਲਾਲਾ ਜਗਤ ਨਾਰਾਇਣ ਜੀ ਦਾ ਸਿੰਘਾਂ ਨੇ ਉੱਥੇ ਸੋਧਾ ਲਾਇਆ, ਇਹ ਪਹਿਲੀ ਜਿਹੜੀ ਘਟਨਾ ਸੀ, ਕਿਉਂਕਿ ਉਹਨਾਂ ਨੇ ਗਵਾਹੀ ਦਿੱਤੀ ਸੀ ਉੱਥੇ, ਬਿਲਕੁਲ, ਜਿਸ ਦੇ ਆਧਾਰ ਤੇ ਛੱਡਿਆ ਗਿਆ ਸੀ। ਇਹ ਇਸ ਕਰਕੇ ਨਹੀਂ ਉਹ ਗੱਲ ਵਾਪਰੀ ਸੀ ਵੀ ਉਹ ਹਿੰਦੂ ਸੀ, ਇਹ ਗੱਲ ਨਹੀਂ ਸੀ। ਉਹਦੇ ਪਿੱਛੇ ਇੱਕ ਪੂਰਾ ਇਤਿਹਾਸ ਪਿਆ ਸੀ। ਸੋ ਉਸ ਵੇਲੇ ਸੰਤ ਇਹ ਗੱਲ ਲੈ ਕੇ ਗਏ ਵੀ ਅਸੀਂ ਤੁਹਾਡੇ ਤੇ ਤੇਜੇ, ਐਡੀ ਵੱਡੀ ਘਟਨਾ ਵਾਪਰ ਗਈ। ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਪਬਲਿਕਲੀ ਕਰਨ ਵਾਲਿਆਂ ਨੂੰ, ਤੇ ਉਦੋਂ ਬਾਅਦ ਉਹਨਾਂ ਨੇ ਹੀ ਸਾਡੇ ਬੰਦੇ ਮਾਰੇ, ਔਰ ਬੰਦੇ ਸਿਰਫ ਉਹਨਾਂ ਨੂੰ ਰਿਕੁਐਸਟ ਕਰਨ ਗਏ ਸੀ ਉਹਨਾਂ ਦੇ ਨਾਲ। ਚਲੋ, ਉਹ ਰਿਕੁਐਸਟ ਮੋਡ ਕੀ ਹੁੰਦਾ? ਜਦੋਂ ਗੁਰੂ ਸਾਹਿਬ ਦਾ ਨਿਰਾਦਰ ਹੋ ਰਿਹਾ ਹੋਵੇ ਤਾਂ ਇੱਕ ਫਰਮਨੈਸ ਤਾਂ ਹੋਊਗੀ ਨਾ ਤੁਹਾਡੇ 'ਚ, ਤੇ ਤੁਸੀਂ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਹਨਾਂ ਬੰਦਿਆਂ ਨੂੰ ਅਕੋਮੋਡੇਟ ਕਰ ਰਹੇ ਹੋ, ਉਹਨਾਂ ਨੂੰ ਤੁਸੀਂ ਗੈਸਟ ਹਾਊਸ 'ਚ ਰੱਖ ਰਹੇ ਹੋ ਤੇ ਉਦੋਂ ਬਾਅਦ ਛੱਡ ਰਹੇ ਹੋ। ਭਾਈ ਰਣਜੀਤ ਸਿੰਘ ਆ ਜਿਹੜੇ ਜਥੇਦਾਰ ਸਾਡੇ, ਉਹਨਾਂ ਨੇ ਫਿਰ ਜਾ ਕੇ ਉਹਦਾ ਸੋਧਾ ਲਾਇਆ, ਫਿਰ ਜੇਲ੍ਹ ਵੀ ਕੱਟੀ। ਤਾਂ ਉਸ ਵੇਲੇ ਇਨਸੀਡੈਂਟ ਅੱਜ ਨਾਲ ਕਿਵੇਂ ਰਿਲੇਟ ਮੈਂ ਤੁਹਾਨੂੰ ਦੱਸਦਾ। ਇਹ ਗੱਲ ਦੇਖੋ, ਇਹ ਉੱਥੋਂ ਦੀ ਵਾਪਰਦੀ ਆ ਜਦੋਂ ਤੁਹਾਡਾ ਇੱਕ ਖਾਸ ਤਰ੍ਹਾਂ ਦਾ ਵਿਸ਼ਵਾਸ ਹੈ ਨਾ ਤੁਹਾਡੇ ਗੁਰੂ 'ਚ, ਵੀ ਗੁਰੂ ਤੋਂ ਉੱਤੇ ਕੁਛ ਨਹੀਂ, ਗੁਰੂ ਤੇ ਕੋਈ ਸਮਝੌਤਾ ਨਹੀਂ। ਹੁਣ ਇਹ ਗੱਲ ਆ ਜਿਹੜੀ ਇਹ ਸੇਕਰਡਨੈਸ ਆ, ਇਹ ਨੇਸ਼ਨ ਸਟੇਟ ਇਹ ਸਮਝਦੀ ਆ ਵੀ ਇਹ ਸੇਕਰਡਨੈਸ ਜਿਹੜੀ ਹੋਵੇ ਨਾ, ਉਹ ਸਾਡੇ ਬਣਾਏ ਵਿਧੀ ਵਿਧਾਨ ਤੇ ਹੋਵੇ, ਜਾਂ ਉਹ ਕੌਨਸਟੀਟਿਊਸ਼ਨ ਨੂੰ ਇੰਨਾ ਸੇਕਰੇਟ ਮੰਨਣ। ਉਹ ਗੁਰੂ ਨੂੰ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਸੇਕਰੇਟ ਨਹੀਂ ਆ, ਕੌਨਸਟੀਟਿਊਸ਼ਨ ਉਦੋਂ ਵੀ ਵੱਡੀ ਸੇਕਰੇਟ ਐਂਟਿਟੀ ਆ। ਇਹ ਨੇਸ਼ਨ ਸਟੇਟ ਇਹ ਸਮਝਦੀ ਆ। ਫਿਰ ਇੱਥੇ ਜਿਹੜੇ ਲੋਕ ਇਹ ਗੱਲ ਨਹੀਂ ਮੰਨਦੇ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ। ਵਾਰੀ-ਵਾਰੀ ਬੇਅਦਬੀਆਂ ਜਿਹੜੀਆਂ ਹੁੰਦੀਆਂ ਜਾਂ ਨਿਰਾਦਰ ਕਰਨ ਦੀਆਂ ਘਟਨਾਵਾਂ ਜਿਹੜੀਆਂ ਕੋਸ਼ਿਸ਼ ਕੀਤੀ ਜਾਂਦੀ ਆ, ਇਹ ਉੱਥੋਂ ਹੀ ਗੱਲ ਨਿਕਲਦੀ ਆ ਵੀ ਇਹਨਾਂ ਦਾ ਰਿਐਕਸ਼ਨ ਇੱਕ ਤਾਂ ਖਤਮ ਕਰ ਦਿਓ, ਇਹ ਗੱਲ ਹੀ ਇੰਨੀ ਆਮ ਬਣਾ ਦਿਓ ਵੀ ਇਹ ਰਿਐਕਟ ਕਰਨਾ ਹੀ ਭੁੱਲ ਜਾਣ, ਵੀ ਇਹ ਤਾਂ ਰੋਜ਼ ਦੀ ਗੱਲ ਆ। ਫਿਰ ਇਹਨਾਂ 'ਚ ਗੈਰਤ ਮਰਦੀ ਹੈ। ਡੈਫੀਨੇਟਲੀ ਗੱਲ ਤਾਂ ਗੈਰਤ ਤੇ ਹੀ ਆਉਂਦੀ ਹੈ ਨਾ। ਕੌਮਾਂ ਦੇ ਸਿਧਾਂਤ, ਕੌਮਾਂ ਖੜੀਆਂ ਕਿਸ ਗੱਲ ਤੇ ਹੁੰਦੀਆਂ? ਕੋਈ ਵੀ ਕੌਮ ਆ, ਕਿਸੇ ਤਰ੍ਹਾਂ ਦੀ ਵਿਚਾਰਧਾਰਾ ਕਿਸ ਗੱਲ ਤੇ ਖੜੀ ਆ? ਉਹ ਖੜੀ ਆ ਸਿਧਾਂਤਾਂ ਤੇ, ਵੀ ਤੁਹਾਡੇ ਸਿਧਾਂਤ ਕੀ ਆ। ਹੁਣ ਇੱਥੇ ਜਿਹੜੇ ਬੰਦੇ ਅੱਜ ਇਹ ਗੱਲ ਕਹਿ ਰਹੇ ਆ ਨਾ ਵੀ ਮਾਰਨੇ ਨਹੀਂ ਚਾਹੀਦੇ ਸੀ, ਅਸੀਂ ਇਹ ਕਹਿੰਦੇ ਆ ਵੀ ਠੀਕ ਹੈ ਨਹੀਂ ਮਾਰਦੇ, ਇਹ ਗੱਲ ਲਿਖ ਕੇ ਦਿੰਨੇ ਆ ਤੁਹਾਨੂੰ ਵੀ ਨਹੀਂ ਮਾਰਦੇ। ਫਿਰ ਸਾਨੂੰ ਤੁਸੀਂ ਪਿਛਲੇ ਇੰਨੇ ਸਾਲਾਂ ਦਾ ਕੋਈ ਇਨਸਾਫ ਦਿੱਤਾ? ਇਸੇ ਕਰਕੇ ਸੰਤਾਂ ਨੇ ਗੱਲ ਕਹੀ ਸੀ ਵੀ ਜੇ ਤੁਸੀਂ ਇਨਸਾਫ ਨਹੀਂ ਦਿੰਦੇ ਫਿਰ ਸਾਨੂੰ ਲੈਣਾ ਆਉਂਦਾ ਪੰਥ। ਤੁਹਾਨੂੰ ਲੱਗਦਾ ਉਡੀਕ ਕੀਤੀ ਹੈ, ਬਹੁਤ ਉਡੀਕ ਕੀਤੀ ਆ। ਤੁਸੀਂ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਇੰਨੇ ਸਾਲਾਂ 'ਚ ਇਨਸਾਫ ਨਹੀਂ ਮਿਲਿਆ ਔਰ ਹੁਣ ਇਸ ਤਰੀਕੇ ਨਾਲ ਇਨਸਾਫ ਲਿਆ ਕਰਾਂਗੇ? ਬਿਲਕੁਲ ਬਾਈ, ਇਹਦੇ ਗੁਰੂ ਤੇ ਕੋਈ ਸਮਝੌਤਾ ਨਹੀਂ।
ਹਸ਼ਰ ਇਹੀ ਹੋਊਗਾ ਫਿਰ। ਮੈਂ ਇਹਦੇ ਚ ਟੋਕਣਾ ਚਾਹੁੰਦਾ ਤੁਹਾਨੂੰ, ਬਹੁਤ ਸਾਰੇ ਲੋਕ ਜਿਹੜੇ ਕਹਿ ਰਹੇ ਆ ਕਿ ਨਹੀਂ ਮਾਰਨਾ, ਜਿਵੇਂ ਮਿਸਾਲ ਦੇ ਤੌਰ ਤੇ ਅੱਜ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਉਹਨੂੰ ਚਾਹੇ ਪੁਲਿਸ ਨੂੰ ਨਾ ਦਿੰਦੇ, ਆਪਦੀ ਕਸਟਡੀ 'ਚ ਰੱਖ ਲੈਂਦੀ ਟਾਸਕ ਫੋਰਸ, ਪਰ ਉਹਨੂੰ ਪੁੱਛ ਕੇ ਇਹ ਤਾਂ ਪਤਾ ਕਰਦੀ ਕਿ ਪਿੱਛੇ ਕੌਣ ਆ ਉਹਦੇ। ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ। ਜਦੋਂ ਆਪਾਂ 78 ਤੋਂ ਇਹ ਦੇਖਦੇ ਆ ਰਹੇ ਹਾਂ ਵੀ ਜਿਨ੍ਹਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਜਾਂ ਨਿਰਾਦਰ ਕਰਨ ਦੀ ਕੋਸ਼ਿਸ਼ ਵੀ ਕੀਤੀ ਆ, ਉਹਨੂੰ ਸਟੇਟ ਨੇ ਕਿਵੇਂ ਅਕੋਮੋਡੇਟ ਕੀਤਾ। ਇਹਦਾ ਮਤਲਬ ਸਟੇਟ ਵਾਰ-ਵਾਰ ਚੈੱਕ ਕਰਦੀ ਆ ਵੀ ਚੈੱਕ ਕਰੋ ਇਹਨਾਂ 'ਚ ਗੈਰਤ ਹਜੇ ਬਚੀ ਆ, ਇਹਨਾਂ 'ਚ ਉਹ ਕਿਰਦਾਰ ਬਚੇ ਆ ਜਿਨ੍ਹਾਂ 'ਚੋਂ ਅਸੀਂ ਕੱਢਣਾ ਚਾਹੁੰਦੇ ਆ, ਜਾਂ ਜਿਹੜੇ ਕਿਰਦਾਰ ਅਸੀਂ ਆਪਦੇ 'ਚ ਅਸਿਮੀਲੇਟ ਕਰਨਾ ਚਾਹੁੰਦੇ ਆ। ਇਹ ਰਿਐਕਟ ਕਿਵੇਂ ਕਰਦੇ ਆ ਲੋਕ, ਉਹ ਦੇਖੋ ਵੀ ਰਿਐਕਸ਼ਨ ਹੈ ਕਿ ਨਹੀਂ ਹੈ। ਪਰ ਫਿਰ ਪੰਥ ਵਾਰ-ਵਾਰ ਪ੍ਰਤੱਖ ਕਰਾ ਦਿੰਦਾ, ਪ੍ਰਗਟ ਹੋ ਜਾਂਦਾ ਵੀ ਰਿਐਕਸ਼ਨ ਆ ਪਿਆ, ਆਹੀ ਕਿਰਦਾਰ ਤੇ ਸਾਡੇ 'ਚ ਗੈਰਤ ਆ, ਤੁਸੀਂ ਸਾਡੇ ਤੇ ਜਿਹੜੇ ਟੈਗ ਲਾਉਣੇ ਆ ਲਾਈ ਜਾਓ। ਹੁਣ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਮਾਰਨਾ ਨਹੀਂ ਚਾਹੀਦਾ ਸੀ, ਉਹਦੇ ਤੋਂ ਪੁੱਛ-ਗਿੱਛ ਕਰਦੇ, ਆਪਦੇ ਕੋਲੇ ਰੱਖਦੇ। ਮੈਨੂੰ ਇੱਕ ਗੱਲ ਦੱਸੋ, ਤੁਸੀਂ 6 ਸਾਲ ਤੱਕ ਅਸੀਂ ਬਰਗਾੜੀ ਤੋਂ ਲੈ ਕੇ ਹੁਣ ਤੱਕ ਇਹ ਗੱਲ ਸਹੀ, ਇੰਨਾ ਅਟੁੱਟ ਵਿਸ਼ਵਾਸ ਗੁਰੂ 'ਚ ਹੋਣ ਤੋਂ ਤਾਂ ਵੀ ਇਹ ਗੱਲ ਸਹੀ, ਮੋਰਚੇ ਵੀ ਲੱਗੇ ਇਸ ਗੱਲ ਤੇ। ਫਿਰ ਜਿਹੜੇ ਪੋਲੀਟੀਸ਼ੀਅਨਸ ਆ ਉਹ ਸੌਹਾਂ ਖਾ ਕੇ ਸਰਕਾਰਾਂ ਵੀ ਬਣਾ ਚਲੇ ਗਏ, ਪਰ ਕੋਈ ਇਨਸਾਫ ਮਿਲਿਆ ਕਿਸੇ ਨੇ ਕਿਸੇ ਕਲਪਰੇਟ ਨੂੰ। ਇਹਦਾ ਮਤਲਬ ਜਿਹੜੇ ਇਨਵੈਸਟੀਗੇਟਰ ਸੀ, ਜਿਹੜੇ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਅੰਦਰ ਇਨਵੈਸਟੀਗੇਟਰਸ ਆ, ਉਹਨਾਂ ਨੇ ਹਜੇ ਤੱਕ ਇਨਵੈਸਟੀਗੇਸ਼ਨ ਹੀ ਕਰ ਰਹੇ ਆ 6 ਸਾਲਾਂ ਦੇ। ਜੇ ਕਿਸੇ ਦਾ ਮਰਡਰ ਹੋਇਆ ਹੋਵੇ ਬਾਈ, 5 ਦਿਨਾਂ 'ਚ ਅਗਲੇ ਨੂੰ ਚਾਰਜਸ਼ੀਟ ਕਰ ਦਿੰਦੇ ਆ। ਇਹੋ ਜਿਹੇ ਪੁਲਿਸ ਆਫੀਸਰ ਪਏ ਆ, 10 ਦਿਨਾਂ 'ਚ ਚਾਰਜਸ਼ੀਟ ਕਰ ਦਿੰਦੇ ਆ ਇਨਵੈਸਟੀਗੇਸ਼ਨ ਕਰਕੇ। ਪਹੁੰਚ ਪਾ ਰਹੇ ਹੋ ਤੁਹਾਨੂੰ ਲੱਗਦਾ ਕਿਉਂਕਿ ਪਿੱਛੇ ਤੁਸੀਂ ਕਹਿ ਰਹੇ ਹੋ ਸਟੇਟ ਹੈ, ਪਿੱਛੇ ਸ਼ੈ ਜਿਹੜੀ ਆ ਉਹ ਸਟੇਟ ਦੀ ਆ। ਲਾਅ ਐਂਡ ਆਰਡਰ ਜਾਂ ਕਾਨੂੰਨ ਦੇ ਏਡੇ ਵੱਡੇ ਹਾਥੀ ਨਹੀਂ ਵੀ ਉਹ ਸਟੇਟ ਨੂੰ ਕਲਪਰੇਟ ਕਦੇ ਕਹਿ ਸਕੂਗੀ। ਬਾਈ ਜੀ ਗੱਲ ਕੀ ਆ, ਉੱਥੋਂ ਤੱਕ ਪਹੁੰਚ ਹੀ ਨਹੀਂ ਸਕਦੇ। ਲਾਅ ਐਂਡ ਆਰਡਰ ਬਣਾਉਂਦਾ ਕੌਣ ਆ? ਉਹ ਜਿਹੜੇ ਸਾਰੇ ਜਿਹਨੂੰ ਰੂਲ ਆਫ ਲਾਅ ਕਹਿੰਦੇ ਆ ਆਪਾਂ, ਉਹ ਕੌਣ ਬਣਾਉਂਦਾ, ਕੌਣ ਘੜਦਾ? ਕਨਸਟੀਟਿਊਸ਼ਨ ਕੌਣ ਘੜਦਾ? ਅਮੈਂਡਮੈਂਟਸ ਕੌਣ ਕਰਦਾ? ਸਟੇਟ ਹੀ ਕਰਦੀ ਹੈ ਨਾ। ਸੋ ਦੇ ਕੰਟਰੋਲ ਐਵਰੀਥਿੰਗ। ਹੁਣ ਮੈਂ ਇੱਕ ਗੱਲ ਜਿਹੜੀ ਆਪਾਂ ਪੂਰੀ ਕਰ ਲਈਏ, ਜਿਹੜੇ ਬੰਦੇ ਇਹ ਕਹਿੰਦੇ ਆ ਵੀ ਮਾਰਨਾ ਨਹੀਂ ਸੀ, ਇਨਵੈਸਟੀਗੇਟ ਕਰਦੇ, ਵੀ ਸਾਡੇ ਕੋਲੇ ਕੋਈ ਆਪਦੀ ਪੁਲਿਸ ਆ ਕਿ ਸਾਡੇ ਕੋਲੇ ਆਪਦਾ ਕੋਈ ਕੋਰਟ ਆ ਵੀ ਅਸੀਂ ਉਸ ਸਿਸਟਮ ਦੇ ਥਰੂ ਇਹਨੂੰ ਇਨਵੈਸਟੀਗੇਟ ਕਰਾਂਗੇ? ਫਿਰ ਗੱਲ ਦੂਜੇ ਪਾਸੇ ਸ਼ੁਰੂ ਹੋ ਜਾਣੀ ਸੀ ਵੀ ਤੁਸੀਂ ਬੰਦੇ ਨੂੰ ਆਪਦੇ ਕੋਲੇ ਰੱਖੀ ਬੈਠੇ ਹੋ ਤੇ ਤੁਸੀਂ ਰੂਲ ਆਫ ਲਾਅ ਨੂੰ ਨਹੀਂ ਮੰਨਦੇ। ਇਹ ਵੀ ਗੱਲ ਸ਼ੁਰੂ ਹੋ ਜਾਣੀ ਸੀ। ਇਹ ਦੋਨੇ ਪਾਸੇ ਭਜਦੇ ਆ ਜਿਹੜੇ ਇਹੋ ਜਿਹੇ ਬੰਦੇ ਕਹਿੰਦੇ ਆ ਨਾ ਵੀ ਮਾਰਨਾ ਨਹੀਂ ਸੀ, ਮੁੜ ਕੇ ਦੂਜੇ ਪਾਸੇ ਨੂੰ ਭਜਦੇ ਵੀ ਵੇਖੋ ਸਿੱਖਾਂ ਨੇ ਬੰਦਾ ਕਿਡਨੈਪ ਕਰ ਰੱਖਿਆ ਤੇ ਆਪਦੇ ਕੋਲੇ ਰੱਖ ਰੱਖਿਆ। ਇਹ ਜਿਹੜਾ ਲੈਂਡ ਦਾ ਲਾਅ ਆ ਉਹਨੂੰ ਨਹੀਂ ਮੰਨ ਰਹੇ, ਉਹਦੀ ਉਲੰਘਣਾ ਕਰ ਰਹੇ ਆ, ਫਿਰ ਉਧਰ ਨੂੰ ਤੁਰ ਪੈਂਦੇ। ਹੁਣ ਜਿਹੜੀ ਗੱਲ ਅਸੀਂ ਇਹ ਕਰਦੇ ਆ ਵੀ ਠੀਕ ਆ ਅਸੀਂ ਨਹੀਂ ਮਾਰਦੇ, ਅਸੀਂ ਲਿਖ ਕੇ ਦਿੰਨੇ ਆ ਵੀ ਨਹੀਂ ਮਾਰਦੇ, ਸਾਨੂੰ ਇੱਕ ਆਪਦੀ ਪੁਲਿਸ ਰੱਖ ਲੈਣ ਦਿਓ, ਆਪਦਾ ਕੋਰਟ ਬਣਾ ਲੈਣ ਦਿਓ, ਅਸੀਂ ਉਹਨੂੰ ਵਕੀਲ ਵੀ ਪ੍ਰੋਵਾਈਡ ਕਰਿਆ ਕਰਾਂਗੇ, ਫਿਰ ਉਹਨੂੰ ਪੂਰੀ ਉਹਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਆ ਲੀਗਲ, ਉਹਨੂੰ ਮੌਕਾ ਦਿਆ ਕਰਾਂਗੇ ਤੇ ਫਿਰ ਅਸੀਂ ਸਜ਼ਾ ਸੁਣਾ ਦਿਆ ਕਰਾਂਗੇ। ਫਿਰ ਸਾਡੇ ਕੋਲੇ ਕੋਈ ਆਪਦਾ ਸਟਰਕਚਰ ਤਾਂ ਹੋਵੇ ਨਾ। ਜਦੋਂ ਸਾਡੇ ਕੋਲੇ ਕੋਈ ਸਟਰਕਚਰ ਹੀ ਨਹੀਂ ਆ, ਜਿਹੜੇ ਸਟਰਕਚਰ ਤੇ ਅਸੀਂ ਡਿਪੈਂਡ ਕਰਦੇ ਆ, ਉਹ ਸਟਰਕਚਰ ਨੇ ਨਿਆਂ ਨਹੀਂ ਦਿੱਤਾ, ਹੁਣ ਤੁਸੀਂ ਸਾਨੂੰ ਸਮਝਾਓਗੇ ਵੀ ਕੀ ਕਰਨਾ ਸੀ? ਫਿਰ ਇਹੀ ਗੱਲ ਆ ਵੀ ਉੱਥੇ ਚਾਹੇ ਕੋਈ ਅੱਛਾ ਜੰਗਲਾ, ਇਸ ਗੱਲ ਨਾਲ ਫਰਕ ਨਹੀਂ ਪੈਂਦਾ। ਉੱਤੇ ਬੀਜੇਪੀ ਦੀ ਸਰਕਾਰ ਹੈ, ਥੱਲੇ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ, ਦੋ ਓਪੋਜ਼ਿਟ ਪਾਰਟੀਆਂ ਨੇ ਦੋਨੋਂ ਦੇਸ਼ ਦੀਆਂ ਵੱਡੀਆਂ। ਕੀ ਇਸ ਗੱਲ ਨਾਲ ਸਟੇਟ ਕਿਤੇ ਫਰਕ ਨਹੀਂ ਪੈਂਦਾ ਕਿ ਕੌਣ ਪਾਰਟੀ ਰੂਲ ਕਰ ਰਹੀ ਹੈ, ਕੌਣ ਨਹੀਂ ਰੂਲ ਕਰ ਰਹੀ? ਭਾਈ ਇਹ ਗੱਲਾਂ ਜਿਹੜੀਆਂ ਨਾ ਆਮ ਤੌਰ ਤੇ ਲੋਕ ਸਿਰਫ ਇੱਥੋਂ ਤੱਕ ਸੀਮਤ ਉਹਨਾਂ ਦੀ ਮਾਨਸਿਕਤਾ ਕਰ ਰੱਖੀ ਆ ਲੋਕਾਂ ਦੀ। ਲੋਕ ਵੋਟਾਂ ਤੋਂ ਉੱਤੇ ਸੋਚ ਹੀ ਨਹੀਂ ਪਾ ਰਹੇ, ਕਿਸੇ ਕਨਸਪੀਰੇਸੀ ਨੂੰ ਵੀ ਨਹੀਂ ਦੇਖ ਪਾ ਰਹੇ, ਕਿਸੇ ਘਟਨਾ ਦਾ ਸਹੀ ਐਨਾਲਿਸਿਸ ਹੀ ਨਹੀਂ ਕਰ ਪਾ ਰਹੇ ਇਹਦੇ ਉੱਤੇ ਵੀ ਦੇਖੋ ਹੁਣ ਵੋਟਾਂ ਦਾ ਟਾਈਮ ਆ ਗਿਆ ਤੇ ਇਹ ਘਟਨਾ ਵਾਪਰੀ ਆ ਤੇ ਇਹਦਾ ਘਟਨਾ ਦਾ ਸਿੱਧਾ ਸੰਬੰਧ ਵੋਟਾਂ ਨਾਲ ਹੋਊਗਾ ਤੇ ਤੁਸੀਂ ਭੜਕਿਓ ਨਾ। ਹੁਣ ਜਿਹੜਾ ਇੱਕ ਉਹ ਪੰਥ ਆ ਜਾਂ ਕੌਮ ਆ ਜਿਹੜੀ ਕਹਿੰਦੀ ਵੀ ਸਾਨੂੰ ਵੋਟਾਂ ਨਾਲ ਕੋਈ ਮਤਲਬ ਨਹੀਂ, ਤੁਹਾਡੀਆਂ ਵੋਟਾਂ ਆਉਂਦੀਆਂ ਜਾਂਦੀਆਂ ਰਹਿਣ, ਤੁਹਾਡੇ ਕੋਈ ਹੋਰ ਜਿਹੜੇ ਦਿਨ ਆਉਂਦੇ ਜਾਂਦੇ ਰਹਿਣ, ਜਦੋਂ ਗੁਰੂ ਤੇ ਕੋਈ ਗੱਲ ਆਊਗੀ ਅਸੀਂ ਇਹ ਨਹੀਂ ਦੇਖਣਾ ਵੀ ਵੋਟਾਂ ਆਉਂਦੀਆਂ ਕਿ ਨਹੀਂ ਆਉਂਦੀਆਂ, ਕਿ ਹੁਣ ਕੋਈ ਹੋਰ ਗੱਲ ਕਿਤੇ ਵਾਪਰ ਰਹੀ ਆ ਵੀ ਉਹਦੇ ਨਾਲ ਇਹਦਾ ਸੰਬੰਧ ਹੋ ਸਕਦਾ। ਇਹ ਤਾਂ ਬੰਦੇ ਉਹ ਗੱਲਾਂ ਜੋੜਦੇ ਆ ਜਿਨ੍ਹਾਂ ਨੂੰ ਐਕਚੁਅਲੀ, ਜਿਨ੍ਹਾਂ 'ਚ ਨਾ ਉਹ ਵਾਕਈ ਮੰਦਬੁੱਧੀ ਵਾਲੀ ਗੱਲ ਕਰਦੇ ਆ। ਜਦੋਂ ਪ੍ਰੋਪੇਗੈਂਡਾ ਲੈਵਲ ਤੇ ਗੱਲਾਂ ਨੂੰ ਸਮਝਣਾ ਤੇ ਪਰਸਪੈਕਟਿਵ ਲੈਵਲ ਤੇ ਗੱਲਾਂ ਨੂੰ ਨਹੀਂ ਸਮਝਣਾ।
ਤੁਸੀਂ ਇੱਕ ਗੱਲ ਮੈਨੂੰ ਪਰ ਦੱਸੋ, ਇਸ ਪੂਰੇ ਵਿੰਗ ਦਾ ਜਿੰਨੇ ਲੋਕ ਇਹ ਦਲੀਲ ਦੇ ਰਹੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਟੇਟ ਪ੍ਰੋਵੋਕੇਸ਼ਨ ਚਾਹੁੰਦੀ ਸੀ ਔਰ ਤੁਸੀਂ ਉਹਨਾਂ ਦੇ ਉਸ ਏਜੰਡੇ 'ਚ ਫਾਲ ਕਰ ਰਹੇ ਹੋ, ਤੁਸੀਂ ਪ੍ਰਵੋਕ ਹੋ ਰਹੇ ਹੋ। ਇੱਕ ਮਿੰਟ ਮੈਨੂੰ ਇੱਕ ਗੱਲ ਜਿਵੇਂ ਮੈਂ ਦੱਸੋ। ਮਿਸਾਲ ਹਾਂਜੀ। ਦੇਣਾ, ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਹਾਲਾਂਕਿ ਉਹ ਉਸ ਵਿੰਗ ਦੇ ਨਹੀਂ ਗਏ, ਪਰ ਉਹਨਾਂ ਨੇ ਇੱਕ ਗੱਲ ਕੀਤੀ, ਉਹ ਕਹਿੰਦੇ ਕਿ ਇਹ ਕਿਤੇ ਚਾਲ ਤਾਂ ਨਹੀਂ ਕਿ ਦੁਨੀਆ ਭਰ 'ਚ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਹੁਣ ਮੈਂ ਇਹੀ ਜਿਹੜੀ ਗੱਲ ਆ, ਇਹ ਵਾਕਈ ਥੋੜੀ ਬਹੁਤ ਜਦੋਂ ਆਪਾਂ ਗੱਲ ਨੂੰ ਸੁਣਦੇ ਆ ਨਾ, ਤਾਂ ਇਹ ਮੈਨੂੰ ਐਂ ਲੱਗਦਾ ਵੀ ਇਹ ਬੰਦਿਆਂ ਨੂੰ, ਸਾਡੇ ਪੰਥਕ ਬੰਦਿਆਂ ਨੂੰ ਹੀ ਸਮਝ ਆਇਆ ਨਹੀਂ। ਮਤਲਬ ਇਹਨਾਂ ਨੂੰ ਜਿਹੜਾ ਜਾਗ ਲੱਗ ਪਿਆ ਜਾਂ ਇਹਨਾਂ ਦੇ ਸਿਆਣਪ ਦੇ ਖੰਭ ਉੱਗ ਰਿਹਾ ਏ, ਤੇ ਇਹ ਉਸ ਸਿਆਣਪ ਦੇ ਖੰਭਾਂ ਨਾਲ ਹੀ ਉੱਡੇ ਫਿਰਦੇ ਆ। ਇਹਨਾਂ ਨੂੰ ਗੁਰੂ ਦੇ ਸਿਧਾਂਤ ਕੀ ਆ, ਗੁਰੂ ਦੇ ਨਾਲ ਸਾਡਾ ਅਜ਼ਮਤ ਕੀ ਆ ਗੁਰੂ ਲਈ, ਹੈ ਨਾ, ਜਾਂ ਸਾਡੇ ਇਸ਼ਟ ਲਈ ਸਾਡੀ ਅਜ਼ਮਤ ਕੀ ਆ, ਉਹ ਗੱਲ ਦੀ ਸਮਝ ਹੀ ਨਹੀਂ ਰਹਿ ਗਈ। ਇਹ ਕਿਉਂ ਨਹੀਂ ਰਹਿ ਗਈ ਮੈਂ ਤੁਹਾਨੂੰ ਦੱਸਦਾ। ਇਹਦੇ 'ਚ ਗੱਲ ਸਮਝਣ ਵਾਲੀ ਕੋਈ ਬਹੁਤ ਵੱਡੀ ਆ ਵੀ ਚਾਲ ਆ ਪਿੱਛੇ। ਇਹ ਤਾਂ ਸਾਨੂੰ ਪਤਾ ਹੀ ਆ ਨਾ ਚਾਲ ਆ ਪਿੱਛੇ। ਔਰ ਚਾਲ ਇਹ ਆ ਵੀ ਹਰ ਵਾਰੀ ਕੋਈ ਮਾਨਸਿਕ ਬੰਦਾ, ਜਿਹਨੂੰ ਮਾਨਸਿਕ ਰੋਗੀ ਕਹਿੰਦੇ ਆ, ਉਹਨੂੰ ਗੁਰਦੁਆਰਾ ਸਾਹਿਬ ਹੀ ਦੇਖਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇਖਦੇ ਆ। ਚੋਰੀ ਕਰਨ ਵੀ ਉੱਥੇ ਆਉਂਦਾ ਤੇ ਬੇਅਦਬੀ ਕਰਨ ਵੀ ਉੱਥੇ ਆਉਂਦਾ। ਤੁਸੀਂ ਇਹਦਾ ਜਵਾਬ ਤਾਂ ਦਿਓ ਵੀ ਇਹ ਤਾਂ ਉਹ ਗੱਲ ਆ, ਜਿਵੇਂ ਪਹਿਲਾਂ ਆਪਾਂ ਗੱਲ ਇੱਕ ਵਾਰੀ ਮੈਂ ਕੀਤੀ ਸੀ ਵੀ ਇੱਕ ਕੋਈ ਅੰਨਾ ਬੰਦਾ ਤੇ ਉਹ ਐਨ ਤੀਰ ਖਿੱਚ ਕੇ ਛੱਡ ਦਿੰਦਾ ਤੇ ਹਰ ਵਾਰੀ ਨਿਸ਼ਾਨੇ ਤੇ ਲੱਗਦਾ ਜਾ ਕੇ। ਯਾਰ ਇਹ ਤਾਂ ਬੇਤੁਕੀਆਂ ਗੱਲਾਂ, ਇਹਦੇ ਪਿੱਛੇ ਚਾਲ ਤਾਂ ਹੈ ਹੀ ਹੈ ਨਾ। ਇਹੀ ਤਾਂ ਆਪਾਂ ਕਹਿ ਰਹੇ ਹਾਂ ਵੀ ਇਹ ਸਟੇਟ ਸਪਾਂਸਰਡ ਪ੍ਰੋਜੈਕਟ ਆ। ਉਹ ਕਿਉਂ ਆ? ਕਿਉਂਕਿ ਤੁਹਾਨੂੰ ਤੁਹਾਡੇ ਜਿਹੜੇ ਰਿਐਕਸ਼ਨ ਪੁਆਇੰਟਸ ਆ ਨਾ, ਕਾਊਂਟਰ ਰਿਐਕਸ਼ਨ ਕਿੱਥੇ ਹੋਊਗਾ? ਸਾਡੇ ਗੁਰੂ ਤੇ ਜਦੋਂ ਕੋਈ ਗੱਲ ਆਊਗੀ ਉੱਥੇ ਕੋਈ ਸਮਝੌਤਾ ਨਹੀਂ। ਇਹ ਸਿੱਖ ਸਿਧਾਂਤ 'ਚ ਸਾਰਾ ਪੰਜਾਬ ਤੇ ਸਾਰੀ ਕੌਮ, ਈਵਨ ਕਿ ਜਦੋਂ ਵੀ ਹੁਣ ਇਹ ਘਟਨਾ ਵਾਪਰਿਆ ਕਰੂਗੀ ਤਾਂ ਬੰਦਾ ਮਾਰ ਦਿੱਤਾ ਜਾਇਆ ਕਰੂ। ਬਾਈ ਜੀ ਗੱਲ ਇਹ ਆ, ਜਿਹੜਾ ਕੋਈ ਬੇਅਦਬੀ ਆ ਕੇ ਕਰਨ ਦੀ ਕੋਸ਼ਿਸ਼ ਕਰੂਗਾ ਉਹਦਾ ਹਸ਼ਰ ਇਹੀ ਹੋਊਗਾ। ਜੇ ਨਹੀਂ ਹੋਣਾ ਪਰ ਕੀ ਇਹਦੇ ਨਾਲ ਬੇਅਦਬੀਆਂ ਰੁਕਣਗੀਆਂ? ਇੱਕ ਮਿੰਟ, ਬਿਲਕੁਲ ਖੌਫ ਹੋਰ ਫਿਰ ਸਾਈਕੋਸਿਸ ਕੀ ਹੁੰਦਾ? ਸਟੇਟ ਕਿਹਦੇ ਤੇ ਖੜੀ ਆ? ਸਟੇਟ ਅੱਜ ਤੁਸੀਂ ਕਹੋ ਵੀ ਮੈਂ ਪੁੱਠੀ ਗੱਡੀ ਚਲਾਉਣੀ ਆ, ਰੋਡ ਤੇ ਚਲਾ ਲਓਗੇ? ਫੀਅਰ ਆ ਨਾ ਤੁਹਾਡੇ ਮਨ 'ਚ ਵੀ ਨਹੀਂ ਯਾਰ ਮੈਨੂੰ ਚੱਕ ਕੇ ਮੁੜ ਕੇ ਜੇਲ੍ਹ 'ਚ ਪਾ ਦੇਣਾ, ਜਾਂ ਮੈਂ 10 ਬੰਦਿਆਂ ਨੂੰ ਜਾ ਕੇ ਕੁੱਟਿਆ ਵਾਂ, ਕੁੱਟ ਲਓਗੇ? ਫੀਅਰ ਹੀ ਹੈ ਨਾ। ਸੋ ਸਭ ਤੋਂ ਜ਼ਿਆਦਾ ਫੀਅਰ ਤਾਂ ਸਟੇਟ ਤੁਹਾਡੇ ਤੇ ਕ੍ਰੀਏਟ ਕਰਦੀ ਆ। ਸੋ ਹੁਣ ਜੇ ਸਾਡੇ ਕੋਲੇ ਮੈਂ ਜਿਵੇਂ ਕਿ ਪ੍ਰੈਸ਼ਰਾਈਜ਼ ਕਿਵੇਂ ਹੋਊ? ਮੈਂ ਤੁਹਾਨੂੰ ਉਹੀ ਗੱਲ ਦੱਸਦਾ, ਜਦੋਂ ਪ੍ਰੈਸ਼ਰਾਈਜ਼ ਕੀ ਆ, ਫੀਅਰ ਸਾਈਕੋਸਿਸ ਜੇ ਅਸੀਂ ਇਹਦੇ ਸਾਨੂੰ ਕਰਨਾ ਪੈ ਰਿਹਾ, ਇਹਦੀ ਜ਼ਿੰਮੇਵਾਰ ਵੀ ਸਟੇਟ ਆ। 6 ਸਾਲਾਂ ਤੋਂ ਲਗਾਤਾਰ ਇਹ ਘਟਨਾਵਾਂ ਵਾਪਰ ਰਹੀਆਂ, ਕੋਈ ਇਨਸਾਫ ਨਹੀਂ, ਕੋਈ ਜੜ ਤੱਕ ਨਹੀਂ ਪਹੁੰਚਿਆ। ਹੁਣ ਤੁਹਾਨੂੰ ਲੱਗਦਾ ਉਹ ਇਨਵੈਸਟੀਗੇਟਰਸ ਕੋਲੇ ਜਿਹੜੇ ਬੰਦੇ ਕੋਈ ਵੀ ਕੇਸ ਰਿਜ਼ੋਲਵ ਕਰ ਦਿੰਦੇ ਆ, ਉਹਨਾਂ ਕੋਲੇ ਇਹ ਅਬਿਲਿਟੀ ਨਹੀਂ ਆ? ਉਹਨਾਂ ਕੋਲੇ ਸਾਰੀ ਅਬਿਲਿਟੀ ਆ, ਪਰ ਪਹੁੰਚਣਾ ਨਹੀਂ ਚਾਹੁੰਦੇ। ਇਹਦੇ ਪਿੱਛੇ ਕਨਸਪੀਰੇਸੀ ਹੈ ਨਾ, ਇਹ ਤਾਂ ਸਭ ਨੂੰ ਪਤਾ। ਹੁਣ ਮੈਂ ਇੱਕ ਗੱਲ ਤੁਹਾਨੂੰ ਪੁੱਛਾਂ ਵੀ ਅੱਜ ਪ੍ਰਾਈਮ ਮਿਨਿਸਟਰ ਆ ਇੰਡੀਆ ਦਾ, ਪ੍ਰਾਈਮ ਮਿਨਿਸਟਰ ਦੀ ਕੋਈ ਕੰਧ ਟੱਪ ਕੇ ਆਉਣ ਲੱਗੇ, ਕੀ ਕਰੋਗੇ ਤੁਸੀਂ? ਉਹਨੂੰ ਫੜ ਕੇ ਇਨਵੈਸਟੀਗੇਟ ਕਰਦੇ ਆ ਉਹਨੂੰ? ਜਾਂ ਇਹ ਕਹਿਣਗੇ ਵੀ ਨਹੀਂ ਪ੍ਰਾਈਮ ਮਿਨਿਸਟਰ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਇਆ ਸੀ ਉਹਨੇ, ਨੁਕਸਾਨ ਪਹੁੰਚਾ ਲੈਣ ਦਿੰਦੇ, ਫੇਰ ਕੁਝ ਕਰਦੇ ਤੁਸੀਂ? ਅਗਲੇ ਦੇ ਬੱਖੀ 'ਚ ਗੋਲੀ ਮਾਰਨਗੇ, ਉਹ ਮਾਰਨਗੇ ਕਿ ਨਹੀਂ ਮਾਰਨਗੇ? ਸੋ ਫਿਰ ਇੱਥੇ ਅਸੀਂ ਵੇਟ ਕਰੀਏ ਵੀ ਅਸੀਂ ਗੁਰੂ ਨੂੰ ਪਿਆਰ ਆਪਦਾ ਜਾਂ ਉਹਨਾਂ ਦੀ ਅਜ਼ਮਤ ਜਿਹੜੀ ਆ ਗੁਰੂ ਪ੍ਰਤੀ, ਉਹ ਵੀ ਤੁਸੀਂ ਡਿਫਾਈਨ ਕਰੋਗੇ ਹੁਣ ਵੀ ਅਸੀਂ ਕਿਵੇਂ ਗੁਰੂ ਪ੍ਰਤੀ ਆਪਦਾ ਪਿਆਰ ਜਤਾਈਏ ਜਾਂ ਆਪਦੀ ਅਜ਼ਮਤ ਜਤਾਈਏ? ਨਹੀਂ, ਉਹ ਤਾਂ ਸਾਡੇ ਬੰਦਿਆਂ ਨੂੰ ਡਿਫਾਈਨ ਕਰ ਲੈਣ ਦਿਓ ਤੇ ਸਾਡੇ ਬੰਦਿਆਂ ਨੂੰ ਸਮਝ ਉਹਦੀ ਹੈਗੀ ਆ, ਪੰਥ ਨੂੰ ਸਮਝ ਆ ਇਸ ਗੱਲ ਦੀ। ਔਰ ਇਹ ਗੱਲ ਇਕੱਲੇ ਸਿੱਖ ਪੰਥ ਦੀ ਨਹੀਂ ਹੋ ਰਹੀ। ਕੱਲ ਨੂੰ ਜੇ ਕੋਈ ਸਿੱਖ ਵੀ ਕਿਸੇ ਸਥਾਨ ਤੇ ਜਾ ਕੇ, ਹਿੰਦੂ ਦੇ ਸਥਾਨ ਤੇ ਜਾ ਕੇ, ਮੰਦਰਾਂ 'ਚ ਜਾ ਕੇ ਇਹੋ ਜਿਹੀ ਕੋਈ ਗੱਲ ਕਰਦਾ, ਉਹਦੇ ਵੀ ਵਿਰੋਧ ਆ ਅਸੀਂ, ਇਕੁਅਲੀ ਸੈਂਸਿਟਿਵ ਆ। ਕਿਸੇ ਵੀ ਮਾਰ ਦੇਣਾ ਚਾਹੀਦਾ ਬਾਈ ਜੀ, ਕਿਸੇ ਵੀ ਧਰਮ ਦੇ ਸਥਾਨ ਤੇ, ਉਹਦੇ ਵਿਸ਼ਵਾਸ ਤੇ, ਉਹਦੀ ਅਜ਼ਮਤ ਤੇ ਜੇ ਜਾ ਕੇ ਸੱਟ ਮਾਰੋਗੇ ਤੇ ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲੂਗਾ, ਕੀ ਕਰਨਗੇ ਅਗਲੇ? ਇਹ ਤਾਂ ਨਹੀਂ ਵੀ ਅਸੀਂ ਕਿਸੇ ਨੂੰ ਮਾਰਨ ਗਏ ਆ, ਕੋਈ ਸਾਡੇ ਕੋਲੇ ਆਇਆ ਅਟੈਕ ਕਰ ਰਿਹਾ। ਇਸ ਹਿਸਾਬ ਨਾਲ ਬਾਬਰੀ ਮਸਜਿਦ 2.5 ਤੇ 93 ਚ ਬਲਾਸਟ ਕਰ ਦਿੰਦੇ ਆ, ਫਿਰ ਤਾਂ ਉਹ ਵੀ ਜਸਟੀਫਾਈਡ ਹੈ। ਬਾਈ ਜੀ ਇੱਕ ਮਿੰਟ, ਤੁਸੀਂ ਦੇਖੋ, ਡੋਂਟ ਕੰਪੇਅਰ ਐਪਲਸ ਟੂ ਗ੍ਰੇਪਸ, ਇਟ ਕੈਨੋਟ ਬੀ ਕੰਪੇਅਰਡ। ਉਹ ਡਿਫਰੈਂਟ ਆ, ਉਹ ਡਿਫਰੈਂਟ ਆ। ਹੁਣ ਜਿਹੜੀ ਬਾਬਰੀ ਮਸਜਿਦ ਢਾਉਣ ਵਾਲੀ ਗੱਲ ਸੀ, ਜੇ ਆਪਾਂ ਉਹਦੇ ਤੇ ਥੋੜੀ ਜਿਹੀ ਵੀ ਗੱਲ ਲੈ ਕੇ ਜਾਂਦੇ ਆ ਵੀ ਉਹ ਇੱਕ ਪਲੈਨਡ ਸੀ ਸਾਰੀ ਗੱਲ,
ਇਹ ਤਾਂ ਗੱਲ ਸਾਹਮਣੇ ਆ ਗਈ ਨਾ। ਅੱਛਾ, ਬਾਬਰੀ ਮਸਜਿਦ 'ਚ ਜਦੋਂ ਬੰਦਿਆਂ ਨੂੰ ਇਕੁਇਟਲ ਦਿੱਤਾ ਗਿਆ, ਜਿਹੜੇ ਉਹਦੇ 'ਚ ਇਨਵੋਲਵਡ ਸੀ, ਸਾਰੇ ਦੇਸ਼ 'ਚ ਇਹ ਗੱਲ ਗਈ ਵੀ ਇਨਫਲੂਐਂਸਡ ਆ ਇਹ ਤਾਂ ਜਿਹੜੀ ਜੱਜਮੈਂਟ ਆ ਸੁਪਰੀਮ ਕੋਰਟ ਦੀ, ਗਈ ਕਿ ਨਹੀਂ ਗਈ। ਉਹਦੇ ਪਿੱਛੇ ਇੱਕ ਕਨਸਪੀਰੇਸੀ ਪਈ ਸੀ ਔਰ ਅਡਵਾਨੀ ਨੇ ਆਪ ਮੰਨਿਆ ਵੀ ਜੇ ਅਸੀਂ ਇਹ ਕੰਮ ਨਾ ਕਰਦੇ ਤਾਂ ਅਸੀਂ ਕਦੇ ਵੀ ਪਾਵਰ 'ਚ ਨਹੀਂ ਆ ਸਕਦੇ ਸੀ। ਹੁਣ ਇੱਥੇ ਕਿਸੇ ਪਾਵਰ ਲੈਣ ਦੀ ਗੱਲ ਹੋ ਰਹੀ ਹੈ। ਇਹੀ ਮੇਰਾ ਸਵਾਲ ਸੀ। ਮੈਂ ਬਿਲਕੁਲ ਰਾਈਟ, ਤੁਸੀਂ ਉਸ ਗੱਲ ਤੇ ਆਏ ਹੋ। ਅੱਜ ਪੰਜਾਬ ਦਾ ਬੱਚਾ ਇਹ ਗੱਲ ਕਰ ਰਿਹਾ ਕਿ ਜੋ ਕੁਝ ਹੋ ਰਿਹਾ ਸਿਰਫ ਚੋਣਾਂ 'ਚ, 17 'ਚ ਬੇਅਦਬੀ ਹੁੰਦੀ ਹੈ, ਚੋਣਾਂ ਸੀ, ਹੁਣ ਫਿਰ ਬੇਅਦਬੀ ਦੀ ਘਟਨਾ ਨੇੜੇ ਜਾ ਕੇ, ਵੱਡੀ ਘਟਨਾ ਦਰਬਾਰ ਸਾਹਿਬ ਕੋਈ ਵੜ ਜੇ, ਇਸ ਤੋਂ ਵੱਡਾ ਕੀ ਹੋ ਸਕਦਾ ਹੈ, ਉਹ ਫਿਰ ਚੋਣਾਂ ਦੇ ਨੇੜੇ ਹੈ। ਹਾਂਜੀ, ਕਿ ਪੋਲੀਟੀਕਲ ਕਲਾਸ ਇਹਦੇ ਪਿੱਛੇ ਜ਼ਿੰਮੇਦਾਰ ਹੈ। ਤੁਸੀਂ ਸਟੇਟ ਦੀ ਗੱਲ ਕਰਦੇ ਹੋ, ਪਰ ਆਮ ਪੰਜਾਬ ਦੇ ਬੱਚੇ ਦੇ ਜ਼ਬਾਨ ਤੇ ਪਾਰਟੀਆਂ ਦਾ ਨਾਮ ਹੈ ਕਿ ਫਲਾਨੀ ਪਾਰਟੀ ਨੇ ਕਰਾਇਆ, ਫਲਾਨੀ ਪਾਰਟੀ ਨੇ। ਇਹ ਬਾਈ, ਇਹੀ ਤਾਂ ਸਾਡੀ ਜਿਹੜੀ ਇੱਕ ਮਾਨਸਿਕਤਾ ਦੇ ਵਿੱਚੋਂ ਗੱਲਾਂ ਨਿਕਲ ਨਹੀਂ ਰਹੀਆਂ ਨਾ। ਸਾਡੇ ਪ੍ਰੋਪੇਗੈਂਡਾ ਇੰਨਾ ਜ਼ਿਆਦਾ ਹਾਵੀ ਹੋ ਗਿਆ। ਤਾਂ ਤੁਸੀਂ ਇਹ ਕਹਿ ਰਹੇ ਹੋ ਪੋਲਿਟਿਕਸ ਨਹੀਂ ਹੈ ਇਹਦੇ ਵਿੱਚ, ਸਿਆਸੀ ਪਾਰਟੀਆਂ ਨਹੀਂ ਹੈ, ਸਟੇਟ ਹੈ। ਮੈਂ ਕਹਿੰਦਾ ਸਟੇਟ ਵੀ ਤਾਂ ਪੋਲਿਟਿਕਸ ਤੇ ਹੀ ਚੱਲਦੀ ਹੈ ਨਾ। ਸਟੇਟ ਪੋਲਿਟਿਕਸ ਦਾ ਇਨਸਟਰੂਮੈਂਟ ਹੈ ਜਾਂ ਪੋਲਿਟਿਕਸ ਸਟੇਟ ਦਾ ਇਨਸਟਰੂਮੈਂਟ ਹੈ? ਪੋਲਿਟਿਕਸ ਸਟੇਟ ਦਾ ਇਨਸਟਰੂਮੈਂਟ ਹੈ। ਸਟੇਟ ਵੀ ਪੋਲਿਟਿਕਸ, ਦੇਖੋ, it's both ways. It goes hand in hand. Instrument ਜਿਹੜਾ ਸਟੇਟ ਆ ਉਹਦਾ ਕੀ ਆ, ਉਹਦੀ ਜਿਹੜੀ ਕ੍ਰੀਏਟ ਕੀਤੀ ਹੋਈ ਪੋਲਿਟਿਕਸ ਆ ਇੱਥੇ, ਉਹਦਾ ਇੰਸਟਰੂਮੈਂਟ ਬਣਦਾ ਨਾ। ਹੁਣ ਸਟੇਟ ਇੱਕ ਪੋਲਿਟਿਕਸ ਦਾ ਪ੍ਰੋਡਕਟ ਆ। ਕਿਹੜੀ ਪੋਲਿਟਿਕਸ ਦਾ? ਵਰਲਡ ਪੋਲਿਟਿਕਸ ਦਾ। ਨੇਸ਼ਨ ਸਟੇਟ ਇੱਕ ਐਸਟੈਬਲਿਸ਼ ਹੋਈ ਆ ਤਾਂ ਇੱਕ ਵਰਲਡ ਪੋਲਿਟਿਕਸ ਜੋ ਚੱਲ ਰਹੀ ਆ, ਜੋ ਡੋਮੀਨੇਟ ਕਰ ਰਹੀ ਆ, ਉਹਦਾ ਪ੍ਰੋਡਕਟ ਆ। ਇਹ ਗੱਲਾਂ ਹੀ ਨਹੀਂ ਸਮਝ ਆਉਣੀਆਂ ਜਿਹੜੀਆਂ ਆਪਾਂ ਕਰਨ ਲੱਗ ਗਏ। ਇਹ ਗੱਲਾਂ ਇੱਥੋਂ ਤੱਕ ਇੰਟੈਲੈਕਚੁਅਲ ਕੈਲੀਬਰ ਹੀ ਨਹੀਂ ਗਿਆ। ਇੰਟੈਲੈਕਚੁਅਲ ਕੈਲੀਬਰ ਕਿੱਥੋਂ ਤੱਕ ਖੜਾ ਪੰਜਾਬ 'ਚ? ਉਹ ਇੱਥੋਂ ਤੱਕ ਖੜਾ ਵੀ ਜੀ ਕਿਸਾਨੀ ਅੰਦੋਲਨ 'ਚ ਆਗੂਆਂ ਨੂੰ ਸਵਾਲ ਕਰ ਲੈਂਦੇ ਸੀ ਤਾਂ ਉਹ ਕਹਿੰਦੇ ਸੀ RSS BJP। ਇਸ ਸਾਰੇ ਅੰਦੋਲਨ 'ਚ 2 ਸਾਲਾਂ 'ਚ ਮੇਰੇ ਤੇ ਇਹ ਟੈਗ ਲੱਗਦੇ ਰਹੇ ਤੇ ਪ੍ਰੋਪੇਗੈਂਡਾ ਚਲਾਉਂਦੇ ਰਹੇ ਤੇ ਇਹਨਾਂ ਦੇ ਜਿਹੜੇ ਆ ਲੇਖ ਲਿਖਣ ਵਾਲੇ ਬੈਠੇ ਆ ਲੈਫਟ ਦੇ ਸਾਰੇ ਬੰਦੇ, ਇਹ ਲੇਖ ਵੀ ਲਿਖਦੇ ਰਹੇ ਬੈਠ ਕੇ ਆਪਦੇ ਡਰਾਇੰਗ ਰੂਮਾਂ 'ਚ, ਹਨਾ। ਇਸੇ ਤਰ੍ਹਾਂ ਜਦੋਂ ਕਿਤੇ ਬੇਅਦਬੀ ਦੀ ਘਟਨਾ ਵਾਪਰਦੀ ਆ, ਸਰਸੇ ਵਾਲੇ ਨੇ ਕਰਾਇਆ। ਤੁਸੀਂ ਵੇਖੋ, ਇਹਦੇ ਇਦੋਂ ਵੱਡਾ ਐਨਾਲਾਈਜ਼ ਕਰਨ ਦੀ ਸਮਰੱਥਾ ਹੀ ਖਤਮ ਹੋ ਗਈ ਵੀ ਗੱਲਾਂ ਨੂੰ ਅਸੀਂ ਐਨਾਲਾਈਜ਼ ਕਰੀਏ, ਪਰਸਪੈਕਟਿਵ ਲੈਵਲ ਤੇ ਗੱਲਾਂ ਨੂੰ ਸਮਝੀਏ, ਪ੍ਰੋਪੇਗੈਂਡਾ ਲੈਵਲ ਤੇ ਨਹੀਂ। ਜਦੋਂ ਇਹ ਮੀਡੀਆ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਆ। ਕਿਉਂ ਰਿਸਪੌਂਸਿਬਿਲਟੀ ਆ? ਜੇ ਅੱਜ ਮੀਡੀਆ ਇਸ ਗੱਲ ਨੂੰ ਪ੍ਰੈਜ਼ੈਂਟ ਨਹੀਂ ਕਰੂਗਾ ਤੇ ਸਟੇਟ ਲਈ ਥੋੜਾ ਜਿਹਾ ਆਪਦਾ ਸੌਫਟ ਕਾਰਨਰ ਰੱਖ ਕੇ ਚੱਲੂਗਾ ਜਾਂ ਉਹਨਾਂ ਦੇ ਇੱਕ ਅੰਬਰੇਲਾ ਦੇ ਅੰਡਰ ਹੀ ਆਪਰੇਟ ਕਰੂਗਾ ਤੇ ਤੁਸੀਂ ਤਾਂ ਬਾਇਸਡ ਹੋ ਨਾ ਫਿਰ। ਔਰ ਮੀਡੀਆ ਕੈਨੋਟ ਬੀ ਬਾਇਸਡ। ਮੀਡੀਆ ਨੂੰ ਤਾਂ ਨਿਊਟਰਲ ਹੋਣਾ ਪਊਗਾ। ਫਿਰ ਉਹ ਲੜੂਗਾ ਕਿਵੇਂ? ਆਮ ਬੰਦਾ ਕਿਵੇਂ ਲੜੂਗਾ? ਸਟੇਟ ਦੀ ਪਾਲਿਸੀ ਨੂੰ ਜੇ ਸਮਝ ਵੀ ਜਾਂਦਾ ਹੈ ਤਾਂ ਉਹਦੇ ਖਿਲਾਫ ਲਾਮਬੰਦੀ ਕੌਣ ਕਰੂਗਾ? ਇਹ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਦੋਂ ਪਰਸਪੈਕਟਿਵ ਲੈਵਲ ਤੇ ਗੱਲਾਂ ਨੂੰ ਤੁਸੀਂ ਸਮਝਿਆ ਨਾ, ਤੁਸੀਂ ਜਾਂ ਲੋਕਾਂ ਨੇ, ਪ੍ਰੋਪੇਗੈਂਡਾ ਲੈਵਲ ਤੇ ਨਹੀਂ ਉਹ ਲੜਾਈ ਲੜ ਸਕਦੇ। ਇਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ। ਹੁਣ ਲੜੂਗਾ ਕਿਵੇਂ? ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਪੰਜਾਬ ਤੋਂ, ਕਿਸਾਨਾਂ ਨੇ ਮੋਰਚੇ ਲਾਏ, ਪੂਰਾ ਪ੍ਰੋਪੇਗੈਂਡਾ ਚਲਾਇਆ ਵੀ ਮੋਦੀ ਜ਼ਮੀਨਾਂ ਖੋਈ ਜਾਂਦਾ ਸਾਡੀਆਂ ਤੇ ਸਾਡੀ MSP ਨਹੀਂ ਰਹਿਣੀ। ਇਹੀ ਪ੍ਰੋਪੇਗੈਂਡਾ ਹੋਇਆ ਨਾ ਪਹਿਲਾਂ। ਸ਼ੰਭੂ ਮੋਰਚਾ ਲੱਗਿਆ, ਆਪਾਂ ਕਹੀ ਗਏ ਵੀ ਤੁਹਾਡੇ ਨਾਲ ਆ, ਪਰ ਅਸੀਂ ਪਰਸਪੈਕਟਿਵ ਲੈ ਕੇ ਜਾ ਰਹੇ ਹਾਂ ਵੀ ਇਹ ਜਿਹੜੀ ਗੱਲ ਪ੍ਰੋਬਲਮ ਸਾਡੇ ਸਾਹਮਣੇ ਆਈ ਆ, 3 ਕਾਨੂੰਨ ਬਣੇ ਆ, ਇਹ ਸਾਡੇ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ। ਸਾਡੇ ਅਧਿਕਾਰਾਂ ਤੇ ਡਾਕਾ ਮਾਰ ਕੇ ਉਹਨਾਂ ਨੇ ਕਾਨੂੰਨ ਬਣਾਏ ਆ। ਸਟੇਟ ਦਾ ਅਧਿਕਾਰ ਆ ਐਗਰੀਕਲਚਰ, ਉਹਦੇ ਤੇ ਡਾਕਾ ਮਾਰ ਕੇ ਕਾਨੂੰਨ ਬਣਾਤੇ ਤੇ ਇਹ ਮਸਲਾ ਵੱਧ ਅਧਿਕਾਰਾਂ ਨਾਲ ਜੁੜਿਆ ਹੋਇਆ। ਪਰਸਪੈਕਟਿਵ ਲੈ ਕੇ ਗਏ, ਇੱਕ ਪ੍ਰੋਪੇਗੈਂਡਾ ਤੇ ਇੱਕ ਪਰਸਪੈਕਟਿਵ। ਸਾਨੂੰ ਪਰਸਪੈਕਟਿਵ ਲਿਜਾ ਕੇ ਤੇ ਕਿੱਡੀ ਵੱਡੀ ਲਾਮਬੰਦੀ ਕਰ ਲਈ ਅਸੀਂ, ਕਿਉਂਕਿ ਜਦੋਂ ਲੋਕਾਂ ਨੂੰ ਪਰਸਪੈਕਟਿਵ ਸਮਝ ਆਉਂਦਾ ਨਾ, ਫਿਰ ਉਹ ਸਭ ਕੁਝ ਆਪਦਾ ਸਿਰਜਦੇ ਆ। ਫਿਰ ਉਹ ਧਰਤੀ ਵੀ ਆਪਦੀ ਸਿਰਜਦੇ ਆ ਤੇ ਅਸਮਾਨ ਵੀ ਆਪਦਾ ਸਿਰਜਦੇ ਆ। ਜਦੋਂ ਪ੍ਰੋਪੇਗੈਂਡਾ ਤੇ ਸੰਘਰਸ਼ ਖੜਾ ਹੋਊਗਾ, ਉਹ ਲੰਬਾ ਸਮਾਂ ਨਹੀਂ ਉੱਥੇ ਸਸਟੇਨ ਕਰ ਸਕਦਾ। ਸੋ ਇਸ ਕਰਕੇ ਹੁਣ ਲੜੂ ਕੌਣ? ਜੇ ਲੋਕ ਪਰਸਪੈਕਟਿਵ ਲੈਵਲ ਤੇ ਜਾ ਕੇ ਗੱਲਾਂ ਸਮਝਣਗੇ ਨਾ ਵੀ ਜੜ ਕਿੱਥੇ ਪਈ ਆ, ਫਿਰ ਤੁਸੀਂ ਵੇਖਿਓ ਕੀ ਗੱਲ ਵਾਪਰਦੀ ਆ। ਸੋ ਲੜੂ ਕੌਣ ਵਾਲਾ ਜਿਹੜਾ ਕੁਐਸਚਨ ਆ ਨਾ, ਇਹ ਜਿਹੜੀ ਸਾਰੇ ਕਹਿੰਦੇ ਆ ਨਾ ਵੀ ਲੋਕ ਡੈਮੋਕ੍ਰੇਸੀ 'ਚ ਇੱਕ ਲੋਕ ਸ਼ਕਤੀ ਹੁੰਦੀ ਆ, ਹਨਾ। ਕਿਸਾਨੀ ਸੰਘਰਸ਼ 'ਚ ਅਸੀਂ ਦੇਖਿਆ ਵੀ ਲੋਕਾਂ ਨੇ ਪਹਿਰਾ ਦਿੱਤਾ। ਵਾਕਈ ਇਸ ਗੱਲ ਤੇ ਲੋਕਾਂ ਨੇ ਪਹਿਰਾ ਦਿੱਤਾ। ਲੀਡਰਸ਼ਿਪ ਦੀ ਨਹੀਂ ਮੈਂ ਗੱਲ ਕਰਦਾ, ਲੀਡਰਸ਼ਿਪ ਨੇ ਤਾਂ ਚਿੱਠੀਆਂ ਲਿਖੀਆਂ, ਐਂਡ 'ਚ ਸਾਰਿਆਂ ਦੇ ਸਾਹਮਣੇ ਆ ਗਈਆਂ। ਉਹ
ਪਬਲਿਕ ਹੋ ਗਈ। ਡੱਲੇਵਾਲ ਸਾਹਿਬ ਨੇ ਵੀ ਗੱਲ ਪਬਲਿਕ ਕਰਤੀ ਵੀ ਇਹ ਤਾਂ ਘੱਟ ਤੇ ਮੰਨਣ ਨੂੰ ਤਿਆਰ ਸੀ, ਪਰ ਨਾਲ ਦੀ ਨਾਲ ਕੁਝ ਐਕਸਟਰਨਲ ਇੰਟਰਨਲ ਫੈਕਟਰਸ ਜੁੜੇ ਨਾਲ ਤਾਂ ਸਾਡੇ ਨਸੀਬ ਇਹ ਜਿੱਤ ਹੋਈ। ਇਹ ਜਿੱਤ ਕੱਲੀ ਇਹ ਕਹਿ ਦਈਏ ਵੀ ਸਾਡੀ ਲੀਡਰਸ਼ਿਪ ਨੇ ਦਵਾਈ ਤਾਂ ਫਿਰ ਦੀਪ ਸਿੱਧੂ ਇੱਕ ਵੱਖਰੀ ਗੱਲ ਕਰੂਗਾ, ਟਾਈਡ ਆ ਜਿਹੜੀ ਉਹਦੇ ਅਗੇਂਸਟ ਸਵਿਮ ਕਰੂਗਾ, ਪਰ ਉਹ ਗੱਲਾਂ ਨੂੰ ਫਿਰ ਇਹੀ ਗੱਲ ਕਹਿ ਦੇਣਗੇ ਵੀ ਇਹ ਵਿਰੋਧ ਚੋਂ ਕਹਿ ਰਿਹਾ। ਇਹ ਕੋਈ ਵਿਰੋਧ ਚੋਂ ਕਹੀ ਹੋਈ ਗੱਲ ਨਹੀਂ ਆ, ਇਹ ਬੜੇ ਸੰਜਮ ਚੋਂ ਅੰਦੋਲਨ ਜਿੱਤਣ ਤੋਂ ਬਾਅਦ ਇਹ ਚਰਚਾਵਾਂ ਹੋਈਆਂ ਕਿ ਸਟੇਟ ਹੁਣ ਆਪਣਾ ਸਿੱਖਾਂ ਦੇ ਪ੍ਰਤੀ ਔਰ ਪੰਜਾਬ ਦੇ ਪ੍ਰਤੀ ਰਵੱਈਆ ਬਦਲ ਰਹੀ ਹੈ, ਬਹੁਤ ਸੌਫਟ ਹੋ ਰਹੀ ਹੈ। ਤੁਸੀਂ ਵੀ ਇੱਕ ਵਾਰ ਗੱਲ ਕੀਤੀ ਕਿ ਸਟੇਟ ਹੁਣ ਬਦਲ ਰਹੀ ਹੈ, ਅਪੀਜ਼ਮੈਂਟ ਪ੍ਰੋਸੈਸ ਜੇ ਉਹ ਬਦਲ ਰਹੀ ਹੈ ਤਾਂ ਫਿਰ ਉਹ ਬੇਅਦਬੀਆਂ ਦੇ ਵੱਲ ਕਿਉਂ ਆ ਰਹੀ ਹੈ? ਇਹੀ ਮੈਂ ਤੁਹਾਨੂੰ ਦੱਸਦਾ, ਜਦੋਂ ਕਿਸੇ ਨੂੰ ਅਪੀਜ਼ ਕਰਨਾ ਹੈ ਨਾ, ਬੜੀ ਪਲੀਜ਼ਿੰਗ ਸਾਡਾ ਡਿਸਕੋਰਸ ਚੱਲੂਗਾ। ਫਿਰ ਦੇਖੋ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਕਿੰਨਾ ਉਹਨੇ ਜ਼ੋਰ ਫੜਿਆ ਹੋਇਆ, ਨੈਰੇਟਿਵ ਸਾਰੇ ਪਾਸੇ ਆ। ਅੱਜ ਸਟੇਟ ਉਹਨਾਂ ਨੂੰ ਛੱਡਣ ਨੂੰ ਵੀ ਤਿਆਰ ਆ, ਕੁਝ ਛੱਡ ਵੀ ਦਿੱਤੇ। ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਥੇਦਾਰ ਹਵਾਰਾ ਨੂੰ ਵੀ ਛੱਡ ਦੇਣ ਅਪੀਜ਼ ਕਰਨ ਵਾਸਤੇ ਇਸ ਕਮਿਊਨਿਟੀ ਨੂੰ। ਹੋ ਸਕਦਾ ਸਾਡੇ ਪਾਣੀਆਂ ਦੇ ਮਸਲੇ ਤੇ ਵੀ ਗੱਲ ਸੁਣਨ ਨੂੰ ਤਿਆਰ ਹੋ ਜਾਣ। ਸਾਡੇ ਕੋਲੇ ਕਰਤਾਰਪੁਰ ਸਾਹਿਬ ਦਾ ਲਾਂਘਾ ਜ਼ੋਰ ਲਾ ਲਿਆ ਸੀ ਪਹਿਲਾਂ ਸਾਡੇ ਬੰਦਿਆਂ ਨੇ, ਪਰ ਆਪਦੇ ਆਪ 'ਚ ਖੋਲਤਾ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਕਾਨੂੰਨ ਕੈਂਸਲ ਕੀਤੇ ਜਾਂਦੇ ਆ। ਗੁਰੂ ਤੇਗ ਸਾਹਿਬ ਬਹਾਦਰ ਦੇ ਸ਼ਹੀਦੀ ਪੁਰਬ ਤੇ ਮੰਗਾਂ ਮੰਨੀਆਂ ਜਾਂਦੀਆਂ। ਫਿਰ ਹਰ ਕੋਈ ਨਤਮਸਤਕ ਹੋ ਰਿਹਾ। ਦੇਖੋ ਹਰ ਯੂਪੀ ਦਾ ਕੋਈ ਲੀਡਰ ਹੋਵੇ, ਹਰਿਆਣੇ ਦਾ ਲੀਡਰ ਹੋਵੇ, ਸਾਡੇ ਜਿਹੜੇ ਲੈਫਟ ਦੇ ਜਥੇਬੰਦੀਆਂ ਹੋਣ, ਉਹ ਜਿਹੜਾ ਸਾਰੇ ਕਾਮਰੇਡ ਲਾਣਾ ਜਿਹੜਾ ਸਾਰੇ ਸੰਘਰਸ਼ 'ਚ ਪੰਥ ਨੂੰ ਭੰਡੀ ਗਿਆ, ਸਾਰੇ ਸੰਘਰਸ਼ 'ਚ ਇਹ ਗੱਲਾਂ ਕਹੀ ਗਏ ਵੀ ਨਿਸ਼ਾਨ ਸਾਹਿਬ ਲਾ ਦਿਓ, ਉਹ ਸਟੇਟ ਦਾ ਹਿੱਸਾ ਹੈ। ਨਿਹੰਗ ਸਿੰਘ ਜਥੇਬੰਦੀਆਂ ਵਾਪਸ ਚਲੀਆਂ ਜਾਣ। ਤੁਸੀਂ ਦੇਖੋ, ਮੈਂ ਤੁਹਾਨੂੰ ਦੱਸਦਾ ਨਹੀਂ, ਪਹਿਲਾਂ ਗੱਲ ਪੂਰੀ ਕਰ ਲਈਏ ਫਿਰ ਤੁਹਾਨੂੰ ਦੱਸਦੇ ਹਾਂ ਕਿਹਦਾ ਹਿੱਸਾ। ਔਰ ਬਿਆੰਤੇ ਬੁੱਚੜ ਵਰਗਿਆਂ ਨੂੰ ਸ਼ਹੀਦ ਮੰਨੀ ਗਏ, ਉਹ ਵੀ ਕਹਿ ਰਹੇ ਆ ਨਹੀਂ ਕਲਾ ਵਾਪਰੀ ਆ। ਔਰ ਜਦੋਂ ਮੈਂ ਇਹ ਗੱਲ ਕਹਿੰਦਾ ਹੁੰਦਾ ਸੀ ਵੀ ਇਹ ਅਗਵਾਹੀ ਗੁਰੂ ਸਾਹਿਬ ਕਰ ਰਹੇ ਆ, ਇੱਥੇ ਕਲਾ ਵਾਪਰ ਰਹੀ ਆ, ਮੇਰਾ ਮਜ਼ਾਕ ਉਡਾਉਂਦੇ ਸੀ, ਮੈਨੂੰ ਰਿਡਿਕਿਊਲ ਕਰਦੇ ਸੀ। ਬਹੁਤ ਮੀਮ ਬਣੇ ਇਸ ਗੱਲ ਦੇ ਉੱਤੇ, ਬਣੇ ਨਾ ਵੀ ਆਹ ਵੀ ਕਲਾ ਵਾਪਰ ਗਈ, ਫਿਰ ਤੇਰੇ ਤੇ ਕਿਉਂ ਨਹੀਂ ਕਲਾ ਵਾਪਰੀ। ਹੁਣ ਉਹਨਾਂ ਨੂੰ ਕਲਾ ਵੀ ਦਿੰਦੀ ਆ। ਹਰ ਬੰਦਾ ਜਾ ਕੇ ਦਰਬਾਰ ਸਾਹਿਬ ਨਤਮਸਤਕ ਹੋ ਰਿਹਾ। ਤੁਸੀਂ ਵੇਖੋ ਕਿਸ ਤਰ੍ਹਾਂ ਇਹ ਗੱਲਾਂ ਨੂੰ ਇੱਕ ਪੋਪੂਲਰ ਨੈਰੇਟਿਵ ਦੇ ਵੱਨੀ, ਉਹ ਸ਼ੀਪ ਮੈਂਟੈਲਿਟੀ ਹੈ ਨਾ, ਪੋਪੂਲਰ ਨੈਰੇਟਿਵ ਦੇ ਵੱਨੀ ਹੋ ਜਾਂਦੇ ਆ। ਸੋ ਕਿਹਦਾ ਹਿੱਸਾ ਇਹ ਸਾਰੇ ਬੰਦੇ ਸਟੇਟ ਦਾ ਹਿੱਸਾ ਨਹੀਂ, ਉਹਦੀ ਇੱਕ ਐਕਸਟੈਂਡਡ ਆਰਮ ਬਣਦੇ ਆ, ਸਟੇਟ ਦਾ ਟੂਲ ਬਣਦੇ ਆ। ਇਹ ਉਸ ਜਿਹੜੀ ਨੈਰੇਟਿਵ ਸਟੇਟ ਨੇ ਚਲਾਉਣਾ ਹੁੰਦਾ, ਉਹ ਨੈਰੇਟਿਵ ਦਾ ਮਾਊਥਪੀਸ ਬਣਦੇ ਆ ਇਹ ਬੰਦੇ। ਇਹ ਗੱਲ ਕਿਵੇਂ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ। 26 ਜਨਵਰੀ ਨੂੰ ਜੋ ਹੋਇਆ, ਉਸ ਵੇਲੇ ਕੀ ਗੱਲ ਸਿਰਜੀ ਗਈ ਵੀ ਬਹੁਤ ਗਲਤ ਹੋਇਆ, ਅੰਦੋਲਨ ਖਰਾਬ ਹੋ ਗਿਆ, ਅੰਦੋਲਨ ਖਰਾਬ ਕਰਤਾ, ਦੀਪ ਸਿੱਧੂ ਨੇ ਖਰਾਬ ਕਰਤਾ, ਬੜਾ ਗਲਤ ਹੋਇਆ। ਸਰਕਾਰ ਵੀ ਇਹੀ ਗੱਲ ਕਹਿ ਰਹੀ ਸੀ ਵੀ ਬਹੁਤ ਗਲਤ ਹੋਇਆ, ਬਹੁਤ ਗਲਤ ਹੋਇਆ, ਪਰ ਉਹਨਾਂ ਦੇ ਰੀਜ਼ਨ ਵੱਖਰੇ ਸੀ ਵੀ ਨਹੀਂ ਇਹ ਤਾਂ ਖਾਲਿਸਤਾਨੀਆਂ ਨੇ ਕਰਤਾ, ਖਾਲਿਸਤਾਨੀਆਂ ਨੇ ਕਰਤਾ। ਰਾਈਟ, ਮਤਲਬ ਬੋਲੀ ਦੋਨੇ ਹੀ ਇੱਕ ਬੋਲ ਰਹੇ ਸੀ, ਕਿਸਾਨ ਆਗੂ ਵੀ ਤੇ ਸਟੇਟ ਵੀ। ਦੋਨਾਂ 'ਚ ਭਾਸ਼ਾ 'ਚ ਸਿਰਫ ਰੀਜ਼ਨਸ ਵੱਖਰੇ ਸੀ, ਪਰ ਉਹਨਾਂ ਦੇ ਅਰਥ ਸੀ ਜਿਹੜੇ ਵੀ ਬੜਾ ਗਲਤ ਹੋਇਆ, ਅਰਥ ਇਹੀ ਸੀ। ਤੇ 26 ਤਰੀਕ ਤੋਂ ਬਾਅਦ ਅੱਜ ਜਦੋਂ ਉਹ ਪੂਰਾ ਨੈਰੇਟਿਵ ਚੇਂਜ ਹੋ ਗਿਆ, ਸਰਕਾਰ ਦੇ ਬੰਦੇ ਆ ਕੇ ਵੀ ਕਹਿਣ ਲੱਗ ਗਏ ਵੀ ਕੁਝ ਗਲਤ ਨਹੀਂ ਹੋਇਆ ਸੀ। ਉਹ ਗਵਰਨਰ ਨੇ ਵੀ ਇਹ ਗੱਲ ਕਹੀ, ਆਪਾਂ ਇੱਕ ਪਿਛਲੀ ਇੰਟਰਵਿਊ 'ਚ ਵੀ ਗੱਲ ਕੀਤੀ ਸੀ, ਉਹਨੇ ਇਹ ਆਪਦੀ ਸਟੇਟਮੈਂਟ ਦਿੱਤੀ ਵੀ ਕੁਝ ਗਲਤ ਨਹੀਂ ਹੋਇਆ। ਇਹਨਾਂ ਕੋਲੇ ਤਾਂ ਇਹ ਤਾਂ ਜਿਹੜੇ ਬੱਚੇ ਆ ਗੁਰੂ ਦੇ, ਇਹਨਾਂ ਕੋਲੇ ਤਾਂ ਹੱਕ ਆ, ਇਹਨਾਂ ਦੇ ਗੁਰੂ ਨੇ ਤਾਂ ਉੱਥੇ ਜਾ ਕੇ ਸ਼ਹਾਦਤ ਦਿੱਤੀ ਆ। ਅਗਲੀ ਇੰਟਰਵਿਊ 'ਚ ਮੁੱਕਰ ਗਿਆ। ਦੇਖੋ ਕਿਵੇਂ ਤੁਸੀਂ ਅਗਲੀ ਇੰਟਰਵਿਊ 'ਚ ਕੰਟਰਡਿਕਟ ਗੱਲ ਕਰ ਰਿਹਾ। ਔਰ ਮੈਂ ਉਹ ਇੰਟਰਵਿਊ ਸੁਣੀ, ਉਹਦੀ ਜ਼ੀ ਨਿਊਜ਼ ਤੇ ਪਈ ਹੋਣੀ ਆ, ਕੋਈ ਮਰਜ਼ੀ ਸੁਣ ਸਕਦਾ ਵੀ ਫਿਰ ਜੋ ਲਾਲ ਕਿਲੇ पे हुआ वो ठीक हुआ। वो कहना नहीं, लाल किले पे जो हुआ वो ठीक नहीं हुआ, क्योंकि किसानों ने तो माना ही नहीं वो ठीक हुआ है। सो वो तो कुछ शरारती जो एक गल कहते हैं ना, ये शरारती अंश, राजेवाल साहब भी यही कहते होंदे सी, कोई शरारती आंसर आ गए, इस करके असीं आपदा प्रोग्राम कैंसल करता। मतलब फिर मैनू पुछदे आ भी तुसीं क्यों नहीं गए किसान अंदोलन च। मैं तो जे उत्थों 200 किलोमीटर भी दूर हुंदा सी, इन्हां नूं भाजना पै जांदियां सी ते इह स्टेटमेंटां देण लग जांदे सी भी शरारती आंसर आ गए, इस करके असीं आपदा हुण पार्लीमेंट जाण दा प्रोग्राम रद्द करता। ते दीप सिद्धू तां एक सॉफ्ट टारगेट बन गया सी
ਹੁਣ ਉਹੀ ਬੰਦੇ ਸਾਰੇ ਸਰਕਾਰ ਦੀ ਬੋਲੀ 26 ਨੂੰ ਉਹ ਜੋ ਸਰਕਾਰ ਬੋਲੀ ਬੋਲ ਰਹੀ ਹੈ ਬੋਲ ਰਹੇ ਆ, ਤੇ ਅੱਜ ਜੋ ਸਰਕਾਰ ਬੋਲੀ ਬੋਲ ਰਹੀ ਆ ਉਹੀ ਬੰਦੇ ਇਹ ਬੋਲੀ ਅੱਜ ਬੋਲ ਰਹੇ ਆ। ਸੋ ਸਰਕਾਰ ਦਾ ਸਟੇਟ ਦਾ ਹਿੱਸਾ ਨਹੀਂ ਹੈ ਇਹ, ਉਹਦੇ ਟੂਲ ਆ ਇਹ, ਉਹਦੇ ਮਾਊਥ ਪੀਸ ਆ ਇਹ। ਪਰ ਇਹਦਾ ਸਭ ਤੋਂ ਵੱਡਾ ਨੁਕਸਾਨ ਮੇਰੇ ਖਿਆਲ ਬੀਜੇਪੀ ਨੂੰ ਹੋਇਆ। ਹਰ ਬੰਦੇ ਦੀ ਜ਼ੁਬਾਨ ਤੇ ਇਹ ਗੱਲ ਆ ਗਈ ਕਿ ਬੀਜੇਪੀ ਪੰਜਾਬ ਚ ਆਉਣਾ ਚਾਹੁੰਦੀ ਹੈ, ਸਰਕਾਰ ਬਣਾਉਣਾ ਚਾਹੁੰਦੀ ਹੈ, ਬੀਜੇਪੀ ਨੇ ਕਰਾਇਆ। ਨਹੀਂ, ਜੇ ਸਟੇਟ ਇਸ ਤਰ੍ਹਾਂ ਕਰ ਰਹੀ ਹੈ ਤਾਂ ਫਿਰ ਸਟੇਟ ਇੰਨੀ ਸਿਆਣੀ ਨਹੀਂ ਹੈ ਕਿ ਬੀਜੇਪੀ ਨੂੰ ਇਹਦਾ ਬਹੁਤ ਵੱਡਾ ਨੁਕਸਾਨ ਹੋਊਗਾ। ਦੇਖੋ, ਬੀਜੇਪੀ ਜਿਹੜੀ ਹੈ ਨਾ, ਉਹ ਤਾਂ ਆਪਦੇ ਉਲਟੀ ਗਿਣਤੀ ਸ਼ੁਰੂ ਕਰ ਲੇ। ਮੈਂ ਤੁਹਾਨੂੰ ਸਹੀ ਦੱਸ ਰਿਹਾ, ਜੇ ਉਹਦੇ ਪਿੱਛੇ ਜਿਹੜੀ ਇੱਕ ਡੀਪ ਸਟੇਟ ਆ ਉਹ ਇਹ ਗੱਲ ਸਮਝਦੀ ਆ ਵੀ ਇਹ ਰਾਈਟ ਵਿੰਗ ਆ ਨਾ, ਜਿਹੜਾ ਸਾਰਾ ਰਾਈਟ ਵਿੰਗ ਇਨਕਲੂਡਿੰਗ ਰਾਈਟ ਵਿੰਗ ਮੀਡੀਆ, ਇਹ ਸਾਨੂੰ ਇਸ ਬਹੁਤ ਵੱਡੇ ਕੌਨਫਲਿਕਟ ਦੇ ਵੱਲ ਖਿੱਚ ਕੇ ਲੈ ਜਾ ਰਿਹਾ। ਇਹ ਫਾਸਿਸਟ ਜਿਹੜੀ ਇੱਕ ਟੈਂਡੈਂਸੀਜ਼ ਆ ਇਹਨਾਂ 'ਚ, ਫਾਸਿਜ਼ਮ ਜਿਹਨੂੰ ਕਹਿੰਦੇ ਆ ਨਾ, ਫਾਸੀਵਾਦ, ਇਹ ਉਧਰ ਨੂੰ ਖਿੱਚ ਕੇ ਲੈ ਜਾ ਰਿਹਾ। ਸੋ ਇਹ ਬੰਦੇ ਲੀਡਰ ਕਹਾਉਣ ਦੇ ਤਾਂ ਲਾਇਕ ਹੀ ਨਹੀਂ ਰਹਿ ਗਏ। ਲਿਟਰਲੀ ਉਹ ਆਪਦੀ ਇੱਕ ਆਈਡੀਓਲੋਜੀ ਨੂੰ ਪ੍ਰਮੋਟ ਜ਼ਰੂਰ ਕਰ ਰਹੇ ਆ, ਪਰ ਜੇ ਇਸ ਪੂਰੇ ਖਿੱਤੇ 'ਚ ਜਿੱਥੇ ਐਡੀ ਜ਼ਿਆਦਾ ਡਾਇਵਰਸਿਟੀ ਆ, ਐਥਨਿਸਿਟੀ ਆ, ਇੰਨੀ ਡੀਪ ਰੂਟਡ ਆ, ਇਹ ਉਹਨੂੰ ਬਰਬਾਦ ਕਰ ਰਹੇ ਆ ਇਹ। ਤਾਂ ਉਹਨਾਂ ਲੋਕਾਂ ਨੂੰ ਇਗਨਾਈਟ ਕਰ ਰਹੇ ਆ, ਪ੍ਰਵੋਕ ਕਰ ਰਹੇ ਆ। ਔਰ ਇਹ ਜਿਹੜਾ ਇੱਕ ਇਤਿਹਾਸ ਦਾ ਪੀਰੀਅਡ ਚੱਲ ਰਿਹਾ ਨਾ, ਉਹ ਇੰਨਾ ਟਰਬੂਲੈਂਸ ਜਾਂ ਇੱਥੇ ਇੰਨੀ ਟਰਬੂਲੈਂਸ ਆ ਵੀ ਕਈ ਵਾਰੀ ਇਤਿਹਾਸ ਦੇ ਉਹ ਪੜਾਅ ਆਉਂਦੇ ਆ ਜਦੋਂ ਸਾਲਾਂ ਬੱਧੀ ਇਤਿਹਾਸ ਬਹੁਤ ਨਿਰਮਲ ਤੇ ਸ਼ਾਂਤ ਚੱਲਦਾ ਰਹਿੰਦਾ। ਪਰ ਆ ਜਿਹੜਾ ਪੀਰੀਅਡ ਆ ਨਾ, ਇਹ ਬੰਦੇ ਕੌਣ ਗੱਲਾਂ ਸਮਝਣਗੇ? ਉਹ ਸਮਝਣਗੇ ਜਿਹੜੇ ਸਟੇਟ ਕਰਾਫਟ ਨੂੰ ਸਮਝਦੇ ਆ। ਹੁਣ ਇਹ ਜਿਹੜਾ ਪੀਰੀਅਡ ਆ, ਪਹਿਲਾਂ ਇਹ ਗੱਲ ਪੂਰੀ ਕਰਦੇ ਆ, ਇਹ ਇੰਨਾ ਟਰਬੂਲੈਂਸ ਆ ਵੀ ਇੱਥੇ ਜਿਹੜਾ ਪੈਂਡਾ ਤੈਅ ਹੋ ਰਿਹਾ ਉਹ ਕਈ ਸਾਲਾਂ ਦਾ ਹਫ਼ਤਿਆਂ 'ਚ ਹੀ ਹੋ ਰਿਹਾ। ਅਗਲੀ ਗੱਲ ਜਿਹੜੀ ਆਪਾਂ ਨੂੰ ਸਮਝਣ ਦੀ ਜ਼ਰੂਰਤ ਆ ਵੀ ਤੁਸੀਂ ਜਿਹੜੀ ਗੱਲ ਕਰਦੇ ਹੋ ਨਾ ਬੀਜੇਪੀ ਨੂੰ ਤਾਂ ਆਪਾਂ ਨਿੰਦਦੇ ਰਹੇ ਆ, ਅੱਜ ਵੀ ਨਿੰਦ ਰਹੇ ਆ। ਅੱਜ ਵੀ ਮੋਦੀ ਤੇ ਅਮਿਤ ਸ਼ਾਹ ਨੂੰ ਕਹਿ ਰਹੇ ਆ that you both have failed leaders as a prime minister and as a home minister। ਇਦੋਂ ਵੱਡੀ ਸਟੇਟਮੈਂਟ ਤਾਂ ਨਹੀਂ ਦਿੱਤੀ ਜਾ ਸਕਦੀ ਨਾ। ਪਰ ਤੁਸੀਂ ਇੱਕ ਗੱਲ ਸਮਝੋ, ਤੁਸੀਂ ਪਾਰਟੀਆਂ ਨੂੰ ਟਾਰਗੇਟ ਕਰਦੇ ਆ। ਸਾਰੇ ਬੰਦੇ ਸਾਡੇ ਜਿਹੜੇ ਐਕਟਿਵਿਸਟ ਵੀ ਆ, ਈਵਨ ਕਿਸਾਨ ਆਗੂ ਵੀ, ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ, ਉਹ ਇੱਕ ਪਾਰਟੀਆਂ ਨੂੰ ਟਾਰਗੇਟ ਕਰਦੇ ਰਹਿੰਦੇ ਆ ਵੀ ਫਲਾਨੀ ਪਾਰਟੀ ਨੇ ਇਹ ਕੀਤਾ, ਫਲਾਨੀ ਨੇ ਇਹ ਕੀਤਾ, ਆ ਚੰਗੇ ਨਹੀਂ, ਆ ਮੰਦੇ ਆ। ਪਾਰਟੀ ਦੇ ਪਿੱਛੇ ਇੱਕ ਡੀਪ ਸਟੇਟ ਬੈਠੀ ਆ ਜਿਹੜੀ ਇਹ ਡਿਸਾਈਡ ਕਰਦੀ ਆ ਵੀ ਕਿਹੜੀ ਪਾਰਟੀ ਹੁਣ ਪਾਵਰ 'ਚ ਆਊਗੀ। ਉਹਨਾਂ ਨੂੰ ਰਾਈਟ ਵਿੰਗ ਚਾਹੀਦਾ ਕਿ ਆ ਲਿਬਰਲ ਲਾਣਾ ਜਾਂ ਸੈਕੂਲਰ ਲਾਣਾ ਚਾਹੀਦਾ ਕਿ ਲੈਫਟ ਵਿੰਗ ਚਾਹੀਦਾ। ਇਹ ਤਾਂ ਸਟੇਟ ਦਾ ਉਹ ਐਸਪੈਕਟ ਆ ਜਿਹੜੀ ਸਟੇਟ ਆਪ 5 ਸਾਲ ਬਾਅਦ ਚੇਂਜ ਕਰ ਦਿੰਦੀ ਆ ਆਪਦੀ ਕਨਵੀਨੀਅੰਸ ਦੇ ਅਕੋਰਡਿੰਗਲੀ। ਸੋ ਜੇ ਡੀਪ ਸਟੇਟ ਦਾ ਕਨਸੈਪਟ ਨਹੀਂ ਸਮਝਦੇ ਨਾ, ਤਾਂ ਮੇਰੀਆਂ ਗੱਲਾਂ ਨਹੀਂ ਪੱਲੇ ਪੈ ਸਕਦੀਆਂ, ਜੋ ਕਿ ਮੈਂ ਬਹੁਤ ਸਰਲ ਭਾਸ਼ਾ 'ਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਪਰ ਉਹਦਾ ਬੈਨੀਫਿਟ ਕੀ ਹੋ ਰਿਹਾ? ਮੇਰਾ ਬੜਾ ਸੌਖਾ ਸਵਾਲ ਸੀ ਕਿ ਜੇ ਸਟੇਟ ਇਹ ਕਰ ਰਹੀ ਹੈ ਤਾਂ ਉਹਦਾ ਕੀ ਬੈਨੀਫਿਟ ਹੈ? ਕਿਉਂ ਕੀਤਾ ਜਾ ਰਿਹਾ ਸਾਰਾ ਕੁਝ? ਬੀਜੇਪੀ ਨੂੰ ਤਾਂ ਨੁਕਸਾਨ ਹੋ ਰਿਹਾ ਇਸ ਗੱਲ ਦਾ। ਨਹੀਂ, ਦੇਖੋ, ਫਿਰ ਇਹੀ ਸੌਖਾ ਸਵਾਲ। ਜਿਵੇਂ ਅਕਾਲੀ ਦਲ ਦੀ ਵੀ ਬਹੁਤ ਥਾਵਾਂ ਤੇ ਮੈਂ ਚਰਚਾ ਦੇਖ ਰਿਹਾ ਸੀ, ਪੜ੍ਹ ਰਿਹਾ ਸੀ, ਲੋਕਾਂ ਨੇ ਲਿਖਿਆ ਕਿ ਇਹ ਅਕਾਲੀ ਦਲ ਨੇ ਕਰਾਇਆ ਕਿਉਂਕਿ ਅਕਾਲੀ ਦਲ ਹੁਣ ਇਹ ਸਾਬਤ ਕਰਨਾ ਚਾਹੁੰਦਾ ਵੀ ਹੁਣ ਵੀ ਤਾਂ ਬੇਦਬੀਆਂ ਹੋ ਰਹੀਆਂ, ਹੁਣ ਕਿਹੜਾ ਰੁਕ ਗਈਆਂ। ਤਾਂ ਜਿਹਦਾ ਜੋ ਇੱਕ ਨੈਰੇਟਿਵ ਜੋ ਜਿਸ ਸੋਚ ਦੇ ਨਾਲ ਉਹ ਚੱਲ ਰਿਹਾ, ਲੇਕਿਨ ਕਿਸੇ ਨੇ ਕਾਂਗਰਸ ਦੀ ਚਰਚਾ ਨਹੀਂ ਕੀਤੀ, ਆਮ ਆਦਮੀ ਪਾਰਟੀ ਦੀ ਚਰਚਾ ਨਹੀਂ ਕੀਤੀ। ਤਾਂ ਜੇ ਸਟੇਟ ਨੇ ਕਰਵਾਇਆ ਤਾਂ ਸਟੇਟ ਦਾ ਤਾਂ ਸਭ ਤੋਂ ਵੱਡਾ ਨੁਕਸਾਨ ਬੀਜੇਪੀ ਦਾ ਕਰਤਾ ਫਿਰ। ਹਾਂ, ਬਿਲਕੁਲ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਸਟੇਟ ਜਿਹੜੀ ਨੇਸ਼ਨ ਸਟੇਟ ਆ ਨਾ, ਉਹਦਾ ਇੱਕ ਹਾਰਟਲੈਂਡ ਹੁੰਦਾ ਜਿੱਥੇ ਉਹਦੀ ਸੈਂਟਰਲ ਪੋਲਿਟਿਕਸ ਚੱਲਦੀ ਆ। ਇੰਡੀਆ ਦੀ ਨੇਸ਼ਨ ਸਟੇਟ ਆ, ਉਹਦਾ ਕੈਰੈਕਟਰਿਸਟਿਕਸ ਸਮਝੋ। ਇਸੇ ਕਰਕੇ ਬਹੁਤ ਗੱਲਾਂ ਜਿਹੜੀਆਂ ਕਈ ਵਾਰੀ ਮੈਂ ਕਰਦਾ, ਲੋਕਾਂ ਨੂੰ ਲੱਗਦਾ ਵੀ ਇਹ ਵਿਰੋਧ ਕਰ ਰਿਹਾ, ਇਹ ਕਿਸੇ ਇਨਸਿਕਿਉਰਿਟੀ 'ਚੋਂ ਬੋਲ ਰਿਹਾ। ਮੈਨੂੰ ਕਾਹਦੀ ਇਨਸਿਕਿਉਰਿਟੀ ਹੈ ਬਾਈ? ਮੈਂ ਵੋਟਾਂ ਲੈਣੀਆਂ ਤੁਹਾਡੇ ਤੋਂ ਕਿ ਮੈਂ ਲੀਡਰ ਬਣਨ ਆਇਆ ਤੁਹਾਡੇ ਕੋਲੇ? ਮੈਂ ਕੁਛ ਨਹੀਂ ਲੈਣਾ ਇਹਨਾਂ ਤੋਂ। ਸਿਰਫ ਇਹ ਜ਼ਰੂਰ ਆ ਵੀ ਮੈਨੂੰ ਪੰਥਕ ਜਜ਼ਬਾ ਮੇਰੇ 'ਚ ਹੈਗਾ, ਉਸ ਜਜ਼ਬੇ 'ਚੋਂ ਜਿੰਨੀ ਕੁ ਮੇਰੇ 'ਚ ਇੰਟਲੈਕਟ ਆ, ਜਿੰਨੀ ਕੁ ਸਮਰੱਥਾ, ਉਸ ਹਿਸਾਬ ਨਾਲ ਮੈਂ ਆਪਦੀ ਗੱਲ ਲੈ ਜਾਂਦਾ। ਤੇ ਜਿੱਥੇ ਖੜੇ ਆ ਉੱਥੇ ਖੜੇ ਆ, ਸਿਧਾਂਤਾਂ ਤੇ ਖੜੇ ਆ। ਫਿਰ ਜੇ ਕੋਈ ਸਿਧਾਂਤਾਂ ਤੇ ਉਲਟ ਕੋਈ ਗੱਲ ਕਰਦਾ, ਉਹ ਚਾਹੇ ਕੋਈ ਵੀ ਹੋਵੇ, ਫਿਰ ਉੱਥੇ ਕੋਈ ਸਮਝੌਤਾ ਨਹੀਂ। ਇਹ ਮੇਰੀ ਇੱਕ ਆਪਦੀ ਪੋਜੀਸ਼ਨ ਆ। ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀ ਨਾ, ਬੀਜੇਪੀ, ਕਾਂਗਰਸ ਜਾਂ ਅਕਾਲੀ ਦਲ, ਵੀ ਇਹਨਾਂ ਨੂੰ ਫਾਇਦਾ ਹੋ ਰਿਹਾ, ਕਿਸੇ ਨੂੰ ਨੁਕਸਾਨ ਹੋ ਰਿਹਾ, ਹੈ ਨਾ।
ਇਹ ਗੱਲ ਸਾਡੇ ਲਈ ਸਮਝਣ ਦੀ ਜ਼ਰੂਰਤ ਆ ਵੀ ਜਦੋਂ ਇਸ ਸੰਦਰਭ 'ਚ ਹੀ ਤੁਸੀਂ ਸੋਚੋਗੇ ਨਾ ਵੀ ਚੋਣਾਂ ਆ ਗਈਆਂ, ਇਹ ਦੇਖੋ ਇਸ ਗੱਲ ਦਾ ਨੁਕਸਾਨ ਤਾਂ ਬੀਜੇਪੀ ਨੂੰ ਹੋਇਆ, ਫਿਰ ਸਟੇਟ ਚਾਹੁੰਦੀ ਹੈ ਬੀਜੇਪੀ ਨੂੰ ਨੁਕਸਾਨ ਹੋਵੇ। ਸਟੇਟ ਲਈ ਬੀਜੇਪੀ, ਅਕਾਲੀ ਦਲ, ਕਾਂਗਰਸ ਡਸ ਨਾਟ ਮੈਟਰ। These incidents are for a different reason altogether. It has a different purpose altogether. ਇਹਦਾ ਪਿੱਛੇ ਜਿਹੜਾ ਉਹਨਾਂ ਦਾ ਪਰਪਸ ਆ ਉਹ ਵੱਖਰਾ ਕੁਛ। ਉਹ ਜਿਹੜੀ ਮੈਂ ਗੱਲ ਕਰ ਰਿਹਾ ਸੀ ਨਾ, ਇੱਕ ਹਾਰਟਲੈਂਡ ਜਿਹੜਾ ਇਸ ਨੇਸ਼ਨ ਸਟੇਟ ਦਾ, ਇੰਡੀਅਨ ਨੇਸ਼ਨ ਸਟੇਟ ਦਾ ਹਾਰਟਲੈਂਡ 'ਚ ਸੈਂਟਰਲ ਪੋਲਿਟਿਕਸ ਚੱਲਦੀ ਹੈ ਤੇ ਮੈਜੋਰਿਟੀ ਕੰਟਰੋਲ ਕਰਦੀ ਹੈ। ਇਹ ਕੈਰੈਕਟਰਿਸਟਿਕਸ ਆ ਨੇਸ਼ਨ ਸਟੇਟ ਦੇ। ਤਾਂ ਜਿਹੜਾ ਸੈਂਟਰ ਆ ਉਹ ਸਟੇਟ ਉਹਨੂੰ ਅਕੋਮੋਡੇਟ ਕਰਦਾ ਕਿਉਂਕਿ ਉੱਥੇ ਉਹਨਾਂ ਦੀ ਪੋਲਿਟਿਕਸ ਚੱਲਦੀ ਆ ਪੂਰੀ। ਜਿਹੜੀ ਪੈਰੀਫੇਰੀ ਆ ਕਿਸੇ ਵੀ ਨੇਸ਼ਨ ਸਟੇਟ ਦੀ, ਤੁਸੀਂ ਦੇਖਿਓ ਆਮ ਤੌਰ ਤੇ ਕਿਸੇ ਨੇਸ਼ਨ ਸਟੇਟ ਦੀ ਨਾ ਪੈਰੀਫੇਰੀ 'ਚ ਬੜੀ ਵੱਡੀ ਡਾਇਵਰਸਿਟੀ ਬੈਠੀ ਹੋਊਗੀ ਔਰ ਸਟੇਟ ਹਮੇਸ਼ਾ ਉਹ ਪਾਲਿਸੀਜ਼ ਘੜੂਗੀ। ਇਹ ਨੇਸ਼ਨ ਪਾਲਿਸੀਜ਼ ਹੁੰਦੀਆਂ ਹਨ ਨੇਸ਼ਨ ਸਟੇਟ ਦੀਆਂ, ਜਿਹਦੇ ਨਾਲ ਪੈਰੀਫੇਰੀ ਨੂੰ ਆਪਦੇ ਅੰਦਰ ਜਜ਼ਬ ਹੀ ਕਰ ਲੇ, ਅਸਿਮੀਲੇਟ ਹੋ ਜੇ ਪੈਰੀਫੇਰੀ, ਤਾਂ ਕਿ ਉਹਨਾਂ ਦੀ ਪੋਲਿਟਿਕਸ ਜਾਂ ਇੱਕ ਨੇਸ਼ਨ ਪਾਲਿਸੀ ਆ, ਇੱਕ ਨੇਸ਼ਨ ਬਿਲਡ ਕਰਨ ਦੀ, ਉਹ ਕਾਮਯਾਬ ਹੋਵੇ। ਸੋ ਉਹਨਾਂ ਲਈ ਡਾਇਵਰਸਿਟੀ ਮੈਟਰ ਨਹੀਂ ਕਰਦੀ, ਡਾਇਵਰਸਿਟੀ ਨੂੰ ਉਹ ਰੈਕਗਨਾਈਜ਼ ਹੀ ਨਹੀਂ ਕਰਦੇ। ਉਹਨਾਂ ਲਈ ਪ੍ਰੋਬਲਮੈਟਿਕ ਆ ਡਾਇਵਰਸਿਟੀ, ਵਿਆਪਕਤਾ ਦਾ ਹੋਣਾ। ਉਹਨਾਂ ਲਈ ਕਿਸੇ ਤਰ੍ਹਾਂ ਦੀ ਐਥਨਿਸਿਟੀ ਮੈਟਰ ਨਹੀਂ ਕਰਦੀ। ਜਿਹੜੀ ਐਥਨਿਸਿਟੀ ਨੂੰ ਸਟੇਟ ਰਿਪਰੈਜ਼ੈਂਟ ਕਰ ਰਿਹਾ, ਮੀਨਸ ਜਿਹੜੀ ਮੈਜੋਰਿਟੀ ਦੀ ਐਥਨਿਸਿਟੀ ਆ ਉਹੀ ਮੈਟਰ ਕਰਦੀ ਆ, ਉਹਨੂੰ ਹੀ ਉਹ ਐਕਨੋਲੇਜ ਕਰਦੇ ਆ। ਸੋ ਤੁਹਾਡੀ ਪੰਜਾਬੀਆਂ ਦੀ, ਸਿੱਖਾਂ ਦੀ ਐਥਨਿਸਿਟੀ ਮੈਟਰ ਨਹੀਂ ਕਰਦੀ, ਤੁਹਾਡੀ ਡਾਇਵਰਸਿਟੀ ਵੀ ਮੈਟਰ ਨਹੀਂ ਕਰਦੀ। ਸੋ ਇੱਥੇ ਸਾਡੇ ਪੰਜਾਬ 'ਚ ਰਹਿਣ ਵਾਲੇ ਸਾਡੇ ਹਿੰਦੂ ਵੀ ਸੁਣ ਲੈਣ, ਸਾਡੇ ਮੁਸਲਮਾਨ ਵੀ ਸੁਣ ਲੈਣ ਤੇ ਸਿੱਖ ਵੀ ਸੁਣ ਲੈਣ ਵੀ ਇਹ ਤਿੰਨਾਂ ਨੂੰ ਆਪਦੇ 'ਚ ਜਜ਼ਬ ਕਰ ਲੈਣਗੇ। ਉਹ ਤੁਹਾਨੂੰ ਪੰਜਾਬੀ ਨਹੀਂ ਕਹਾਉਣ ਦੇਣਗੇ। ਤੁਹਾਡੀ ਜਦੋਂ ਪਹਿਲੀ ਭਾਸ਼ਾ ਹਿੰਦੀ ਬਣਾਤੀ ਨਾ, ਉਹਦੇ ਪਿੱਛੇ ਇੱਕ ਮਕਸਦ ਆ, ਤੁਹਾਡੇ ਤੋਂ ਪੂਰਾ ਆਪਦਾ ਸੱਭਿਆਚਾਰ ਹੀ ਖੋਹ ਲੈਣਾ। ਤੇ ਜਦੋਂ ਆਪਾਂ ਇਹ ਗੱਲ ਲੈ ਕੇ ਗਏ ਆ ਨਾ, ਹੋਂਦ ਦੀ ਲੜਾਈ ਆ, ਇਹਦੇ ਪਿੱਛੇ ਇਹੀ ਕਾਰਨ ਆ ਵੀ ਸਟੇਟ ਜਿਹੜੀ ਉਹਦੀ ਨਿਊਕਲੀਅਸ ਆ, ਸੈਂਟਰ ਪੁਆਇੰਟ ਆ, ਉਹ ਨਿਊਕਲੀਅਸ ਆਪਦੇ ਆਪ 'ਚ ਸਭ ਕੁਛ ਆਪਦੇ ਅੰਦਰ ਸਮਾ ਲੈਣਾ ਚਾਹੁੰਦਾ ਹੁੰਦਾ। ਸੋ ਅੱਜ ਇਹ ਨੇਸ਼ਨ ਪਾਲਿਸੀ ਨੂੰ ਸਮਝੋ ਵੀ ਇੱਥੇ ਜਿਹੜੇ ਬੈਠੇ ਆ, ਜਿਹੜੇ ਇਹ ਕੌਮ ਬੈਠੀ ਆ, ਪੰਜਾਬੀ ਬੈਠੇ ਆ, ਇਹ ਸਿੱਖ ਕੌਮ ਬੈਠੀ ਆ, ਇਹਨਾਂ ਨੇ ਉਸ ਨੈਸ਼ਨ ਪਾਲਿਸੀ ਨੂੰ ਹਮੇਸ਼ਾ ਹੀ ਚੈਲੰਜ ਕੀਤਾ। ਤਾਂ ਤੁਹਾਡੇ ਮੁਤਾਬਕ ਜੇ ਕੱਲ ਨੂੰ ਆਰਐਸਐਸ ਤੇ ਬੀਜੇਪੀ ਨਹੀਂ ਵੀ ਹੈ ਤੇ ਜੇ ਦੁਬਾਰਾ ਕਾਂਗਰਸ ਵੀ ਹੈ ਤਾਂ ਵੀ ਉਹ ਪਾਲਿਸੀ ਉਹੀ ਰਹੂਗੀ ਪੰਜਾਬ ਵਾਸਤੇ? ਕੋਈ ਫਰਕ ਨਹੀਂ ਪੈਂਦਾ। ਜੋ ਇੰਦਰਾ ਗਾਂਧੀ ਵੇਲੇ ਰਹੀ ਉਹ ਅੱਜ ਮੋਦੀ ਵੇਲੇ ਵੀ ਉਹੀ ਪਾਲਿਸੀ ਹੈ। ਤੁਸੀਂ ਵੇਖ ਲਓ, ਇੰਦਰਾ ਗਾਂਧੀ ਦੀ ਸਰਕਾਰ ਸੀ ਸੈਂਟਰ 'ਚ 78 'ਚ ਇੰਦਰਾ ਗਾਂਧੀ ਦੀ ਸਰਕਾਰ ਸੀ। ਉਸ ਵੇਲੇ ਬੇਅਦਬੀ ਹੋਈ, ਬੰਦੇ ਮਰੇ, ਕੋਈ ਇਨਸਾਫ ਨਹੀਂ। ਅੱਜ ਬੀਜੇਪੀ ਦੀ ਸਰਕਾਰ, ਜਨਤਾ ਪਾਰਟੀ ਦੀ ਸਰਕਾਰ ਸੀ 78 'ਚ। ਚਲੋ ਜਨਤਾ ਪਾਰਟੀ ਹੋਵੇ, ਮਤਲਬ ਕੋਈ ਹੋਰ ਪਾਰਟੀ ਦੀ ਸਰਕਾਰ ਸੀ। ਉਦੋਂ ਬਾਅਦ ਐਮਰਜੈਂਸੀ ਲੱਗੀ ਤੇ ਮੇਰੇ ਖਿਆਲ 'ਚ ਇੰਦਰਾ ਗਾਂਧੀ ਨੇ ਐਮਰਜੈਂਸੀ ਕਾਲ ਕੀਤੀ ਸੀ ਨਾ, ਉਦੋਂ ਬਾਅਦ। ਹਾਂਜੀ, ਉਦੋਂ ਬਾਅਦ ਸ਼ੀ ਕੇਮ ਇਨ ਪਾਵਰ। ਸੋ ਕੋਈ ਇਨਸਾਫ ਨਹੀਂ। ਐਂਡ ਇਸੇ ਤਰ੍ਹਾਂ ਹੁਣ ਕਾਂਗਰਸ ਸਟੇਟ 'ਚ ਬੈਠੀ ਆ ਤੇ ਸੈਂਟਰ 'ਚ ਬੀਜੇਪੀ ਬੈਠੀ ਆ। ਇਹ ਲਿਬਰਲਸ, ਸੈਕੂਲਰਸ ਆ ਤੇ ਉੱਥੇ ਰਾਈਟ ਵਿੰਗ ਬੈਠਾ। ਕੋਈ ਇਨਸਾਫ ਮਿਲਿਆ? 6 ਸਾਲ ਹੋ ਗਏ ਨਾ ਲਗਾਤਾਰ ਘਟਨਾਵਾਂ ਵਾਪਰਦੀਆਂ ਨੂੰ। ਉਦੋਂ ਵੀ ਕੋਈ ਇਨਸਾਫ ਨਹੀਂ, ਹੁਣ ਵੀ ਕੋਈ ਇਨਸਾਫ ਨਹੀਂ। ਕਿਉਂਕਿ ਤੁਹਾਡੀ ਇਹਨਾਂ ਨੇ ਇੱਕ ਗੱਲ ਇਹ ਸਮਝੋ ਵੀ ਤੁਸੀਂ ਕਿੰਨਾ ਕੁ ਰਿਐਕਟ ਕਰਦੇ ਹੋ ਹਜੇ। ਕਮਿਊਨਿਟੀ ਦੀ ਇੱਕ ਕਲੈਕਟਿਵ ਕੌਨਸ਼ੀਅਸਨੈਸ ਕਿੱਥੇ ਪਈ ਆ, ਇਸ ਗੱਲ ਨੂੰ ਉਹਨਾਂ ਨੇ ਚੈੱਕ ਵੀ ਕਰਨਾ ਨਾ। ਜੇ ਇਸ ਘਟਨਾ ਨੂੰ ਇੰਨਾ ਆਮ ਬਣਾ ਦਿੱਤਾ ਜਾਣਾ ਵੀ ਤੁਸੀਂ ਇਹ ਸਮਝੋ ਵੀ ਯਾਰ ਇਹ ਤਾਂ ਰੋਜ਼ ਵਾਪਰਦੀ ਆ, ਤੁਹਾਡਾ ਰਿਐਕਸ਼ਨ ਹੀ ਖਤਮ ਹੋ ਜਾਊਗਾ। ਕਾਊਂਟਰ ਰਿਐਕਟਿਵ ਜਿਹੜੀ ਗੱਲ ਵਾਪਰਦੀ ਆ, ਤਾਂ ਤੁਸੀਂ ਗੁਰੂ ਦੇ ਨਾਂ ਤੇ ਜਾਂ ਗੁਰੂ ਦੀ ਅਜ਼ਮਤ ਨੂੰ ਉਸ ਤਰ੍ਹਾਂ ਨਹੀਂ ਦੇਖੋਗੇ ਜਿਵੇਂ ਸਾਡੇ ਸਿਧਾਂਤ 'ਚ ਦੇਖਿਆ ਜਾ ਰਿਹਾ। ਫਿਰ ਤਾਂ ਮੈਂ ਇੱਕ ਗੱਲ ਤੁਹਾਨੂੰ ਪੁੱਛਾਂ, ਤੁਸੀਂ ਦੱਸੋ ਮੈਨੂੰ, ਜਦੋਂ ਮੁਗਲਾਂ ਨੇ ਦਰਬਾਰ ਸਾਹਿਬ ਆ ਕੇ ਕਬਜ਼ਾ ਕਰ ਲਿਆ ਸੀ, ਜਦੋਂ ਉੱਥੇ ਇਹ ਕਹਿ ਰਹੇ ਸੀ ਵੀ ਸਿੱਖਾਂ ਨੂੰ ਨਹੀਂ ਵੜਨ ਦੇਣਾ, ਤੇ ਬਾਬਾ ਦੀਪ ਸਿੰਘ ਨੇ ਬਾਣੀ ਲਿਖਦੇ ਲਿਖਦੇ ਖੰਡਾ ਵਾਹਤਾ ਸੀ, ਲਕੀਰ ਖਿੱਚਤੀ ਜਾ ਕੇ, ਫਿਰ ਤਾਂ ਬਾਬਾ ਦੀਪ ਸਿੰਘ ਦੀ ਗੱਲ ਗਲਤ ਸੀ। ਫਿਰ ਕਿਉਂ ਮੱਥੇ ਟੇਕਦੇ ਹਾਂ ਅਸੀਂ ਬਾਬਾ ਦੀਪ ਸਿੰਘ ਨੂੰ? ਕਿਉਂ ਕਹਿੰਦੇ ਆ ਉਹ ਸਾਡੇ ਸੂਰਮੇ ਸੀ? ਔਰ ਇਕੱਲੇ ਸਿੱਖ ਨਹੀਂ, ਹਿੰਦੂ ਵੀ ਕਹਿੰਦੇ ਆ ਵੀ ਸੂਰਮੇ ਸੀ ਉਹ ਤਾਂ। ਫਿਰ ਜਦੋਂ ਮੱਸਾ ਰੰਗੜ ਦਾ ਸਿਰ ਲਾਇਆ ਜਾ ਕੇ ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਉਹ ਵੀ ਗਲਤ ਸੀ। ਉਹ ਤਾਂ ਦਰਬਾਰ ਸਾਹਿਬ ਅੱਜ ਕਹਿੰਦੇ ਆ ਨਾ ਵੀ ਉੱਥੇ ਖੂਨ ਨਹੀਂ ਵਹਿਣਾ ਚਾਹੀਦਾ ਯਾਰ, ਉਹ ਤਾਂ ਇੱਕ ਸੇਕਰੇਡ ਪਲੇਸ ਆ। ਤੁਸੀਂ ਸਿੱਖੀ ਦੇ ਸਿਧਾਂਤ ਨੂੰ ਸਮਝੋ
ਸਿੱਖੀ 'ਚ ਦੇਗ ਤੇ ਤੇਗ ਦੋਨੇ ਵਾਹੁਣੀਆਂ ਪੈਂਦੀਆਂ। ਤੇਗ ਵਾਹੁਣੀ ਪੈਂਦੀ ਆ ਤੇ ਦੇਗ ਵੰਡਣੀ ਪੈਂਦੀ ਆ। ਦਰ ਤੇ ਆਏ ਨੂੰ ਦੇਗ ਤੇ ਚੜ ਕੇ ਆਏ ਨੂੰ ਤੇਗ। ਸੋ ਇਹ ਸੰਤ ਤੇ ਸਿਪਾਹੀ ਦਾ ਕਨਸੈਪਟ ਆ। ਇਹ ਪਿਕ ਐਂਡ ਚੂਜ਼ ਨਹੀਂ ਆ ਵੀ ਇਕੱਲੇ ਲੰਗਰ ਹੀ ਲਾਉਣੇ ਆ। ਇੱਥੇ ਲਾਂਗਰੀ ਨਹੀਂ ਆ। ਅਸੀਂ ਵਾਕਈ ਇਸ ਟੋਟੈਲਿਟੀ ਦੇ ਕਨਸੈਪਟ ਨੂੰ ਜੇ ਤੁਸੀਂ ਸਮਝੋਗੇ ਨਾ ਤਾਂ ਸਿੱਖੀ ਉਹ ਟੋਟੈਲਿਟੀ ਦੇ ਕਨਸੈਪਟ 'ਚ ਪਈ ਆ। ਇਹ ਨਹੀਂ ਵੀ ਤੁਸੀਂ ਇਕੱਲੇ ਲੰਗਰ ਲਾਈ ਜਾਓ ਤੇ ਵਾਹ ਖੱਟੋ ਤੇ ਵੈਲੀਡੇਸ਼ਨ ਲਈ ਜਾਓ ਇਹਨਾਂ ਦੀ। ਇਹ ਵੀ ਲਾਂਗਰੀ ਬਣਾਤਾ ਇਹਨਾਂ ਨੇ ਤਾਂ ਸਾਨੂੰ ਵੀ ਇਹ ਤਾਂ ਯਾਰ ਲੰਗਰ ਲਾਉਂਦੇ ਆ, ਇਹ ਦੇਖੋ ਕਿੰਨੀ ਸੇਵਾ ਕਰਦੇ ਆ। ਇਹ ਤਾਂ ਅਸੀਂ ਇਹਨਾਂ ਦੀ ਵੈਲੀਡੇਸ਼ਨ ਕਿਉਂ ਲੈਣੀ ਆ? ਇਹਨਾਂ ਲੋਕਾਂ ਦੀ ਗੁਰੂ ਦੀ ਵੈਲੀਡੇਸ਼ਨ ਚਾਹੀਦੀ ਆ ਸਾਨੂੰ। ਜੇ ਗੁਰੂ ਵੈਲੀਡੇਸ਼ਨ ਦਿੰਦਾ ਤੇ ਫਿਰ ਕੋਈ ਪਾਪੀ ਰੂਹ ਉੱਥੇ ਆਉਂਦੀ ਆ, ਉਹਦਾ ਸੌਦਾ ਲਾਇਆ ਜਾਂਦਾ ਤੇ ਉਹ ਤਾਂ ਪਵਿੱਤਰ ਗੱਲ ਕੀਤੀ ਜਾਂਦੀ ਆ। ਉਹਦੇ ਪਾਪੀ ਖੂਨ ਨੂੰ ਖਤਮ ਕੀਤਾ ਜਾਂਦਾ। ਕਿਸੇ ਵੀ, ਮੈਂ ਇਹੀ ਕਿਹਾ ਨਾ, ਅਸੀਂ ਇਕੁਅਲੀ ਸੈਂਸਿਟਿਵ ਹਾਂ ਵੀ ਹਿੰਦੂਆਂ ਦੇ ਸਥਾਨ ਤੇ ਵੀ ਕੋਈ ਜਾਵੇ, ਮੰਦਿਰ ਵੀ ਕੋਈ ਜਾਵੇ ਤਾਂ ਇਕੁਅਲੀ ਸੈਂਸਿਟਿਵ ਹਾਂ। ਜੇ ਉਹਨਾਂ ਨੂੰ ਇਨਸਾਫ ਨਾ ਮਿਲੇ ਤਾਂ ਸੇਮ ਇਹ ਫੀਅਰ ਸਾਈਕੋਸਿਸ ਕੌਮ ਆਪਦੇ ਹੱਥ 'ਚ ਲੈ ਲੂਗੀ। ਕੌਮਾਂ ਕਿਵੇਂ ਆਪਦੇ ਆਪ ਨੂੰ ਪ੍ਰੋਟੈਕਟ ਕਰਨੀ ਹੈ? ਸੈਲਫ ਡਿਫੈਂਸ ਦਾ ਮਸਲਾ। ਇਹ ਕਿਤੇ ਜਾ ਕੇ ਕਿਸੇ ਪਲੈਨਿੰਗ ਦੇ ਜਿਹੜੇ ਇੱਕ ਹੋਰ ਕਨਸੈਪਟ ਲੈ ਕੇ ਆਉਂਦੇ ਆ ਨਾ ਵੀ ਮੌਬ ਲਿੰਚਿੰਗ ਆ, ਉਹਨਾਂ ਨੂੰ ਕਹੋ ਵੀ ਤੁਸੀਂ ਇਹ ਜਿਹੜਾ ਮੌਬ ਲਿੰਚਿੰਗ ਦਾ ਲਫ਼ਜ਼ ਯੂਜ਼ ਕਰਦੇ ਹੋ ਨਾ, ਤੁਸੀਂ ਆਪਦੀ ਪਹਿਲਾਂ ਅਕਲ ਨੂੰ ਹੱਥ ਪਾਓ, ਇਹਨੂੰ ਹਿਸਟੋਰੀਸਾਈਜ਼ ਕਰੋ ਮੌਬ ਲਿੰਚਿੰਗ ਨੂੰ। ਜਿਵੇਂ ਬਹੁਤ ਸਾਰੇ ਅਖਬਾਰਾਂ 'ਚ ਜਾਂ ਮੀਡੀਆ 'ਚ ਨਹੀਂ, ਆਹ ਗੱਲ ਪੂਰੀ ਕਰ ਦਈਏ, ਬਹੁਤ ਜ਼ਰੂਰੀ ਹੈ। ਭੀੜ ਸ਼ਬਦ ਵਰਤਿਆ ਗਿਆ ਕਿ ਭੀੜ ਨੇ ਮਾਰਤਾ ਜਾਂ ਮੌਬ ਲਿੰਚਿੰਗ ਹੋਈ। ਜਾਂ ਮੈਂ ਇੱਕ ਜਗ੍ਹਾ ਤੇ ਪੜ੍ਹ ਰਿਹਾ ਸੀਗਾ, ਇੱਕ ਨਾਮੀ ਦੇਸ਼ ਦੇ ਅੰਗਰੇਜ਼ੀ ਅਖਬਾਰ 'ਚ ਅਲੈਜਿਡਲੀ ਸ਼ਬਦ ਵਰਤਿਆ ਕਿ ਉਹਨੇ ਅਲੈਜਿਡਲੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਸੋ ਸਿਮਿਲਰਲੀ ਐਨਡੀਟੀਵੀ ਨੇ ਕੀ ਲਿਖਿਆ? ਅਲੈਜਡ। ਹਾਂ, ਤਾਂ ਇਹ ਅਲੈਜਡ ਆ। ਉਹ ਵੀਡੀਓ ਪਈ ਆ, ਜੰਗਲਾ ਉਹਨੇ ਪਾਰ ਕੀਤਾ ਜਾ ਕੇ, ਉਹਨੇ ਕਿਰਪਾਨ ਚੱਕੀ ਆ ਉੱਥੋਂ ਜਾ ਕੇ ਤੇ ਉਦੋਂ ਬਾਅਦ ਉਹਨੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਆ। ਹਜੇ ਅਲੈਜਡ ਆ। ਅਖਬਾਰਾਂ ਨੇ ਇਹ ਵੀ ਨਹੀਂ ਸਮਝਿਆ ਕਿ ਇਹਨੂੰ ਹੈਡਲਾਈਨ ਪੇਜ 1 ਤੇ ਲਿਆ ਜਾਵੇ। ਕੁਝ ਅਖਬਾਰਾਂ ਦੇ ਵਿੱਚ ਜਿਹੜਾ ਪੋਲੀਟੀਕਲ ਖਬਰਾਂ ਉੱਤੇ ਸੀਗੀਆਂ, ਪੰਜਾਬੀ ਟ੍ਰਿਬਿਊਨ ਨੇ ਵੀ ਇਹੀ ਕੀਤਾ, ਦੇਖ ਲਓ ਤੁਸੀਂ। ਮਤਲਬ ਇਹ ਤਾਂ ਹੱਦ ਹੋ ਗਈ ਆ ਤੁਹਾਡੀ ਬਾਇਸਨੈਸ ਦੀ, ਵੀ ਤੁਸੀਂ ਇੱਕੋ ਹੀ ਤਰ੍ਹਾਂ ਦੀ ਜਿਹੜੀ ਆਈਡੀਓਲੋਜੀ ਆ ਉਹਨੂੰ ਪ੍ਰਮੋਟ ਕਰ ਰਹੇ ਹੋ ਤੇ ਸਿੱਖ ਆਈਡੀਓਲੋਜੀ ਨੂੰ ਹਮੇਸ਼ਾ ਹੀ ਤੁਸੀਂ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਆ। ਵੀ ਪੰਜਾਬ ਦੀ ਧਰਤੀ ਤੇ ਰਹਿੰਦੇ ਹੋਏ ਦਰਬਾਰ ਸਾਹਿਬ ਕੋਈ ਬੰਦਾ ਪਹੁੰਚ ਗਿਆ, ਸ਼੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਜਾ ਕੇ ਬੇਅਦਬੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਤੁਸੀਂ ਉਹਨੂੰ ਖਬਰ ਹੀ ਨਹੀਂ ਮੰਨ ਰਹੇ। ਹਾਲਾਂਕਿ ਪੇਜ 1 ਤੇ ਕੈਰੀ ਕੀਤੀ, ਮੈਂ ਵੀ ਪੜ੍ਹਿਆ, ਪਰ ਲੀਡ ਨਹੀਂ ਲਈ। ਲੀਡ ਇਦੋਂ ਵੱਡੀ ਲੀਡ ਕੀ ਹੋ ਸਕਦੀ ਸੀ ਨਿਊਜ਼ ਲਈ? ਮੇਰੇ ਖਿਆਲ ਗੁਰਨਾਮ ਸਿੰਘ ਚੜੂਨੀ ਦੀ ਖਬਰ ਤੁਸੀਂ ਜ਼ਿਕਰ ਕੀਤਾ, ਹਾਂਜੀ, ਉਹਨਾਂ ਨੂੰ ਮੇਰੇ ਖਿਆਲ ਲੀਡ ਸਟੋਰੀ ਹੈ, ਬਣਾਈ ਹੋਈ ਪੰਜਾਬੀ ਟ੍ਰਿਬਿਊਨ ਦਾ ਜ਼ਿਕਰ ਕੀਤਾ। ਹਾਂਜੀ, ਪਰ ਇੱਕ ਪਾਸੇ ਉੱਥੇ ਕਿਸਾਨੀ 'ਚ ਵਾਹ ਵੀ ਖੱਟੀ ਹੈ, ਬਹੁਤ ਵੱਡਾ ਨਾਮਣਾ ਵੀ ਖੱਟਿਆ। ਰਾਜੇਵਾਲ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਉਹ ਵੀ ਬਹੁਤ ਕੰਮ ਕੀਤਾ। ਉਹ ਨਾਮਣਾ ਖੱਟਿਆ ਕਿਸੇ, ਉਹਨਾਂ ਨੇ ਵੀ 26 ਦੀ ਘਟਨਾ ਨੂੰ ਜਿਵੇਂ ਪੂਰਾ ਦਰਸਾਇਆ। ਉਹ ਪੜ੍ਹ ਲਿਓ ਲੇਖ ਐਡੀਟੋਰੀਅਲ 'ਚ ਲਿਖੇ ਹੋਏ ਉਹਨਾਂ ਦੇ ਐਡੀਟਰ ਦੇ, ਸਵਰਾਜ ਵੀਰ ਜਿਹੜੇ ਆ, ਉਹ ਜਮਾਂ ਕਾਮਰੇਡੀ ਲਾਣੇ ਤੋਂ ਪ੍ਰਭਾਵਿਤ ਹੋ ਕੇ ਚੱਲਦੇ ਆ। ਹੁਣ ਮੀਡੀਆ ਦਾ ਰੋਲ ਆ ਇਹ। ਮੀਡੀਆ ਤਾਂ ਨਿਰਪੱਖ ਹੋਵੇ ਨਾ, ਦੋਨੇ ਤਰ੍ਹਾਂ ਦੇ ਜਿਹੜੇ ਇੱਕ ਵਿਸ਼ਲੇਸ਼ਣ ਦੇਣੇ ਚਾਹੀਦੇ ਆ, ਜਾਂ ਦੋਨੇ ਤਰ੍ਹਾਂ ਦੀਆਂ ਆਈਡੀਓਲੋਜੀ ਨੂੰ ਅਕੋਮੋਡੇਟ ਕਰਨਾ ਚਾਹੀਦਾ। ਖੈਰ ਪੱਤਰਕਾਰੀ ਦੇ ਵਿੱਚ ਜਿਨ੍ਹਾਂ ਦਾ ਸਵਰਾਜ ਵੀਰ ਹੋਣਾ ਦਾ ਤੁਸੀਂ ਨਾਂ ਲਿਆ, ਬੜਾ ਹਾਈਲੀ ਨਹੀਂ ਸਤਿਕਾਰਯੋਗ ਆ, ਅਸੀਂ ਤਾਂ ਕਹਿੰਦੇ ਆ, ਪਰ ਸਤਿਕਾਰਯੋਗ ਜੇ ਤੁਸੀਂ ਰਹਿਣਾ ਤਾਂ ਫਿਰ ਤੁਸੀਂ ਮੀਡੀਆ ਜਿਹੜਾ ਜਰਨਲਿਜ਼ਮ ਕਿਵੇਂ ਆ ਉਹਨੂੰ ਨਿਰਪੱਖ ਰੱਖੋ ਨਾ। ਟਾਰਗੇਟਸ ਮੈਂ ਦੇਖਿਆ ਤੁਸੀਂ ਅੱਜ ਕੱਲ ਕਰ ਰਹੇ ਹੋ। ਮੈਂ ਪਰਸਨਲ ਨਹੀਂ ਕਰ ਰਿਹਾ। ਮੈਂ ਥੋੜੇ ਦਿਨ ਪਹਿਲਾਂ ਇੱਕ ਪੰਜਾਬ ਦਾ ਪੀਅਰ ਪ੍ਰੈਸ਼ਰ ਗਰੁੱਪ ਵੀ ਪ੍ਰੈਸ਼ਰ ਗਰੁੱਪ ਕ੍ਰੀਏਟ ਹੋਇਆ। ਉਹਨਾਂ ਨੇ ਕਿਹਾ ਕਿ ਅਸੀਂ ਸਿਆਸਤ ਨਹੀਂ ਕਰਾਂਗੇ, ਪਰ ਅਸੀਂ ਪ੍ਰੈਸ਼ਰ ਗਰੁੱਪ ਹੋਵਾਂਗੇ। ਤੁਸੀਂ ਬਹੁਤ ਸਟ੍ਰੇਟ ਫਾਰਵਰਡਲੀ ਉਹਦੇ ਤੇ ਵੀ ਕਟਾਕਸ਼ ਕੀਤਾ। ਉਹ ਆਪਾਂ ਜੂਝਦੇ ਪੰਜਾਬ ਦੀ ਗੱਲ ਕਰਦੇ ਆ ਨਾ ਬਾਈ, ਮੇਰੇ ਤੋਂ ਦੇਖੋ ਗੱਲਾਂ ਹੀ ਘੁਮਾ ਫਰਾ ਕੇ ਨਹੀਂ ਹੁੰਦੀਆਂ। ਮੈਨੂੰ ਜਿਹੜੀ ਇੱਕ ਪੋਲੀਟੀਕਲ ਭਾਸ਼ਾ ਨਾ ਉਹਦੀ ਸਮਝ ਨਹੀਂ ਆ। ਮੈਂ ਨਾਨ ਪੋਲੀਟੀਕਲ ਭਾਸ਼ਾ ਨੂੰ, ਜਾਂ ਜਿਹੜੀ ਪੋਲੀਟੀਕਲ ਇੱਕ ਕਰੈਕਟਨੈਸ ਹੁੰਦੀ ਆ ਨਾ, ਸੋ ਮੇਰੇ ਕੋਲੇ ਤਾਂ ਸਿੱਧੀਆਂ ਗੱਲਾਂ ਕਿਉਂਕਿ ਮੈਂ ਕਿਸੇ ਨਫ਼ਰਤ ਚੋਂ ਨਹੀਂ ਗੱਲ ਕਰ ਰਿਹਾ, ਮੈਂ ਸਿਧਾਂਤ ਦੇ ਉੱਤੇ ਗੱਲ ਕਰਦਾ। ਸੋ ਫਿਰ ਸਿਧਾਂਤ ਦੇ ਉੱਤੇ ਜਦੋਂ ਗੱਲ ਕੀਤੀ ਜਾਂਦੀ ਆ ਤਾਂ ਗੱਲ, ਔਰ ਇਹ ਗੱਲ ਵੀ ਨਹੀਂ ਮੈਂ ਕਰ ਰਿਹਾ ਵੀ ਆਪਾਂ ਕਿਸੇ ਦਾ ਸਤਿਕਾਰ ਨਹੀਂ ਕਰਦੇ, ਚਾਹੇ ਉਹ ਸਵਰਾਜ ਵੀਰ ਹੋਣ ਚਾਹੇ ਕੋਈ ਹੋਰ ਹੋਵੇ। ਇਹ ਸਤਿਕਾਰ 'ਚ ਕੋਈ ਕਮੀ ਨਹੀਂ ਆ। ਸਿਧਾਂਤ ਤੇ ਸਵਾਲ ਜ਼ਰੂਰ ਕੀਤਾ ਜਾਊਗਾ, ਸੋ ਉੱਥੇ ਕੋਈ ਵੀ ਹੋਵੇ। ਹੁਣ ਮੈਂ ਇੱਕ ਗੱਲ ਇਹ ਪੁੱਛਣੀ ਚਾਹਣਾ ਵੀ ਜਦੋਂ ਇੱਕ ਪ੍ਰੈਸ਼ਰ ਗਰੁੱਪ ਬਣਦਾ ਤੇ ਉਹ ਇਹ ਕਹਿ ਰਹੇ ਆ ਵੀ ਅਸੀਂ ਪੋਲੀਟੀਕਲ ਪਾਰਟੀਜ਼ ਨੂੰ ਏਜੰਡੇ ਦੇਵਾਂਗੇ। ਪਹਿਲੀ ਗੱਲ, ਸਭ ਤੋਂ ਵੱਡੀ ਜਿਹੜੀ ਗੱਲ ਆ,
ਇਹ ਇੰਟੈਲੈਕਚੁਅਲ ਲੈਵਲ ਤੇ ਸਮਝਣ ਵਾਲੀ ਆ ਵੀ ਤੁਸੀਂ ਪੰਜਾਬ ਨੂੰ ਐਂ ਸਮਝ ਰਹੇ ਹੋ ਵੀ ਜਿਵੇਂ ਕੋਈ ਪੰਜਾਬ ਐਡਮਿਨਿਸਟ੍ਰੇਟਿਵ ਯੂਨਿਟ ਹੁੰਦਾ ਇੰਡੀਅਨ ਗਵਰਨਮੈਂਟ ਦਾ ਜਾਂ ਸੈਂਟਰ ਦਾ, ਜਿਵੇਂ ਕਿ ਬੰਗਾਲ ਆ ਜਾਂ ਜਿਵੇਂ ਮਹਾਰਾਸ਼ਟਰ। ਪੰਜਾਬ ਇੱਕ ਸੈਪਰੇਟ ਨੈਸ਼ਨੈਲਿਟੀ ਦਾ ਹੋਮਲੈਂਡ ਰਿਹਾ ਔਰ ਉਹ ਐਸਪੀਰੇਸ਼ਨ ਉੱਥੇ ਹਜੇ ਵੀ ਪਈ ਆ, ਇਹ ਭਾਵਨਾ ਹਜੇ ਵੀ ਪਈ ਆ ਇੱਥੇ। ਸੋ ਪੰਜਾਬ ਦਾ ਰਿਐਕਸ਼ਨ ਐਂਡ ਪੰਜਾਬ ਦਾ ਬਿਹੇਵੀਅਰ ਇਹ ਦੋਨੇ ਹੀ ਵੱਖਰੇ ਆ ਫਰੋਮ ਰੈਸਟ ਆਫ ਇੰਡੀਆ। ਜੇ ਪੰਜਾਬ ਅੱਜ ਦੇਖੋ ਤੁਸੀਂ ਮਰਾਠੇ ਆ ਜਿਹੜੇ ਨਾ, ਉਹ ਬਹੁਤ ਵੱਡੀ ਲੈਵਲ ਤੇ ਅਸਿਮੀਲੇਟ ਹੋ ਗਏ, ਉਹਨਾਂ ਨੂੰ ਕਲਚਰਲ ਜਿਹੜੀ ਅਸਿਮੀਲੇਸ਼ਨ ਆ ਹੁਣ ਤੰਗ ਕਰ ਰਹੀ ਆ। ਰਾਜਪੂਤਾਂ ਦੀ ਹੋ ਗਈ, ਉਹਨਾਂ ਨੂੰ ਵੀ ਤੰਗ ਕਰ ਰਹੀ ਆ। ਜਿਹੜੇ ਬੌਧਿਸਟ ਸੀ, ਜਿਹੜਾ ਬੁੱਧ ਮਤ ਹੀ ਇੱਥੋਂ ਉੱਠਿਆ, ਉਹਨਾਂ ਨੂੰ ਉਹ ਦਿਖਦੇ ਆ ਜਦੋਂ ਪੰਜਾਬ ਬੜਾ ਵੱਡਾ ਸੈਂਟਰ ਰਿਹਾ, ਹਾਂ ਕਿਤੇ ਦਿਖਦੇ ਆ, ਉਹ ਵੀ ਅਸਿਮੀਲੇਟ ਹੋ ਗਏ। ਸੋ ਇੱਕੋ ਹੀ ਕੌਮ ਆ ਜਿਹੜੀ ਖੜੀ ਆ ਔਰ ਪੰਜਾਬ ਜਿਹੜਾ ਖੜਾ ਉਹਨਾਂ ਦੇ ਸਾਹਮਣੇ ਵੀ ਉਹ ਅਸਿਮੀਲੇਸ਼ਨ ਪ੍ਰੋਸੈਸ 'ਚ ਨਹੀਂ ਆ ਰਿਹਾ, ਤੇ ਉਹਦੇ ਪਿੱਛੇ ਪਏ ਆ ਸਾਡੇ ਸਿਧਾਂਤ। ਹੁਣ ਜੇ ਅਸੀਂ ਇਸ ਐਸਪੀਰੇਸ਼ਨ ਨੂੰ ਨਹੀਂ ਸਮਝਦੇ ਤੇ ਇਸ ਜਗ੍ਹਾ ਦੀ ਹਰ ਖਿੱਤੇ ਦੀ ਇੱਕ ਵਿਸ਼ੇਸ਼ਤਾ, ਪੰਜਾਬ ਦੀ ਵਿਸ਼ੇਸ਼ਤਾ ਹੀ ਇਹ ਆ ਵੀ ਇੱਕ ਸੈਪਰੇਟ ਜਿਹੜੀ ਨੈਸ਼ਨੈਲਿਟੀ ਦਾ ਹੋਮਲੈਂਡ ਆ। ਆਪਾਂ ਕਹਿੰਦੇ ਆ ਨਾ ਯੂਨੀਅਨ ਆਫ ਇੰਡੀਆ, ਇੰਡੀਆ ਇਜ਼ ਅ ਨੇਸ਼ਨ ਆਫ ਮਲਟੀਨੈਸ਼ਨਲ ਕੰਟਰੀਜ਼, ਮਲਟੀਨੈਸ਼ਨਲ ਨੈਸ਼ਨੈਲਿਟੀਜ਼, ਦਿਸ ਇਜ਼ ਵਾਟ ਵੀ ਸੇ ਰਾਈਟ। ਸੋ ਇਹਦਾ ਮਤਲਬ ਇੱਕ ਯੂਨੀਅਨ ਜਿਹੜੀ ਬਣੀ ਆ ਨਾ, ਉਹ ਮਲਟੀਨੈਸ਼ਨਲ ਨੈਸ਼ਨੈਲਿਟੀਜ਼ ਨੇ ਕ੍ਰੀਏਟ ਕੀਤੀ ਆ, ਪਰ ਉਹ ਨੇਸ਼ਨ ਪਾਲਿਸੀ ਦੇ ਅਧੀਨ ਇੱਕੋ ਹੀ ਕੌਮ ਸਿਰਜਣਾ ਚਾਹੁੰਦੇ ਆ ਇੱਥੇ, ਇੱਕੋ ਹੀ ਨੈਸ਼ਨੈਲਿਟੀ ਵੀ ਵੀ ਆਰ ਐਨ ਇੰਡੀਅਨ। ਪਰ ਸਾਡੇ ਕੋਲੇ ਜਿਹੜਾ ਇੱਕ ਸਿਧਾਂਤ ਪਿਆ ਵੀ ਅਸੀਂ ਪੰਜਾਬੀ ਪਹਿਲਾਂ, ਅਸੀਂ ਆਪਦੇ ਕੌਮ ਦੇ ਸਿਧਾਂਤਾਂ ਤੇ ਪਹਿਲਾਂ ਖੜੇ ਆ, ਫਿਰ ਅਸੀਂ ਇੰਡੀਅਨ ਆ। ਇੰਨਾ ਹੀ ਫਰਕ ਹੈ ਨਾ। ਪਰ ਕੀ ਇਸ ਲੜਾਈ 'ਚ ਰੋਜ਼ਮਰਾ ਦੀਆਂ ਰੋਜ਼ਮਰਾ ਦੀਆਂ ਛੋਟੀਆਂ ਲੜਾਈਆਂ ਛੱਡ ਦੇਣੀਆਂ ਚਾਹੀਦੀਆਂ? ਪੂਰੀ ਗੱਲ ਕਰ ਲਈਏ ਹੁਣ, ਇਹ ਬਹੁਤ ਜ਼ਰੂਰੀ ਆ ਕਿਉਂਕਿ ਇਹਦੇ ਤੇ ਬੜਾ ਵੱਡਾ ਮੁੱਦਾ ਬਣਦਾ ਤੇ ਫਿਰ ਪ੍ਰੋਪੇਗੈਂਡਾ ਚਲਾਇਆ ਜਾਂਦਾ ਵੀ ਇਹ ਦੇਖੋ RSS ਇਹਦਾ ਵਿਰੋਧ ਹੀ ਕਰਨ ਨੂੰ ਪੈਦਾ ਹੋਇਆ। ਇਹ ਗੱਲ ਵਿਰੋਧ ਚੋਂ ਤਾਂ ਆ ਹੀ ਨਹੀਂ ਰਹੀ ਨਾ, ਇਹ ਤਾਂ ਇੰਟੈਲੈਕਚੁਅਲ ਲੈਵਲ ਤੇ ਆ। ਆਪਾਂ ਤਾਂ ਕਹਿੰਦੇ ਆਓ ਡਿਸਕਸ਼ਨ ਕਰ ਲੈਂਦੇ ਆ, ਸੰਗਤ ਡਿਸਾਈਡ ਕਰ ਲੂਗੀ। ਇਹਦੇ 'ਚ ਤਾਂ ਕੋਈ ਮਾੜੀ ਗੱਲ ਨਹੀਂ ਆ, ਇਹ ਤਾਂ ਪੂਰਾ ਵੈਸਟ ਕਰਦਾ। ਉਹਨਾਂ ਦੇ ਜਿਹੜੀਆਂ ਡਿਬੇਟਸ ਆ ਉਹ ਲਾਈਵ ਹੁੰਦੀਆਂ ਐਂਡ ਪੀਪਲ ਡਿਸਾਈਡ ਹੂ ਇਜ਼ ਐਕਚੁਅਲੀ ਫਾਈਟਿੰਗ ਫॉर ਅਸ, ਯੂ ਨੋ ਹੂ ਸਟਰਗਲਿੰਗ ਫॉर ਅਸ। ਤਾਂ ਲੀਡਰਸ ਹੀ ਇੱਥੋਂ ਇਵੋਲਵ ਹੁੰਦੇ ਆ। ਸੋ ਇਹ ਤਾਂ ਬਹੁਤ ਇੱਕ ਪੋਜ਼ਿਟਿਵ ਇਨਵਾਇਰਮੈਂਟ ਦੀ ਗੱਲ ਆ, ਜਿਹੜਾ ਪੋਜ਼ਿਟਿਵ ਜਾਂ ਕੰਸਟਰਕਟਿਵ ਕ੍ਰਿਟਿਸਿਜ਼ਮ ਆ। ਹੁਣ ਮੈਂ ਇਹ ਗੱਲ ਪੁੱਛ ਰਿਹਾ, ਜਦੋਂ ਤੁਹਾਨੂੰ ਇੱਥੋਂ ਦੀ ਵਿਸ਼ੇਸ਼ਤਾ ਹੀ ਨਹੀਂ ਸਮਝ ਇਸ ਧਰਤੀ ਦੀ, ਦੂਜੀ ਤੁਹਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਤੁਸੀਂ ਪੋਲੀਟੀਕਲ ਸਟਰਕਚਰ ਨੂੰ ਨਹੀਂ ਸਮਝ ਰਹੇ। ਤੁਸੀਂ ਪੋਲੀਟੀਕਲ ਸਟਰਕਚਰ ਦੀ ਜਿਹੜੀ ਕੈਰੈਕਟਰਿਸਟਿਕਸ ਆ ਉਹਨੂੰ ਨਹੀਂ ਸਮਝ ਰਹੇ ਵੀ ਉਹ ਮੈਜੋਰਿਟੀ ਦਾ ਜਿਹੜਾ ਸਟਰਕਚਰ ਆ, ਮੈਜੋਰਿਟੇਰੀਅਨ ਸਟਰਕਚਰ ਆ, ਤੇ ਉੱਥੇ ਜਿਹੜੀ ਪਾਵਰ ਆ ਉਹ ਸਾਰੀ ਸੈਂਟਰਲਾਈਜ਼ਡ ਆ। ਫਿਰ ਤੁਹਾਡੇ ਏਜੰਡੇ ਦਿੱਤੇ ਕੀ ਕਰਨਗੇ? ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਸਟਾਂਪ ਪੇਪਰ ਤੇ ਲਿਖਾ ਲਿਆ ਕਰਾਂਗੇ, ਤੇ ਜੇ ਉਹ ਗੱਲਾਂ ਨਹੀਂ ਕੀਤੀਆਂ ਤੇ ਅਸੀਂ ਉਹਦੇ ਨੂੰ ਕਿਹਾ ਕਰਾਂਗੇ ਵੀ ਅਸਤੀਫਾ ਦੇ। ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਇਹ ਕਿਤੇ ਇਨਫੋਰਸੇਬਲ ਹੈ? ਇਹ ਵਾਈਕੇਰੀਅਸ ਲਾਇਬਿਲਿਟੀ ਕਿਤੇ ਇਨਫੋਰਸੇਬਲ ਹੈ? ਕਿਹੜੀ ਪ੍ਰੋਵੀਜ਼ਨ ਦੇ ਅੰਡਰ ਇਨਫੋਰਸ ਕਰੋਗੇ? ਅਗਲਾ ਕਹੂਗਾ, MLA ਕਹੂਗਾ ਵੀ ਮੇਰੇ ਕੋਲੇ ਤਾਂ ਪਾਵਰ ਹੀ ਹੈ ਨਹੀਂ ਜੀ ਆ ਕਰਨ ਦੀ। ਮੈਂ ਆਪਦੇ ਕੈਬਨਿਟ ਮਿਨਿਸਟਰ ਨੂੰ ਕਿਹਾ ਹੋਇਆ, ਕੈਬਨਿਟ ਮਿਨਿਸਟਰ ਕਿਹਾ, ਮੈਂ CM ਨੂੰ ਕਿਹਾ ਹੋਇਆ, ਉਹ ਫਿਰ ਸਾਰੀ ਕੈਬਨਿਟ ਵੀ ਇਕੱਠੀ ਕਰ ਲੈਣ ਜਿਹੜੀ ਕਿਸਾਨ ਅੰਦੋਲਨ 'ਚ ਹੋਈ ਵੀ ਸੀ। 117 ਦੇ 117 MLA ਨੇ ਸਾਡੇ ਹੱਕ 'ਚ ਮਤੇ ਪਾਏ ਸੀ, ਪਰ ਉਹ ਮਤੇ ਦੇ ਨਾਲ ਕਾਨੂੰਨ ਰੱਦ ਹੋ ਗਏ ਸੀ। ਸੋ ਪਾਵਰ ਕਿੱਥੇ ਪਈ ਸੀ? ਸਾਰੀ ਸੈਂਟਰ ਕੋਲੇ ਪਈ ਸੀ। ਸੋ ਜਿਹੜੀ ਪੋਲੀਟਿਕਸ ਨੂੰ ਤੁਸੀਂ ਕਹਿ ਰਹੇ ਹੋ ਪ੍ਰਭਾਵਿਤ ਕਰਾਂਗੇ, ਉਹਨੂੰ ਇਨਫਲੂਐਂਸ ਕਰਾਂਗੇ, ਉਹਨਾਂ ਨੂੰ ਸਹੀ ਰਾਹਾਂ ਤੇ ਲੈ ਕੇ ਆਵਾਂਗੇ, ਜੇ ਉਹਦਾ ਤੁਸੀਂ ਕੈਰੈਕਟਰਿਸਟਿਕ ਹੀ ਨਹੀਂ ਸਮਝ ਰਹੇ, ਉਹਦਾ ਜਿਹੜਾ ਇੱਕ ਉਹਦਾ ਨਿਊਕਲੀਅਸ ਪੁਆਇੰਟ ਆ ਉਹੀ ਨਹੀਂ ਸਮਝ ਰਹੇ ਵੀ ਇਹ ਮੈਜੋਰਿਟੇਰੀਅਨ ਸਿਸਟਮ ਆ ਤੇ ਇੱਥੇ ਜਿਹੜੀ ਸਾਰੀ ਪਾਵਰ ਆ ਉਹ ਸੈਂਟਰਲਾਈਜ਼ ਕਰ ਰੱਖੀ ਆ, ਤੇ ਸੈਂਟਰਲਾਈਜ਼ ਤੋਂ ਬਾਅਦ ਉਹ ਪਰਸਨਲਾਈਜ਼ ਵੀ ਕਰਦੇ। ਅੱਜ ਸਾਰੀ ਪਾਵਰ ਮੋਦੀ ਤੇ ਅਮਿਤ ਸ਼ਾਹ ਕੋਲੇ ਆ, ਉਹ ਬਾਕੀ ਤਾਂ ਮੋਹਰਾਂ ਹੀ ਆ ਨਾ। ਸੋ ਫਿਰ ਤੁਹਾਡੀ ਕਿਹੜੀ ਪੋਲਿਟਿਕਸ ਇੰਪੈਕਟ ਕਰੂਗੀ, ਕਿਹੜੇ ਮੁੱਦਿਆਂ ਨੂੰ ਇੰਪੈਕਟ ਕਰ ਸਕਦੀ ਆ? ਜਿੱਥੇ ਹੋ ਸਕਦਾ ਹੈ, ਜਿੱਥੇ ਜਿਹੜੇ ਇਸ਼ੂਜ਼ ਦੇ ਉੱਤੇ ਅੱਜ ਪੋਲੀਟੀਸ਼ੀਅਨ ਕੰਮ ਕਰ ਸਕਦਾ ਪਰ ਨਹੀਂ ਕਰ ਰਿਹਾ, ਜੇ ਪ੍ਰੈਸ਼ਰ ਗਰੁੱਪ ਉਹ ਕੰਮ ਕਰਵਾ ਰਿਹਾ ਹੈ ਆਮ ਲੋਕਾਂ ਦੇ, ਛੋਟੀਆਂ ਚੀਜ਼ਾਂ ਮੈਟਰ ਕਰਦੀਆਂ ਲੋਕਾਂ ਵਾਸਤੇ। ਭਾਈ ਜੀ ਮੇਰੀ ਗੱਲ ਸੁਣੋ, ਤਾਂ ਕਰਦੇ ਤਾਂ ਉਹਦੇ 'ਚ ਕੀ ਨੁਕਸਾਨ ਹੈ? ਕੋਈ ਨੁਕਸਾਨ ਨਹੀਂ। ਫਿਰ ਉਹ ਪੋਜੀਸ਼ਨ ਆਪਦੀ ਕਲੀਅਰ ਕਰਨ ਪਹਿਲਾਂ ਵੀ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਨਾ, ਉਹ ਸਿਰਫ ਗਲੀਆਂ ਤੇ ਨਾਲੀਆਂ ਕੱਚੀਆਂ ਪੱਕੀਆਂ ਕਰਨ ਦੀ ਗੱਲ ਕਰ ਰਹੇ ਹਾਂ। ਅਸੀਂ ਕੋਈ ਪਾਣੀਆਂ ਦੇ ਮਸਲੇ ਨਹੀਂ ਲੈ ਕੇ ਆਵਾਂਗੇ, ਅਸੀਂ ਕੋਈ ਸੈਂਟਰ ਸਟੇਟ ਰਿਲੇਸ਼ਨਸ਼ਿਪ ਨਹੀਂ ਲੈ ਕੇ ਆਵਾਂਗੇ। ਅਵੇਅਰ ਕਰਾਂਗੇ। ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ,
ਉਹਨਾਂ ਨੇ ਕਿਹਾ ਮਨਰੇਗਾ ਤੋਂ ਲੈ ਕੇ ਬਹੁਤ ਸਾਰੀਆਂ ਸਕੀਮਸ ਨੇ ਜਿਹੜੀਆਂ ਸਕੀਮਸ ਬਾਰੇ ਲੋਕਾਂ ਨੂੰ ਜਾਗਰੂਕਤਾ ਹੀ ਨਹੀਂ ਹੈ। ਸਾਡੇ ਜ਼ਿਮੀਂਦਾਰਾਂ ਨੂੰ ਆਮ ਘਰਾਂ 'ਚ ਚੀਜ਼ਾਂ ਦਾ ਪਤਾ ਹੀ ਨਹੀਂ ਹੈ, ਉਹਨਾਂ ਦੇ ਰਾਈਟਸ ਦਾ ਨਹੀਂ ਪਤਾ। ਉਹ ਥਾਣੇ ਜਾਂਦਾ ਬੰਦਾ ਡਰਦਾ ਹੈ, ਕਚਹਿਰੀ ਜਾਂਦਾ ਬੰਦਾ ਡਰਦਾ ਹੈ। ਅਵੇਅਰ ਕਰਾਂਗੇ ਲੋਕਾਂ ਨੂੰ। ਹੁਣ ਇਹ ਜਿਹੜੀਆਂ ਗੱਲਾਂ ਹੁੰਦੀਆਂ ਨਾ, ਇਹ ਗੱਲਾਂ ਕਿਸੇ ਇਗਨੋਰੈਂਸ 'ਚੋਂ ਪੈਦਾ ਹੁੰਦੀਆਂ। ਅੱਜ ਪੰਜਾਬ ਨੂੰ ਲੋੜ ਕੀ ਆ? ਪੰਜਾਬ ਨੂੰ ਲੋੜ ਆ ਸੈਲਫ ਡਿਪੈਂਡੈਂਸੀ ਦੀ, ਵੀ ਸੈਂਟਰ ਤੇ ਸਾਡੀ ਮਿਨੀਮਮ ਡਿਪੈਂਡੈਂਸੀ ਹੋਵੇ। ਸੈਂਟਰ ਦੀ ਡਿਪੈਂਡੈਂਸੀ ਹੀ ਆ ਮਸਲੇ ਖੜੇ ਕਰ ਰਹੀ ਹੈ ਨਾ। ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਵੀ ਸੈਂਟਰ ਤੇ ਹੋਰ ਡਿਪੈਂਡ ਕਰ ਲਓ, ਇਹ ਸੈਂਟਰ ਦੀਆਂ ਸਕੀਮਸ ਹੀ ਹੈ ਨਾ, ਵੀ ਉਹਨਾਂ ਨੂੰ ਪਤਾ ਹੋਵੇ, ਇਹਦਾ ਫਾਇਦਾ ਲੈ ਸਕਣ। ਆਈ ਐਮ ਸੇਇੰਗ ਜੇ ਅਸੀਂ ਸੈਂਟਰ ਤੇ ਜਿੰਨਾ ਡਿਪੈਂਡ ਕਰਾਂਗੇ, ਉਹ ਕੱਲ ਨੂੰ ਤੁਹਾਨੂੰ ਜਦੋਂ ਮਰਜ਼ੀ ਖਿੱਚ ਲੈਣ, ਤੁਹਾਡਾ ਕੰਨ ਮਰੋੜ ਦੇਣ, ਤੇ ਉਹ ਹਮੇਸ਼ਾ ਮਰੋੜੀ ਜਾ ਰਹੇ ਆ। ਤੁਹਾਡਾ ਪਾਣੀ ਇਸ ਕਰਕੇ ਨਹੀਂ ਲੈ ਕੇ ਜਾ ਰਹੇ ਵੀ ਉਹਨਾਂ ਨੂੰ ਪਾਣੀ ਚਾਹੀਦਾ। ਪਾਣੀ ਤਾਂ ਗੰਗਾ ਦਾ ਜਾ ਕੇ ਸਮੁੰਦਰਾਂ 'ਚ ਡਿੱਗਦਾ। ਤੁਹਾਡਾ ਪਾਣੀ, ਤੁਹਾਡੇ ਰਿਸੋਰਸਿਸ ਦੀ ਲੁੱਟ ਇਸ ਕਰਕੇ ਕੀਤੀ ਜਾ ਰਹੀ ਆ ਵੀ ਤੁਹਾਡੀ ਅਸਿਮੀਲੇਸ਼ਨ ਇੱਥੇ ਹੋਣੀ ਚਾਹੀਦੀ ਆ। ਉਹਨਾਂ ਦੀ ਨੇਸ਼ਨ ਪਾਲਿਸੀ ਦੇ ਵਿੱਚ ਤੁਸੀਂ ਫਿੱਟ ਹੋਣੇ ਚਾਹੀਦੇ ਹੋ। ਤੁਹਾਡੀ ਪ੍ਰਵਾਸ ਵੀ ਇੱਥੋਂ ਹੀ ਇਨਫਲੂਐਂਸਡ ਆ। ਤੁਹਾਡੇ ਕੋਲੇ ਨਸ਼ੇ ਵੀ ਇੱਕ ਜੈਨੋਸਾਈਡ ਆ ਜਿਹੜੀ, ਉਹ ਵੀ ਇੱਥੋਂ ਹੀ ਚੱਲਦੀ ਆ। ਅਦਰਵਾਈਜ਼ ਤੁਹਾਨੂੰ ਲੱਗਦਾ ਕੋਈ ਸਟੇਟ ਗਵਰਨਮੈਂਟ ਨਸ਼ਾ ਨਾ, ਪੋਲੀਟੀਕਲ ਵਿਲ ਹੋਵੇ, ਨਸ਼ਾ ਨਾ ਕੰਟਰੋਲ ਹੋ ਸਕਦਾ ਹੋਵੇ? ਪਰ ਇਹ ਜੈਨੋਸਾਈਡ ਦੀ ਪਾਲਿਸੀ ਹੈ ਇੱਕ ਪੂਰੀ। ਤੁਹਾਡੇ ਕੋਲੇ ਜਿਹੜੇ ਇੱਥੇ ਅੱਜ ਦੀ ਡੇਟ 'ਚ ਜੇ ਟੈਕਨੀਕਲੀ ਗੱਲ ਕਰੀਏ ਤਾਂ ਜਿਹੜੀਆਂ ਮਾਡਰਨ ਇਕੋਨਮੀਜ਼ ਆ ਨਾ ਭਾਈ, ਉਹਦੇ 'ਚ ਸਰਵਿਸ ਇਕੋਨਮੀ ਲੀਡਸ ਦ ਚਾਰਟ, ਫਿਰ ਇੰਡਸਟਰੀਅਲ ਇਕੋਨਮੀ ਆਉਂਦੀ ਆ, ਫਿਰ ਉਹ ਤੋਂ ਬਾਅਦ ਐਗਰੀਰੀਅਨ ਮਾਡਲ ਜਾਂ ਐਗਰੀਕਲਚਰ ਇਕੋਨਮੀ ਆਉਂਦੀ ਆ। ਅਸੀਂ ਅੱਜ ਵੀ ਐਗਰੀਰੀਅਨ ਮਾਡਲ ਤੇ ਹੀ ਖੜੇ ਹਾਂ। ਪਰ ਤੁਸੀਂ ਕੀ ਜੋ 70 ਤੇ 80 ਦੇ ਦਹਾਕੇ 'ਚ ਪੰਜਾਬ ਨੇ ਕੀਤਾ, ਵੱਧ ਅਧਿਕਾਰਾਂ ਦੀ ਲੜਾਈ ਲੜੀ, ਮੋਰਚੇ ਲੱਗੇ, ਅਕਾਲੀ ਦਲ ਮੋਹਰੀ ਹੋ ਕੇ ਲੜਦਾ ਰਿਹਾ, ਤੁਸੀਂ ਇਹ ਕਹਿ ਰਹੇ ਹੋ ਕਿ ਅੱਜ ਦੁਬਾਰਾ ਉਸੇ ਲੜਾਈ ਨੂੰ ਵੱਡਾ ਕਰਨ ਦੀ ਲੋੜ ਹੈ ਕਿ ਪੰਜਾਬ ਪੂਰਾ ਸਮੁੱਚਤਾ ਦੇ ਵਿੱਚ ਇਕਮੁੱਠ ਹੋ ਕੇ, ਜਿਵੇਂ ਕਿਸਾਨ ਅੰਦੋਲਨ ਲੜਿਆ, ਸੈਂਟਰ ਦੇ ਮੂਹਰੇ ਹਿੱਕ ਡਾ ਕੇ ਖੜ ਜੇ ਕਿ ਸਾਨੂੰ ਸਾਡੇ ਅਧਿਕਾਰ ਚਾਹੀਦੇ? ਦੇਖੋ, ਇਹੀ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਹੁਣ ਜਿਹੜੀ ਤੁਸੀਂ ਗੱਲ ਕਹੀ ਆ ਨਾ, ਸੱਚਾਈ ਤਾਂ ਇੱਥੇ ਹੀ ਪਈ ਆ। ਝੂਠ ਜੇ ਬੋਲ ਕੇ ਇਲੈਕਸ਼ਨ ਲੜਦੇ ਆ, ਲੜਦੇ ਰਹਾਂਗੇ। ਸੱਚਾਈ ਆ ਜਿਹੜੀ ਉਹ ਇੱਥੇ ਹੀ ਪਈ ਆ ਵੀ ਪੰਜਾਬ ਜਾਂ ਕੋਈ ਵੀ ਸਟੇਟ, ਇਹ ਕੌਨਫਲਿਕਟ ਜਾਂ ਇਹ ਮਸਲੇ ਉਦੋਂ ਤੱਕ ਹੱਲ ਨਹੀਂ ਹੋਣਗੇ ਜਦੋਂ ਤੱਕ ਉਹਨਾਂ ਦੀ ਹੋਣੀ ਦੇ ਅਧਿਕਾਰ ਤੁਸੀਂ ਉਹਨਾਂ ਨੂੰ ਦੇ ਨਹੀਂ ਦਿੰਦੇ। ਸੋ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ, ਕਿਸਾਨੀ ਦਾ ਜਿਹੜਾ 3 ਕਾਨੂੰਨ ਆਏ ਸੀ, ਇਹ ਵੀ ਵੱਧ ਅਧਿਕਾਰਾਂ 'ਚੋਂ ਹੀ ਪੈਦਾ ਹੋਈ ਸੀ ਪ੍ਰੋਬਲਮ। ਸੋ ਇਹਦਾ ਮਤਲਬ ਜਦੋਂ ਤੱਕ ਤੁਸੀਂ ਅਧਿਕਾਰਾਂ ਤੇ ਸਪਸ਼ਟ ਨਹੀਂ ਹੁੰਦੇ ਤੇ ਸੂਬਿਆਂ ਨੂੰ ਉਹਨਾਂ ਦੇ ਅਧਿਕਾਰ ਨਹੀਂ ਦਿੰਦੇ, ਇਹਨੂੰ ਟਰੂ ਫੈਡਰਲ ਸਟਰਕਚਰ ਕ੍ਰੀਏਟ ਨਹੀਂ ਕਰਦੇ। ਪਰ ਉਹ ਫੈਡਰਲ ਸਟਰਕਚਰ 'ਚ ਵੀ ਡਿਫਰੈਂਸ਼ੀਏਟ ਕਰਨਾ ਪੈਂਦਾ। ਪੰਜਾਬ ਦਾ ਫੈਡਰਲ ਸਟਰਕਚਰ might be different than the federal structure which is for any other state in India. ਜਦੋਂ ਮੈਂ ਕਿਹਾ ਨਾ ਇੱਕ ਸੈਪਰੇਟ ਨੈਸ਼ਨੈਲਿਟੀ ਦਾ ਇੱਕ ਹੋਮਲੈਂਡ ਹੈ ਇਹ, ਸੋ ਫੈਡਰਲ ਸਟਰਕਚਰ ਪੰਜਾਬ ਦਾ ਥੋੜਾ ਵੱਖਰਾ ਹੋਊਗਾ। ਹਰ ਫੈਡਰਲ ਸਟਰਕਚਰ ਕੈਨੋਟ ਬੀ, ਅਗੇਨ ਉਹ ਸੈਂਟਰਲ ਪਾਲਿਸੀ ਦੇ ਅਧੀਨ ਨਹੀਂ ਫੈਡਰਲ ਸਟਰਕਚਰ ਐਸਟੈਬਲਿਸ਼ ਕੀਤਾ ਜਾ ਸਕਦਾ। ਸੋ ਇਹਦੇ ਤੇ ਤਾਂ ਸਕਾਲਰਸ ਤੇ ਇੰਟੈਲੈਕਚੁਅਲਸ ਬੈਠਣਗੇ। ਇਹ ਤਾਂ ਇੱਕ ਪ੍ਰੋਸੈਸ ਆ ਜਿਹਦੇ 'ਚ ਕਨਸਟੀਟਿਊਸ਼ਨਸ 'ਚ ਰਿਫਾਰਮਸ ਹੋਣਗੇ, ਔਰ ਇਹ ਹੋਣੇ ਹੀ ਹੋਣੇ ਆ। ਤੇ ਜੇ ਇਹ ਨਾ ਮੰਨੀ ਗੱਲ, ਨਿਊਕਲੀਅਸ ਸਟਰੋਂਗ ਹੁੰਦਾ ਰਿਹਾ, ਇੱਕ ਪੁਆਇੰਟ ਇਹੋ ਜਿਹਾ ਹੋਊਗਾ, ਨਿਊਕਲੀਅਸ ਨੇ ਬਰਸਟ ਹੋ ਜਾਣਾ। ਯੂ ਅੰਡਰਸਟੈਂਡ ਵਾਟ ਆਈ ਐਮ ਸੇਇੰਗ? ਇਹ ਚਰਚਾਵਾਂ ਤਾਂ ਹੁੰਦੀਆਂ ਰਹੀਆਂ। ਜਿਹੜਾ ਖਾਲਿਸਤਾਨ ਦਾ ਕਨਸੈਪਟ ਨਿਕਲਿਆ, ਉਸ ਜਦੋਂ ਬਰਸਟ ਹੋਇਆ ਉੱਥੋਂ ਹੀ ਨਿਕਲਦਾ। ਹੁਣ ਮੈਂ ਇਹੀ ਗੱਲ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਇਸ਼ਾਰਾ ਕਰ ਰਹੇ ਹੋ ਕਿ ਜੇ ਨਹੀਂ ਇਹਦੇ ਕੇਟਰ ਕੀਤਾ ਗਿਆ ਤਾਂ ਇੱਕ ਦਿਨ ਦੁਬਾਰਾ ਪੰਜਾਬ ਖਾਲਿਸਤਾਨ ਦੀ ਲੜਾਈ ਵੱਲ ਜਾਊਗਾ। ਯਾਰ ਫਿਰ ਇਕੱਲੇ ਪੰਜਾਬ ਦੀ ਕਿਉਂ ਗੱਲ ਕਰਦੇ ਹੋ ਤੁਸੀਂ? ਫਿਰ ਖਾਲਿਸਤਾਨ ਨੂੰ ਤਾਂ ਕ੍ਰਿਮੀਨਲਾਈਜ਼ ਕਰਤਾ। ਇਹ ਜੇ ਕੋਈ ਗੱਲ ਵੀ ਕਰਦਾ ਨਾ, ਉਹਨੂੰ ਲੱਗਦਾ ਵੀ ਨਹੀਂ ਇਹ ਗੱਲ ਨਾ ਕਰੋ, ਉਹ ਇੱਕ ਨਾ ਹੀ ਕ੍ਰਿਮੀਨਲਾਈਜ਼ ਕਰਤਾ। ਔਰ ਇੱਕ ਪਾਸੇ ਸੁਪਰੀਮ ਕੋਰਟ ਇਹ ਕਹਿ ਰਹੀ ਆ ਵੀ ਜੇ ਤੁਹਾਡੀ ਐਸਪੀਰੇਸ਼ਨ ਆ ਨਾ, ਕੋਈ ਕਿਸੇ ਤਰ੍ਹਾਂ ਦੀ ਵੀ, ਕੋਈ ਖਾਲਿਸਤਾਨ ਹੋਵੇ, ਹਿੰਦੁਸਤਾਨ ਆ, ਹਿੰਦੂਤਵ ਆ, ਹਿੰਦੂ ਰਾਸ਼ਟਰ ਆ, ਉਹ ਵੀ ਐਸਪੀਰੇਸ਼ਨਸ ਹੀ ਆ ਨਾ, ਉਹ ਤਾਂ ਕ੍ਰਿਮੀਨਲਾਈਜ਼ ਨਹੀਂ ਹੋਏ ਨਾ। ਉਹਦੇ ਤੇ ਤਾਂ UAPA ਨਹੀਂ ਲੱਗਦਾ। ਜੇ ਕੋਈ ਕਹੇ ਖਾਲਿਸਤਾਨ ਤੇ UAPA ਵੀ ਲੱਗ ਜਾਂਦੇ। ਉਹ ਕ੍ਰਿਮੀਨਲਾਈਜ਼ ਕਰਤੀ ਆ, ਪੂਰੀ ਟਰਮ ਹੀ ਕ੍ਰਿਮੀਨਲਾਈਜ਼ ਕਰਤੀ। ਕੱਲਾ ਪੰਜਾਬ ਨਹੀਂ, ਪੰਜਾਬ ਤਾਂ ਫੇਰ ਇਹਨਾਂ ਲਈ ਲੜਦਾ ਰਹੂਗਾ। ਉਦੋਂ ਪਹਿਲਾਂ ਬਾਕੀ ਸਟੇਟ ਤੁਰ ਪੈਣਗੇ ਜੇ ਇਹ ਇਸ ਨਿਊਕਲੀਅਸ ਨੂੰ ਇੰਨਾ ਸਟਰੋਂਗ ਕਰੀ ਗਏ। ਤੁਸੀਂ ਇਹ, ਮੈਂ ਤੁਹਾਨੂੰ ਗੱਲ ਦੱਸਦਾ। ਸੋ ਇਹ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਆ ਨਾ, ਇਹ ਤਾਂ ਜਿੱਥੇ ਜਿੱਥੇ ਕੌਮਾਂ ਇਹਦੀ ਕੋਈ ਗੱਲ ਕਰਦੀਆਂ, ਉਹਨਾਂ ਨੂੰ ਵਰਲਡ ਓਵਰ ਰਿਸਪੈਕਟ ਮਿਲਦੀ ਆ।
ਤੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਜੇ ਇੱਥੇ ਗੱਲ ਕੀਤੀ ਜਾਂਦੀ ਹੈ ਉਹਨਾਂ ਨੂੰ ਅੱਤਵਾਦੀ ਵੱਖਵਾਦੀ, ਇਹ ਤਾਂ ਇੱਕ ਐਸਪੀਰੇਸ਼ਨ ਹੀ ਹੈ ਨਾ ਜਿਹੜਾ ਲਾਅ ਵੀ ਮੰਨਦਾ ਦੈਟ ਇਫ ਇਟ ਇਜ਼ ਪੀਸਫੁਲ ਦੇयर ਇਜ਼ ਅ ਸਪੇਸ ਫॉर ਇਟ। ਤੁਹਾਡਾ ਓਪੀਨੀਅਨ ਕੀ ਹੈ? ਹੁਣ ਅਗਲੀ ਗੱਲ ਜਿਹੜੀ ਮੈਂ ਤੁਸੀਂ ਤੁਹਾਡਾ ਓਪੀਨੀਅਨ ਕੀ ਹੈ? ਤੁਸੀਂ ਹਾਮੀ ਹੋ? ਦੇਖੋ ਜੇ ਇੱਕ ਵਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਜੇ ਸਟੇਟ ਦੇਊਗੀ ਤਾਂ ਅਸੀਂ ਲੈ ਲਾਂਗੇ, ਕੋਈ ਸਟੇਟ ਨਹੀਂ ਦਿੰਦੀ ਹੁੰਦੀ। ਹਾਮੀ ਮੈਂ ਇਸ ਕਰਕੇ ਹਾਂ ਵੀ ਤੁਸੀਂ ਜਿਹੜੀ ਗੱਲ ਨੂੰ ਸਮਝੋ, ਇਹਨੂੰ ਇੰਟੈਲੈਕਚੁਅਲੀ ਸਮਝੋ। ਜੀਓਗ੍ਰਾਫਿਕਲ ਬਾਉਂਡਰੀਜ਼ ਆ ਜਿਹੜੀਆਂ, ਉਹਨਾਂ ਨੂੰ ਤੁਸੀਂ ਸੇਕਰੇਡ ਤਾਂ ਨਹੀਂ ਮੰਨ ਸਕਦੇ ਨਾ। ਉਹ ਕੋਈ ਸੇਕਰੇਡ ਰੱਬ ਦੀਆਂ ਬਣਾਈਆਂ ਹੋਈਆਂ, ਕੋਈ ਇਲਹਾਮ ਚੋਂ ਨਿਕਲੀਆਂ ਹੋਈਆਂ ਗੱਲਾਂ ਤਾਂ ਨਹੀਂ ਆ ਨਾ। ਇਤਿਹਾਸ ਪਿਆ ਵੀ ਕਿੰਨੀਆਂ ਜੀਓਗ੍ਰਾਫਿਕਲ ਬਾਉਂਡਰੀਜ਼ ਚੇਂਜ ਹੋਈਆਂ, ਇਤਿਹਾਸ ਪਿਆ। ਤੇ ਅੱਜ ਤੁਸੀਂ ਜਿਹੜੀ ਇਹ ਜੀਓਗ੍ਰਾਫਿਕਲ ਬਾਉਂਡਰੀ ਆ ਇਹਨੂੰ ਕਹਿ ਦੋ ਵੀ ਨਹੀਂ ਨਹੀਂ ਇਹ ਤਾਂ ਐਂ ਪਈ ਰਹੂਗੀ, ਸਾਲਾਂ ਬੱਧੀ ਐਂ ਪਈ ਰਹੂਗੀ। ਇਹ ਪੋਲੀਟੀਕਲ ਜਿਹੜੀਆਂ ਇੰਟਰਨਲ ਤੇ ਐਕਸਟਰਨਲ ਰੀਜ਼ਨਸ ਹੁੰਦੇ ਆ ਜਾਂ ਸਰਕਮਸਟੈਂਸਸ ਹੁੰਦੇ ਆ, ਉੱਥੋਂ ਹੀ ਤਾਂ ਬਾਉਂਡਰੀਜ਼ ਪੈਦਾ ਹੁੰਦੀਆਂ ਨਾ ਨਵੀਆਂ, ਜਾਂ ਮਿਥੀਆਂ ਜਾਂਦੀਆਂ ਨਵੀਆਂ। ਸੋ ਇਹ ਤਾਂ ਪੂਰਾ ਇਤਿਹਾਸ ਆ, ਵਰਲਡ ਹਿਸਟਰੀ ਪਈ ਆ। ਇਕੱਲੇ ਆਪਣੇ ਖਿੱਤੇ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਆਪਾਂ ਵੀ ਜੀਓਗ੍ਰਾਫਿਕਲ ਬਾਉਂਡਰੀਜ਼ ਕਿਵੇਂ ਰੀਡਿਫਾਈਨਡ ਹੋਈਆਂ ਵਰਲਡ ਹਿਸਟਰੀ 'ਚ। ਸੋ ਇਹ ਕੋਈ ਸੇਕਰੇਡ, ਇਹਨੂੰ ਕੋਈ ਸੇਕਰੇਡ ਗੱਲ ਤਾਂ ਨਾ ਮੰਨੋ ਨਾ ਵੀ ਉਹ ਰੱਬ ਲਕੀਰ ਖਿੱਚ ਗਿਆ ਸੀ ਉੱਥੇ, ਤੇ ਰੱਬ ਦੀ ਖਿੱਚੀ ਹੋਈ ਲਕੀਰ ਤਾਂ ਮਿਟਾਈ ਨਹੀਂ ਜਾ ਸਕਦੀ। ਸੋ ਆਪਾਂ ਇੰਟੈਲੈਕਚੁਅਲੀ ਗੱਲਾਂ ਨੂੰ ਸਮਝੀਏ। ਜਦੋਂ ਤੱਕ ਤੁਸੀਂ ਪਰਸਪੈਕਟਿਵ ਲੈਵਲ ਤੇ ਜਾ ਕੇ ਗੱਲਾਂ ਨੂੰ ਨਹੀਂ ਸਮਝੋਗੇ, ਪ੍ਰੋਪੇਗੈਂਡਾ ਲੈਵਲ ਤੇ ਸਮਝੋਗੇ, ਉਦੋਂ ਤੱਕ ਤੁਸੀਂ ਇਹ ਸੋਚੋਗੇ ਵੀ ਉਹ ਫਲਾਨਾ ਦੇਖੋ ਇਹ ਤਾਂ ਯਾਰ ਅੱਡ ਹੋਣ ਦੀ ਗੱਲ ਕਰ ਰਿਹਾ, ਕੋਈ ਨਹੀਂ ਕਰ ਰਿਹਾ। ਪਰ ਤੁਸੀਂ ਇੱਕ ਐਡਮਿਨਿਸਟ੍ਰੇਟਿਵਲੀ ਲੋਕਾਂ ਨੂੰ ਸਹੀ ਤੌਰ ਤੇ ਕੌਨਫਲਿਕਟ ਤੋਂ ਤਾਂ ਦੂਰ ਲੈ ਕੇ ਜਾਓ। ਤੁਸੀਂ ਤਾਂ ਕੌਨਫਲਿਕਟ ਵਧਾ ਰਹੇ ਹੋ, ਤੁਸੀਂ ਆਪ ਤੋੜ ਰਹੇ ਹੋ ਨਿਊਕਲੀਅਸ ਨੂੰ ਇੰਨਾ ਸਟਰੋਂਗ ਕਰਕੇ। ਤੁਸੀਂ ਉਹਨਾਂ ਨੂੰ ਉਹਨਾਂ ਦੇ ਹੋਣੀ ਘੜਨ ਦੇ ਅਧਿਕਾਰ ਤਾਂ ਦਿਓ, ਇਹ ਬਹੁਤ ਜ਼ਰੂਰੀ ਆ। ਇੱਕ ਗੱਲ ਆਪਣੀ ਵਿੱਚ ਰਹਿ ਗਈ ਸੀ, ਬੜੀ ਜ਼ਰੂਰੀ ਆ ਇਹ ਵੀ ਕਰਨੀ। ਜਦੋਂ ਆਪਾਂ ਬੇਅਦਬੀ ਦੀ ਗੱਲ ਕਰ ਰਹੇ ਸੀ ਨਾ, ਉੱਥੇ ਇਹ ਗੱਲ ਕਹਿ ਦਿੰਦੇ ਆ ਭੀੜ ਨੇ ਦੇਖੋ ਜੀ ਬੰਦਾ ਮਾਰਤਾ, ਮੌਬ ਲਿੰਚਿੰਗ ਹੋ ਗਈ। ਐਂਡ ਮੌਬ ਲਿੰਚਿੰਗ ਦੇ ਥਰੂ ਤਾਂ ਕੋਈ ਤੁਸੀਂ ਕੁਛ ਵੀ ਜਸਟਿਸ ਨਹੀਂ ਅਟੇਨ ਕਰ ਸਕਦੇ ਵੀ ਲੈ ਸਕਦੇ, ਇਹ ਤਾਂ ਕ੍ਰਾਈਮ ਆ। ਇਹਨਾਂ ਨੂੰ ਇਹ ਗੱਲ ਪੁੱਛੋ ਵੀ ਮੌਬ ਲਿੰਚਿੰਗ ਨੂੰ ਜੇ ਹਿਸਟੋਰੀਸਾਈਜ਼ ਕਰਾਂਗੇ ਨਾ, ਇਹ ਜਿਹੜਾ ਤੁਸੀਂ ਸ਼ਬਦ ਵਰਤਦੇ ਹੋ ਇਹ ਤਾਂ ਕਿਸੇ ਦੇ ਵੀ ਕਿਰਪਾਨ ਮਾਰੀ ਉਦੋਂ ਵੀ ਖਤਰਨਾਕ ਆ। ਇਹ ਤਾਂ ਮਨੁੱਖੀ ਰਾਈਟਸ ਦੀ ਉਲੰਘਣਾ। ਤੁਸੀਂ ਉਹ ਜਿਹੜੇ ਡਿਫਾਈਨਡ ਫਾਰਮੂਲਾਸ 'ਚ ਵਰਤਦੇ ਹੋ, ਮੌਬ ਲਿੰਚਿੰਗ ਦਾ ਕਨਸੈਪਟ ਸ਼ੁਰੂ ਹੋਇਆ ਅਮਰੀਕਾ 'ਚੋਂ। ਅਮਰੀਕਾ 'ਚ ਜਿਹੜੇ ਵਾਈਟ ਸੀ ਨਾ, ਉਹ ਬਲੈਕ ਮੈਨ ਤੇ ਮੌਬ ਲਿੰਚਿੰਗ ਕਰਦੇ ਹੁੰਦੇ ਸੀ, ਉਹਨਾਂ ਨੂੰ ਮਾਰ ਕੇ ਪੁੱਠਾ ਧੰਗ ਦਿੰਦੇ ਸੀ ਦਰਖਤਾਂ ਤੇ। ਕਿਉਂ? ਉਹ ਇੱਕ ਤਾਂ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਸੀ, ਇੱਕ ਡੋਮੀਨੈਂਸ ਵੀ ਸਾਡੀ ਡੋਮੀਨੈਂਸ ਆ ਤੁਹਾਡੇ ਤੇ ਤੁਸੀਂ ਸਾਡੇ ਵਰਗੇ ਨਹੀਂ ਹੋ, ਯੂ ਆਰ ਨਾਟ ਇਕੁਅਲ, ਅਸੀਂ ਤੁਹਾਡੇ ਤੋਂ ਸੁਪੀਰੀਅਰ ਹਾਂ। ਇਹ ਜਿਹੜੇ ਤੇ ਉਹ ਸਪਰੈਸ਼ਨ ਚੱਲਦਾ ਸੀ, ਓਪਰੈਸ਼ਨ ਤੇ ਸਪਰੈਸ਼ਨ, ਉਹਨਾਂ ਨੂੰ ਦਬਾ ਕੇ ਰੱਖਿਆ ਜਾਂਦਾ ਸੀ। ਉਹੀ ਕਨਸੈਪਟ ਪੂਰੇ ਵਰਲਡ 'ਚ ਆ ਗਿਆ। ਜਿੱਥੇ ਕਿਤੇ ਮੌਬ ਲਿੰਚਿੰਗ ਹੁੰਦੀ ਆ, ਉਹਦੇ ਪਿੱਛੇ ਦੋ ਚੀਜ਼ਾਂ ਬਹੁਤ ਜ਼ਰੂਰੀ ਆ। ਇੱਕ ਤਾਂ ਹਮੇਸ਼ਾ ਹੀ ਮੈਜੋਰਿਟੀ ਕਰੂ ਜਿਹਦੇ ਕੋਲੇ ਸਾਰੀ ਪਾਵਰ ਕੇਂਦਰਿਤ ਉਹਦੇ ਕੋਲੇ ਹੋਊਗੀ। ਦੂਜੀ, ਉਹ ਪਲੈਨਡ ਹੋਊਗਾ। ਸਾਡੇ ਤਾਂ ਮੈਜੋਰਿਟੀ ਵੀ ਨਹੀਂ ਆ, ਬਹੁਤ ਸਾਰੇ ਥਾਵਾਂ ਤੇ ਗਾਵਾਂ, ਔਰ ਅਸੀਂ ਪਲੈਨਡ ਵੀ ਨਹੀਂ ਆ। ਗਾਵਾਂ ਨੂੰ ਲੈ ਕੇ ਬੰਦੇ ਮਾਰੇ ਗਏ ਜਦੋਂ ਕੋਈ ਤਸਕਰੀ ਕਰ ਰਹੇ ਸੀ, ਉਹਨੂੰ ਮੌਬ ਲਿੰਚਿੰਗ ਸ਼ਬਦ ਹੀ ਵਰਤਿਆ ਗਿਆ। ਨਹੀਂ ਦੇਖੋ, ਉਹੀ ਤਾਂ ਉਹ ਗਲਤ ਪਾਲ ਘਰ ਦੇ ਵਿੱਚ ਜਦੋਂ ਸਾਧੂ ਮਾਰੇ ਗਏ ਉੱਥੇ ਵੀ ਮੌਬ ਲਿੰਚਿੰਗ ਸ਼ਬਦ that is wrong. That is wrong. I'll tell you how it is wrong. ਦੋ ਗੱਲਾਂ। ਇੱਕ ਕਨਸਪੀਰੇਸੀ ਦੇ ਅਧੀਨ ਇੱਕ ਪਾਰਟਿਕੂਲਰ ਏਰੀਆ 'ਚ ਜਾ ਕੇ ਤੁਸੀਂ ਕੋਈ ਉੱਥੇ ਬੰਦੇ ਜਿਹੜੇ ਰਹਿੰਦੇ ਆ ਉਹਨਾਂ ਨੂੰ ਟਾਰਗੇਟ ਕਰਦੇ ਆ, ਔਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਇੱਕ ਫੋਰਸ ਕ੍ਰੀਏਟ ਕਰ ਲੈਂਦੇ ਹੋ, ਜਿਨ੍ਹਾਂ ਨੂੰ ਲੈ ਕੇ ਤੁਸੀਂ ਪਲਾਨ ਕਰਕੇ ਵੀ ਅੱਜ ਉਹ ਕੰਮ ਕਰਨਾ। ਅਸੀਂ ਤਾਂ ਨਹੀਂ ਕਿਤੇ ਪਲਾਨ ਕਰਕੇ ਗਏ ਨਾ, ਅਸੀਂ ਤਾਂ ਕਿਤੇ ਜਾ ਕੇ ਮੌਬ ਲਿੰਚਿੰਗ ਨਹੀਂ ਕੀਤੀ। ਸਾਡੇ ਕੋਲੇ ਆਇਆ, ਮੌਬ ਲਿੰਚਿੰਗ ਨਹੀਂ ਕਿਹਾ ਜਾ ਸਕਦਾ। ਇਟ ਇਜ਼ ਨਾਟ ਅ ਮੌਬ ਲਿੰਚਿੰਗ, ਇਟਸ ਅ ਸੈਲਫ ਡਿਫੈਂਸ। ਹੁਣ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਦਾ, ਜਿਵੇਂ ਅੱਜ 6 ਘੰਟੇ ਤੱਕ ਜਿਹੜਾ ਕਪੂਰਥਲਾ ਦੇ ਵਿੱਚ ਇਨਸੀਡੈਂਟ ਹੋਇਆ, ਤਕਰੀਬਨ 6 ਘੰਟੇ ਪਹਿਲਾਂ ਨੌਜਵਾਨ ਨੂੰ ਬਿਠਾਈ ਰੱਖਿਆ, ਫਿਰ ਬਾਅਦ ਦੇ ਵਿੱਚ ਰਿਐਕਸ਼ਨ ਹੁੰਦਾ, ਪੁਲਿਸ ਵੀ ਉਦੋਂ ਮੌਕੇ ਤੇ ਆਉਂਦੀ ਹੈ। ਹਾਂਜੀ, ਤਾਂ ਤੁਹਾਨੂੰ ਲੱਗਦਾ ਕਿ ਇੱਕ ਘਟਨਾ ਦਰਬਾਰ ਸਾਹਿਬ ਦੀ ਜਿੱਥੇ ਤੁਰੰਤ ਰਿਐਕਸ਼ਨ ਹੋ ਜਾਂਦਾ, ਹਾਂਜੀ, ਇੱਕ ਘਟਨਾ ਦੇ ਵਿੱਚ 6 ਘੰਟੇ ਪਹਿਲਾਂ ਉਹਨੂੰ ਬਿਠਾਇਆ ਜਾਂਦਾ, ਪੁੱਛਗਿੱਛ ਵੀ ਕੀਤੀ ਜਾਂਦੀ ਹੈ, ਔਰ ਸਾਰਾ ਕੁਝ ਜਾਣਨ ਤੋਂ ਬਾਅਦ ਜੋ ਨਹੀਂ ਬਹੁਤਾ ਕੁਝ ਦੱਸ ਸਕਦਾ ਉਹ ਫਿਰ ਉਹਨੂੰ ਮਾਰ ਦਿੱਤਾ ਜਾਂਦਾ। ਹੁਣ ਸਿਮਿਲਰ ਮੰਨੋਗੇ ਦੋਨਾਂ ਨੂੰ? ਮਾਰਿਆ ਨਹੀਂ, ਸੋਧਿਆ ਜਾਂਦਾ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਬੰਦਾ ਗੁਰੂ ਘਰ ਆ ਗਿਆ, ਉਹਦੀਆਂ ਇੰਟੈਂਸ਼ਨ ਸਹੀ ਹੋਣਗੀਆਂ। ਅੱਜ ਕੋਈ ਸੁਪਰੀਮ ਕੋਰਟ ਚਲਾ ਜਾਵੇ ਤੇ ਇਹ ਵਾਰ-ਵਾਰ ਘਟਨਾ ਸੁਪਰੀਮ ਕੋਰਟ 'ਚ ਹੋਣ ਲੱਗ ਜੇ ਤੇ ਉਹਨਾਂ ਦੀ ਮਾਨਸਿਕਤਾ ਕੌਣ ਕ੍ਰੀਏਟ ਕਰੂਗਾ? ਫਿਰ
ਇੱਕ ਤਾਂ ਇੱਕ ਸਾਈਕੀ ਕੌਣ ਕਿਹੋ ਜਿਹੀ ਕ੍ਰੀਏਟ ਹੋ ਜਾਂਦੀ ਆ ਜੇ ਤੁਹਾਡੇ ਘਰੇ 6 ਸਾਲਾਂ ਤੋਂ ਲਗਾਤਾਰ ਬੰਦੇ ਆਈ ਜਾਣ ਤੇ ਤੁਸੀਂ 6 ਸਾਲਾਂ ਬਾਅਦ ਕਿਤੇ ਤਾਂ ਰਿਐਕਟ ਕਰੋਗੇ ਨਾ ਜਾ ਕੇ। ਤੇ ਉਹ ਸਾਈਕੀ ਕੌਣ ਕ੍ਰੀਏਟ ਕਰਦਾ? ਜਦੋਂ ਤੁਹਾਨੂੰ ਇਸ ਕ੍ਰਿਮੀਨਲ ਜਸਟਿਸ ਸਿਸਟਮ ਨੇ ਇਨਸਾਫ ਹੀ ਨਹੀਂ ਦਿੱਤਾ ਤੇ ਇੱਕ ਤੁਹਾਡੀ ਸਾਈਕੀ ਤਾਂ ਕ੍ਰੀਏਟ ਹੋਊ ਵੀ ਇੱਕ ਵਾਰੀ ਆ ਕੇ ਉਹਨੇ ਤੁਹਾਡੀਆਂ ਲੱਤਾਂ ਵੜਤੀਆਂ, ਦੂਜੀ ਵਾਰੀ ਆ ਕੇ ਤੁਹਾਡੀਆਂ ਬਾਹਾਂ ਵੜਤੀਆਂ, ਤੀਜੀ ਵਾਰੀ ਆ ਕੇ ਤੁਹਾਡੇ ਗਲ ਨੂੰ ਵੀ ਪੈ ਗਿਆ, ਤੀਜੀ ਵਾਰੀ ਤੁਸੀਂ ਆਪਦੇ ਸੈਲਫ ਡਿਫੈਂਸ 'ਚ ਹੋ ਸਕਦਾ ਜੇ ਇੱਕ ਅੱਧੀ ਬਾਂਹ ਬਚੀ ਆ, ਹੱਥ ਉੱਤ ਬਚਿਆ ਤੇ ਗੋਲੀ ਮਾਰੋਗੇ ਉਹਦੇ। ਫਿਰ ਇੱਕ ਸਵਾਲ ਉਹ ਚਾਹੇ ਚੋਰੀ ਕਰਨ ਨਹੀਂ ਆਇਆ ਹੋਵੇ, ਜੋ ਇਹੀ ਗੱਲ ਮੈਂ ਕਰ ਰਿਹਾ ਸੀ, ਬਹੁਤ ਸਾਰਿਆਂ ਨੇ ਕਿਹਾ ਕਿ ਚੋਰੀ ਕਰਨ ਆਇਆ ਸੀ। ਤੁਹਾਨੂੰ ਨਹੀਂ ਲੱਗਦਾ ਇਹ ਸਵਾਲ ਕਿਉਂ ਨਹੀਂ ਹੋ ਰਿਹਾ ਫਿਰ ਚੋਰੀ ਕਰਨ ਵਾਸਤੇ ਗੁਰੂ ਘਰ ਹੀ ਲੱਭਦੇ? ਐਬਸੋਲੂਟਲੀ ਦੈਟਸ ਵਾਟ ਆਮ ਸੇਇੰਗ। ਜੇ ਕੋਈ ਮੰਦਬੁੱਧ ਗੱਲ ਆਉਂਦੀ ਹੈ ਤਾਂ ਮੰਦਬੁੱਧੀ ਹੈ, ਮੰਦਬੁੱਧੀਆਂ ਨੂੰ ਗੁਰੂ ਘਰ ਹੀ ਲੱਭ ਰਹੇ ਆ। ਐਬਸੋਲੂਟਲੀ ਉਹੀ ਗੱਲ ਆਪਾਂ ਕਰਕੇ ਹਟੇ ਆ ਨਾ ਵੀ ਅੰਨੇ ਨੂੰ ਤੁਸੀਂ ਹੱਥ 'ਚ ਤੀਰ ਕਮਾਨ ਦੇ ਦਿਓ ਤੇ ਉਹ ਤੀਰ ਛੱਡਦਾ ਤੇ ਹਰ ਵਾਰੀ ਜਾ ਕੇ ਨਿਸ਼ਾਨੇ ਤੇ ਲੱਗਦਾ। ਇਹ ਤਾਂ ਨਹੀਂ ਹੋ ਸਕਦਾ। ਹੁਣ ਇਹਦੇ ਪਿੱਛੇ ਤਾਂ ਇਹ ਤਾਂ ਕਿਸੇ ਅਸੀਂ ਘਰਾਂ 'ਚ ਵੀ ਅਸਲਾ ਰੱਖਦੇ ਆ, ਜੇ ਕੋਈ ਚੋਰ ਆਉਂਦਾ ਅਸੀਂ ਗੋਲੀ ਚਲਾ ਦਿੰਦੇ ਆ ਸੈਲਫ ਡਿਫੈਂਸ ਦੇ ਵਿੱਚ। ਬਾਈ ਜੀ ਮੈਂ ਕੋਰਟ 'ਚ ਜਾ ਕੇ ਕਹਿੰਦੇ ਆ ਵੀ ਆਇਆ ਸੀ, ਹੁਣੇ ਤਾਂ ਆਪਾਂ ਇਹ ਗੱਲ ਕਰਕੇ ਗੋਲੀ ਚਲਾਈ ਆ, ਮਾਰਤਾ ਬੰਦਾ। ਇਹੀ ਗੱਲ ਕਰਕੇ ਹਟੇ ਆ। ਕੋਈ ਮੰਨ ਲਓ ਪ੍ਰਾਈਮ ਮਿਨਿਸਟਰ ਤੇ ਜਾ ਕੇ ਕੋਈ ਪ੍ਰਾਈਮ ਮਿਨਿਸਟਰ ਦੇ ਘਰ ਦੀ ਕੰਧ ਟੱਪੇ, ਪਾਰਲੀਮੈਂਟ ਹਾਊਸ ਰਾਤ ਦੇ ਵੇਲੇ ਵੜ ਜੇ, ਨਹੀਂ ਇੱਕ ਵਾਰੀ ਨਹੀਂ, ਛਾਉਣੀ 'ਚ ਵੜਨ ਦੀ ਕੋਸ਼ਿਸ਼ ਕਰੀਏ, ਇੱਕ ਵਾਰੀ ਨਹੀਂ, ਰੋਜ਼ ਜਾਈਏ, 2 ਵਾਰੀ 4 ਵਾਰੀ 5 ਵਾਰੀ ਜਾਈਏ, 6 ਸਾਲ ਜਾਂਦੇ ਰਹੀਏ। ਮੈਂ ਇੱਥੇ ਤਾਂ 6 ਸਾਲ ਵੇਟ ਕੀਤੀ ਆ ਨਾ, ਇਹ 6 ਦਿਨ ਨਾ ਵੇਟ ਕਰਨ। ਸੋ ਇਹ ਜਿਹੜੀਆਂ ਗੱਲਾਂ ਇਸ ਵੇਲੇ ਆਪਾਂ ਵੀ ਹੋਈਏ, ਇਹ ਜਿਹੜੀ ਪੀਐਮ ਹਾਊਸ ਦੇ ਵਿੱਚ ਰਾਤ ਨੂੰ ਕੰਧ ਟੱਪਣ ਦੀ ਕੋਸ਼ਿਸ਼ ਕਰੀਏ, ਉਹਨਾਂ ਨੇ ਇਹ ਥੋੜੀ ਦੇਖਣਾ ਦੀਪ ਸਿੱਧੂ ਹੈ ਜਾਂ ਕੌਣ ਹੈ ਜਾਂ ਕਿਹੜਾ ਪੱਤਰਕਾਰ ਹੈ। ਦੀਪ ਸਿੱਧੂ ਨੂੰ ਤਾਂ ਪਹਿਲਾਂ ਫੜਨਗੇ, ਇਹ ਦੂਰੋਂ ਗੋਲੀ ਵੱਜਣੀ ਹੈ, ਹਾਂ ਬੱਖੀ 'ਚ ਕੱਢ ਦੇਣਗੇ ਅਗਲੇ, ਹਾਂ ਬਾਅਦ 'ਚ ਅਗਲੇ ਦਿਨ ਦੱਸਣਗੇ ਵੀ ਇਹ ਕਿਉਂ ਮਾਰਿਆ, ਹਾਂ, ਔਰ ਉਹਨੂੰ ਜਸਟੀਫਾਈ ਕਰ ਦੇਣਗੇ। ਇਹ ਵੀ ਦੇਖੋ ਨਾ, ਉਹਨੂੰ ਜਸਟੀਫਾਈ ਕਰ ਦੇਣਗੇ। ਔਰ ਤੁਹਾਡੇ ਯਾਦ ਹੋਣਾ ਹੈਦਰਾਬਾਦ ਦਾ ਇੱਕ ਇਨਸੀਡੈਂਟ ਤੁਹਾਡੇ ਯਾਦ ਹੋਣਾ, ਜਦੋਂ ਪੁਲਿਸ ਨੂੰ ਰਾਈਟ ਵਿੰਗ ਮੀਡੀਆ ਨੇ ਬਹੁਤ ਹੀਰੋ ਬਣਾ ਕੇ ਪੇਸ਼ ਕੀਤਾ ਸੀ। ਜਦੋਂ ਇੱਕ ਕੁੜੀ ਦਾ ਰੇਪ ਹੋਇਆ, ਅਗਲੇ ਦਿਨ ਪੁਲਿਸ ਨੇ ਉਹ ਮਾਰਤੇ ਸਾਰੇ, ਕੋਈ ਟ੍ਰਾਇਲ ਨਹੀਂ ਹੋਇਆ, ਕੋਈ ਕੋਰਟ ਨਹੀਂ ਲੈ ਕੇ ਗਏ, ਔਰ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਯੂਪੀ ਦੇ ਵਿੱਚ ਇੱਕ ਗੈਂਗਸਟਰ ਮਾਰਿਆ, ਪੁਲਿਸ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਗਿਆ। ਤਾਂ ਸਟੇਟ ਦੀ ਇਹ ਵੀ ਪਾਲਿਸੀ ਹੈ ਕਿ ਜਦੋਂ ਪੁਲਿਸ ਨੂੰ ਹੀਰੋ ਬਣਾਉਣਾ ਉਦੋਂ ਹੀਰੋ ਵੀ ਬਣਾ ਕੇ ਉਹ ਵੀ ਮਾਰਿਆ, ਔਰ ਇੱਥੇ ਡਿਫੇਮ ਕਰਨ ਦੀ ਗੱਲ ਆ ਗਈ। ਉਹੀ ਗੱਲ ਆ ਨਾ, ਇਹ ਅਕੋਮੋਡੇਸ਼ਨ ਕਿਹਦੀ ਹੋ ਰਹੀ ਆ, ਕਿਹਨੂੰ ਦੇਣੀ ਚਾਹੁੰਦੇ ਆ, ਇਹ ਇਸ ਗੱਲ ਤੇ ਡਿਪੈਂਡ ਕਰਦੀ ਆ। ਹੁਣ ਸਾਨੂੰ ਜਿਹੜੇ ਬੰਦੇ ਕਹਿ ਰਹੇ ਆ ਨਾ ਵੀ ਤੁਸੀਂ ਯਾਰ ਤੁਹਾਡੇ ਕੋਲੇ ਤੁਸੀਂ ਉਹ ਜਸਟਿਸ ਨਹੀਂ ਦਿੱਤੀ, ਤੁਸੀਂ ਰੂਲ ਆਫ ਲਾਅ ਨੂੰ ਹੀ ਨਹੀਂ ਸਮਝ ਰਹੇ, ਇਹਨਾਂ ਨੂੰ ਇਹ ਦੱਸੋ, ਜਾਂ ਤੁਹਾਨੂੰ ਇਨਸਾਫ ਨਹੀਂ ਕੀਤਾ, ਤੁਸੀਂ ਇਹ ਤਾਂ ਗਲਤ ਗੱਲ ਕੀਤੀ। ਇਹਨਾਂ ਨੂੰ ਇਹ ਕਹੋ ਵੀ ਸਾਨੂੰ ਨਾ ਸਿਖਾਓ ਜਸਟਿਸ ਕੀ ਹੁੰਦੀ ਆ, ਜਾਂ ਜਿਹੜੇ ਮਨੁੱਖੀ ਅਧਿਕਾਰਾਂ ਵਾਲੇ ਹਿਊਮਨ ਰਾਈਟਸ ਵਾਲਾ ਐਂਗਲ ਜਿਹਾ ਲੈ ਕੇ ਆ ਜਾਂਦੇ ਆ। ਇਹ ਗੱਲ ਵੀ ਬੜੀ ਜ਼ਰੂਰੀ ਆ। ਜਸਟਿਸ ਉਹਨਾਂ ਬੰਦਿਆਂ ਨੂੰ ਨਾ ਸਿਖਾਓ, ਜਾਂ ਮਨੁੱਖੀ ਅਧਿਕਾਰਾਂ ਦੀ ਗੱਲ ਉਹਨਾਂ ਨੂੰ ਨਾ ਕਰੋ ਜਿਹੜੇ ਆਪਦੇ 4 ਲੱਖ ਬੰਦਾ ਮਰਾਈ ਬੈਠੇ ਆ, ਜਿਹੜੇ ਝੂਠੇ ਮੁਕਾਬਲਿਆਂ 'ਚ ਤੁਸੀਂ ਸਾਡੇ ਬੰਦੇ ਮਾਰੇ, ਸਾਡੀਆਂ ਧੀਆਂ ਭੈਣਾਂ ਦੀ ਵਿਪੱਤੀ ਕੀਤੀ, ਸਾਡੇ ਪਰਿਵਾਰਾਂ ਨੂੰ ਮਾਰਿਆ, ਉਹਨਾਂ ਨੂੰ ਅੱਜ ਤੁਸੀਂ ਗੱਲ ਕਰ ਰਹੇ ਹੋ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੇ ਹੋ ਜਾਂ ਜਸਟਿਸ ਦੀ ਗੱਲ ਕਰ ਰਹੇ ਹੋ। ਅਧਿਕਾਰਾਂ ਦਾ ਰਾਖਾ ਹੀ ਸਾਡਾ ਮਾਰਤਾ ਭਾਈ ਜਸਵੰਤ ਸਿੰਘ ਖਾਲੜਾ, ਜਿਹੜਾ ਰਾਖੀ ਕਰਨ ਆਇਆ ਸੀ ਉਹ ਰਾਖਾ ਹੀ ਮਾਰਤਾ। ਫਿਰ ਤੁਸੀਂ ਕਿਉਂ ਨਾ ਉਦੋਂ ਟ੍ਰਾਇਲ ਚਲਾਏ ਬਾਈ? ਅੱਜ ਸਾਰੀਆਂ ਗੱਲਾਂ ਤਾਂ ਸਾਹਮਣੇ ਆ ਗਈਆਂ ਨਾ ਵੀ ਕੀ ਹੋਇਆ, ਕਿਵੇਂ ਸਾਡੇ ਮੁੰਡੇ ਮਾਰੇ ਗਏ, ਝੂਠੇ ਮੁਕਾਬਲੇ ਬਣਾ ਉਦੋਂ ਕਿਉਂ ਨਾ ਟ੍ਰਾਇਲ ਚਲਾਏ? ਸੋ ਤੁਸੀਂ ਅੱਛਾ ਸਾਨੂੰ ਨਾ ਸੁਣਾਓ, ਤੁਸੀਂ ਕ੍ਰਿਮੀਨਲ ਜਸਟਿਸ ਸਿਸਟਮ ਚਲਾ ਲਿਆ ਨਾ, ਲੋ ਸਾਨੂੰ ਦਿਓ ਖਾਂ 2 ਸਾਲ ਤੁਹਾਨੂੰ ਚਲਾ ਕੇ ਦਿਖਾਉਣੇ ਆ। ਅਸੀਂ ਤਾਂ ਕਰਕੇ ਦਿਖਾਇਆ। ਸਾਡੇ ਤਾਂ ਜਦੋਂ ਆਪਦਾ ਸਿਸਟਮ ਸੀ ਉਹਦੇ 'ਚ ਨਾ ਕੋਈ ਜੇਲ੍ਹ ਸੀ ਤੇ ਨਾ ਕੋਈ ਫਾਂਸੀ ਹੁੰਦੀ ਸੀ। ਸੋ ਤੁਸੀਂ ਸਾਨੂੰ ਨਾ ਸਿਖਾਓ। ਇੱਕ ਕਲਪਰੇਟ ਵਿਕਟਮ ਨੂੰ ਕਹਿ ਰਿਹਾ, ਜਿਹੜੀ ਧਿਰ ਵਿਕਟਮਾਈਜ਼ਡ ਆ ਉਹਨੂੰ ਕਹਿ ਰਿਹਾ ਵੀ ਤੁਸੀਂ ਯਾਰ ਮਨੁੱਖੀ ਅਧਿਕਾਰਾਂ ਦੀ ਕਿਉਂ ਨਹੀਂ ਗੱਲ ਕੀਤੀ? ਯਾਰ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਤੁਸੀਂ ਆਪਦੇ ਵੇਲੇ ਨਹੀਂ ਇਹ ਗੱਲ ਯਾਦ ਰਹਿੰਦੀ ਤੁਹਾਡੇ? ਸੋ ਇਹ ਗੱਲਾਂ ਕਈ ਵਾਰੀ ਕੌੜੀਆਂ ਲੱਗਣਗੀਆਂ, ਜਾਂ ਇੱਕ ਹੋਰ ਗੱਲ ਚੱਲ ਪੈਂਦੀ ਆ। ਇਹ ਗੱਲ ਮੈਂ ਇਸ ਕਰਕੇ ਲੈ ਕੇ ਆ ਰਿਹਾ, ਇਹ ਨੈਰੇਟਿਵ ਚਲਾ ਦਿੰਦੇ ਆ ਵੀ ਇਹ ਤਾਂ ਧਰਮ ਆ ਗੁਲਾਮ ਹੋ ਗਏ ਧਰਮ ਦੇ। ਯਾਰ ਗੁਲਾਮ ਧਰਮ ਦੇ ਹੋ ਗਏ। ਤੁਸੀਂ ਇੱਕ ਗੱਲ ਦੱਸੋ, ਧਰਮ ਦੀ ਗੁਲਾਮੀ ਦੇਖੀ ਆ ਤੁਸੀਂ ਕਦੇ ਸਿੱਖ ਧਰਮ 'ਚ? ਉਹ ਤਾਂ ਲਿਬਰੇਟ ਕਰਦਾ, ਕੋਈ ਧਰਮ ਵੀ ਲਿਬਰੇਟ ਕਰਦਾ। ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਚਰਚ 'ਚ ਜਾਂ ਉਹ ਇੱਕ ਯੂਰਪੀਅਨ ਸਿਵਲਾਈਜੇਸ਼ਨ 'ਚ ਇਹ ਗੱਲ ਹੋਈ ਸੀ ਵੀ ਧਰਮ ਦੀ ਗੁਲਾਮੀ ਦੀ ਇੱਕ ਉੱਥੇ ਟਰਮ ਚੱਲ ਪਈ ਸੀ, ਹਨਾ, ਕਿਉਂਕਿ ਚਰਚ ਦਾ ਜੋ ਰੋਲ ਰਿਹਾ ਉਸ ਟਾਈਮ, ਆਪਾਂ ਹਿਸਟਰੀ ਦੀ ਗੱਲ ਕਰਦੇ ਹਾਂ। ਪਰ ਇੱਥੇ ਜਿਹੜਾ ਧਰਮ ਨੇ ਮਨੁੱਖੀ ਅਧਿਕਾਰਾਂ ਤੇ ਹੀ ਸ਼ਹਾਦਤਾਂ ਦਿੱਤੀਆਂ, ਉਹਨਾਂ ਦੀ ਰਾਖੀ ਕਰਦੇ ਹੀ ਸ਼ਹਾਦਤਾਂ ਦਿੱਤੀਆਂ, ਤੇ ਉਸ ਧਰਮ ਨੂੰ ਤੁਸੀਂ ਕਹਿ ਰਹੇ ਹੋ ਧਰਮ ਦੇ ਗੁਲਾਮ ਹੋ ਗਏ। ਅਸੀਂ ਕੋਈ ਬੰਦਾ ਧਰਮ ਦਾ ਬੰਦਾ ਜਿਹੜਾ ਉਹ ਬੰਦਾ ਕੱਲ ਨੂੰ ਧਰਮ ਛੱਡ ਕੇ ਤੁਰ ਜੇ, ਉਹਨੂੰ ਕੀ ਕਰ ਲਾਂਗੇ? ਅਸੀਂ ਤਾਂ ਕੁਛ ਨਹੀਂ ਕਹਿੰਦੇ।
ਬਿਲਕੁਲ। ਮੈਂ ਹਨਾ? ਮੇਰੇ ਯਾਦ ਹੈ ਆਖਰ ਚ ਮੈਂ ਕੱਲ ਇੱਕ ਕਮੈਂਟ ਪੜ੍ਹ ਰਿਹਾ ਸੀਗਾ, ਉਹਦੇ ਤੇ ਕਿਸੇ ਸ਼ਖਸ ਨੇ ਲਿਖਿਆ ਹੋਇਆ ਸੀਗਾ ਕਿ ਜੇ ਜਿੱਥੋਂ ਮੀਰੀ ਤੇ ਪੀਰੀ ਮਿਲੀ ਹੈ, ਜੇ ਉੱਥੇ ਹੀ ਇਹ ਹੋ ਜਾਂਦਾ ਹਾਂਜੀ ਤੇ ਫਿਰ ਸਾਡੇ ਤੇ ਲੱਖ ਦੀ ਲਾਹਨਤ ਹੈ ਕਿ ਐਬਸੋਲੂਟਲੀ ਜਿਸ ਅਕਾਲ ਤਖਤ ਸਾਹਿਬ ਨੇ ਸਾਨੂੰ ਬਖਸ਼ਿਆ, ਉਸ ਅਕਾਲ ਤਖਤ ਦੇ ਸਾਹਮਣੇ ਸਾਡੇ ਹਰਮੰਦਰ ਸਾਹਿਬ ਦੇ ਅੰਦਰ ਜੇ ਹੋ ਜਾ ਔਰ ਇਹ ਕੁਛ ਇੱਕ ਨੇ ਇਹ ਵੀ ਲਿਖਿਆ, ਮੈਂ ਇੱਕ ਇੰਗਲਿਸ਼ ਦਾ ਬਹੁਤ ਵੱਡੀ ਵੈਬਸਾਈਟ ਪੜ੍ਹ ਰਿਹਾ ਸੀਗਾ ਕਿ ਗੁਰੂ ਮਹਾਰਾਜ ਦੇ ਸਰੂਪ ਨੂੰ ਕੁਛ ਨਹੀਂ ਹੋਇਆ, ਉਹ ਉੱਥੋਂ ਤੱਕ ਨਹੀਂ ਪਹੁੰਚਿਆ ਸੀਗਾ, ਤਾਂ ਇਹ ਬੇਦਬੀ ਨਹੀਂ ਹੈ। ਉਹ ਇਨਡਾਇਰੈਕਟਲੀ ਇਹ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਤਾਂ ਜਿਹੜਾ ਰਾਈਟ ਵਿੰਗਰ ਮੀਡੀਆ ਦੀ ਤੁਸੀਂ ਗੱਲ ਕਰ ਰਹੇ ਹੋ, ਤਾਂ ਉਹਦਾ ਵੀ ਇੱਕ ਜ਼ੋਰ ਜਿਹੜਾ ਪੂਰਾ ਗੋਦੀ ਮੀਡੀਆ ਸਾਰਾ ਚੱਲਦਾ ਹੀ ਹੈ। ਇਹ ਬੇਦਬੀ ਨਹੀਂ ਸੀਗੀ, ਜੇ ਬੇਦਬੀ ਦੀ ਕੋਸ਼ਿਸ਼ ਸੀਗੀ ਜਾਂ ਲੈਜੈਂਡ ਸੀਗਾ। ਐਬਸੋਲੂਟਲੀ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਔਰ ਇਸ ਤੇ ਵਿਚਾਰ ਕੀਤੇ, ਸ਼ੁਕਰੀਆ। ਧੰਨਵਾਦ ਭਾਈ। ਇਸ ਪੇਸ਼ਕਸ਼ 'ਚ ਨਹੀਂ ਇਜਾਜ਼ਤ ਦਿਓ। ਧੰਨਵਾਦ।